ਸਤਿ ਮਨਸਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਕਰਦੇ ਹਾਂ ਡਾਕਟਰ ਬੈਂਸ ਰਾਜ ਬੈਂਸ ਦੇ ਸ਼ੋਅ ਦੇ ਵਿੱਚ ਜੋ ਮੈਡੀਕਲ ਐਡਵਾਈਸ ਤੁਹਾਨੂੰ ਦਿੰਦੇ ਆ ਤੇ ਲੋਕ ਬੜੇ ਪ੍ਰੋਗਰਾਮ ਜੁੜਦੇ ਨੇ ਪਲੀਜ਼ ਤੁਸੀਂ ਵਾਚ ਕਰਿਆ ਕਰੋ ਕੋਈ ਵੀ ਕਿਸੇ ਤਰ੍ਹਾਂ ਦਾ ਸਵਾਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਥੋੜ੍ਹੇ ਬਹੁਤਾ ਕੋਈ ਵੀ ਬਿਮਾਰੀ ਹੈਗੀ ਨਾ ਪਲੀਜ਼ ਡੋਂਟ ਸਿਟ ਔਨ ਦੈਟ ਤੁਸੀਂ ਕਾਲ ਕਰੋ ਡਾਕਟਰ ਨਾਲ ਡਿਸਕਸ ਕਰੋ ਆਲਵੇਜ਼ ਮੈਡੀਕਲ ਐਡਵਾਈਸ ਡਾਕਟਰ ਕੋਲੋਂ ਲੈ ਕੇ ਜੋ ਵੀ ਸ਼ੁਰੂ ਕਰਨਾ ਚਾਹੁੰਦਾ ਆਪਣੇ ਲਾਈਫ ਦੇ ਵਿੱਚ ਉਹਨਾਂ ਦੀ ਐਡਵਾਈਸ ਲੈ ਕੇ ਸ਼ੁਰੂ ਕਰੋ ਟੈਲੀਫੋਨ ਨੰਬਰ ਸਕਰੀਨ 'ਤੇ ਆ ਰਿਹਾ 0121551101 'ਤੇ ਕਾਲ ਕਰਨਾ ਤੇ ਬਾਕੀ ਮੈਂ ਹੁਣੇ ਰਿਪੀਟ ਕਰ ਦੇਣਾ ਅਗਰ ਤੁਸੀਂ ਡਾਕਟਰ ਨਾਲ ਗੱਲ ਕਰਨੀ ਹੈ ਮੰਡੇ ਵੈਨਸਡੇ ਫਰਾਈਡੇ ਬਿਟਵੀਨ 10 and 11 ਜਦੋਂ ਤੁਸੀਂ ਸਾਡੇ ਕਾਲ ਸੈਂਟਰ ਨੂੰ ਕਾਲ ਕਰਦੇ ਹੋ ਪਲੀਜ਼ ਉਹਨਾਂ ਕੋਲੋਂ ਨੰਬਰ ਲੈ ਲਓ ਉਹ ਸਪੈਸ਼ਲ ਨੰਬਰ 1 ਘੰਟੇ ਲਈ ਹੁੰਦਾ ਮੰਡੇ ਵੈਨਸਡੇ ਫਰਾਈਡੇ ਨਾ ਤੇ 10 ਤੋਂ ਪਹਿਲਾਂ ਨਾ ਤੋਂ 11 ਤੋਂ ਬਾਅਦ ਆਨਸਰ ਹੋਏਗਾ ਤਾਂ ਮੇਕ ਸ਼ੋਰ ਉਹ ਟਾਈਮ 'ਚ ਕਾਲ ਕਰਿਓ तो उम्मीद रखता है कि तुसी सिस्टम जो इन्होंने डॉक्टर ने बनाया उन्होंने फॉलो करे बड़ा आसान हो जाएगा फिर सारा दी टर्न आ जाती है तो चलो मैं डॉक्टर का स्वागत करते हैं कि शो अगे लेके जाते भाजी वाजी का खालसा वाहिगुरू जी का खालसा वाहिगुरू जी फतेह भाजी पहले तो मैं थोड़ा कॉम्पलीमेंट देना कि अपने ना हुण मैं ये नहीं कहता कि सारे पुराने शो चंगे नहीं सी हुंदे पर हुण जदों क्योंकि जदों तुसी डायग्राम दे नाल जब क्लिप दे नाल शो करदे ना ਉਹਦੀ ਬੜੀ ਸਮਝ ਪੈਂਦੀ ਹੈ ਹਾਂਜੀ ਠੀਕ ਹੈ ਜੀ ਆਡੀਓ ਵਿਜ਼ੂਅਲ ਹੋ ਜਾਂਦਾ ਹੈ ਤੇ ਸਿਰਫ ਸੁਣਨੇ ਨੂੰ ਦੇਖਣ ਨੂੰ ਵੀ ਕੁਝ ਮਿਲ ਜਾਂਦਾ ਹੈ ਭਾਜੀ ਜਿਹੜੇ ਬੋਡੀ ਦੇ ਅੰਦਰ ਚੀਜ਼ਾਂ ਸਾਨੂੰ ਪਤਾ ਕੀ ਕੁਛ ਹੈਗਾ ਲੇਕਿਨ ਪਤਾ ਨਹੀਂ ਕਿੱਥੇ ਕਿੱਦਾਂ ਪਈਆਂ ਨੇ ਹਾਂਜੀ ਬਿਲਕੁਲ ਆਮ ਨੂੰ ਕੀ ਪਤਾ ਵੀ ਕਿਡਨੀਜ਼ ਕਿੱਥੇ ਹੁੰਦੇ ਆ ਹਨਾ ਲਿਵਰ ਕਿੱਥੇ ਹੁੰਦਾ ਆ ਬਿਲਕੁਲ ਡਾਇਗਰਾਮ ਨਾਲ ਬਿਲਕੁਲ ਪਤਾ ਲੱਗ ਜਾਂਦਾ ਭਾਜੀ ਬਹੁਤ ਫਰਕ ਪੈਂਦਾ ਫਿਰ ਕੋਈ ਨਾ ਕੋਈ ਫਿਰ ਵੀ ਕਮੀ ਰਹਿ ਜਾਂਦੀ ਹੈ ਲਾਸਟ ਵੀਕ ਅਸੀਂ ਗੱਲ ਕੀਤੀ ਸੀਗੀ ਆਪਣਾ ਹਾਰਟ ਬੀਟ ਵਗੈਰਾ ਪਲਸ ਚੈੱਕ ਕਰਨੀ ਕਿੱਦਾਂ ਕਰਨੀ ਹੈ ਤੇ ਲੋਕਾਂ ਨੂੰ ਬਹੁਤ ਅੱਛਾ ਲੱਗਿਆ ਬਹੁਤ ਐਪਰੀਸ਼ੀਏਟ ਕਰਦੇ ਆ ਬਹੁਤ ਇੰਪੋਰਟੈਂਟ ਪਲੀਜ਼ ਫੀਡਬੈਕ ਦਿਆ ਕਰੋ ਹਮੇਸ਼ਾ ਹੀ ਤਾਂ ਕਿ ਅਸੀਂ ਉਹਦੇ 'ਤੇ ਕੁਛ ਅੱਛਾ ਕਰੀਏ ਉਹਨੂੰ ਦਰੁਸਤ ਕਰਕੇ ਹੋਰ ਤਰੀਕੇ ਨਾਲ ਦਿਖਾਈਏ ਕੰਪਲੇਨ ਨਹੀਂ ਸੀ ਲੋਕਾਂ ਨੇ ਸੁਜੈਸਟ ਕੀਤਾ ਕਿ ਅਸੀਂ ਹੁਣ ਹਾਰਟ ਬੀਟ ਜਿਹੜੇ ਪਲਸ ਕਿੱਦਾਂ ਚੈੱਕ ਕਰਨੀ ਹੈ ਡਾਕਟਰ ਜੀ ਉਹ ਵੀ ਬੜਾ ਇੰਪੋਰਟੈਂਟ ਹਰ ਬੰਦੇ ਨੂੰ ਨਹੀਂ ਪਤਾ ਹੁੰਦਾ ਨਾ ਡਾਕਟਰ ਤਾਂ ਗਿਆ ਉਹਨੇ ਸਿੱਧਾ ਹੱਥ ਰੱਖਿਆ ਹੋਇਆ ਉਹਨੂੰ ਪਤਾ ਕਿੱਥੇ ਰੱਖਣਾ ਹੈ ਉਹ ਲੱਭਦਾ ਵੀ ਨਹੀਂ ਹੈ ਕਿ ਕਿੱਥੇ ਜਗ੍ਹਾ ਲੱਗਣੀ ਹੈ ਦੈਟਸ ਰਾਈਟ ਥੋੜਾ ਬਹੁਤਾ ਤੁਸੀਂ ਦਿਖਾਓਗੇ ਪਹਿਲਾਂ ਆਪਾਂ ਸਟਾਰਟ ਉਹਦੇ ਤੇ ਕਰੀਏ ਜ਼ਰੂਰ ਦੈਟਸ ਰਾਈਟ ਯੈਸ ਸੋ ਤੁਸੀਂ ਸਿਲੈਕਟ ਕਰਨਾ ਇੱਥੋਂ ਜਗ੍ਹਾ ਜਿੱਥੇ ਹੱਥ ਉੱਪਰ ਕਰੋਗੇ ਹਾਂਜੀ ਜਿੱਥੇ ਗੂਠਾ ਮੁੱਕਦਾ ਆ ਉਹ ਤੋਂ 1 ਇੰਚ ਥੱਲੇ ਸੈਕਿੰਡ ਵਿੱਚ ਕਿੰਨੀ ਵਾਰੀ ਹੋਇਆ ਉਹਨੂੰ ਫਿਰ ਟਾਈਮਸ 4 ਕਰ ਦੇਣਾ ਤੁਹਾਨੂੰ ਮਿੰਟ ਵਿੱਚ ਮਿਲ ਜਾਏਗਾ ਹਾਂਜੀ ਜੇ ਤੁਸੀਂ ਪੂਰੇ ਮਿੰਟ ਵਿੱਚ ਕਰੋਗੇ ਉਹ ਥੋੜ੍ਹਾ ਜਿਹਾ ਜ਼ਿਆਦਾ ਐਕੂਰੇਟ ਹੋ ਜਾਂਦਾ ਅਤੇ ਜੇ ਤੁਸੀਂ ਰਸ਼ ਵਿੱਚ ਹੋ ਹੈ ਨਾ 15 ਸਕਿੰਟ ਜਾਂ 30 ਸਕਿੰਟ ਵਿੱਚ ਵੀ ਕਰਕੇ ਤੁਸੀਂ ਪਤਾ ਕਰ ਸਕਦੇ ਪਏ ਕਿੰਨੀ ਵਾਰੀ ਤੁਹਾਡਾ ਹਾਰਟ ਬੀਟ ਕਿੰਨਾ ਹੋਣਾ ਚਾਹੀਦਾ ਐਵਰੇਜ ਹੁੰਦਾ 70 to 80 ਐਵਰੇਜ ਹੈ ਜੀ 70 to 80 ਹਾਂਜੀ ਐਵਰੇਜ ਦੈਟਸ ਰਾਈਟ ਅੱਛਾ ਜੇ ਲੋ ਹੋਵੇ ਜੇ ਫਿਰ 50 ਤੋਂ ਘੱਟ ਜਾਵੇ ਫਿਰ ਦੈਟਸ ਡੇਂਜਰ ਸਾਈਨ ਹਾਂਜੀ ਬਹੁਤ ਜ਼ਿਆਦਾ ਲੋ ਆ ਤੇ ਜੇ ਉਧਰੋਂ 100 ਤੋਂ ਉੱਤੇ ਚਲੇ ਜਾਵੇ ਤਾਂ ਉਹ ਤੁਹਾਨੂੰ ਪਤਾ ਕਰਨਾ ਚਾਹੀਦਾ ਵੀ ਕਿਉਂ ਇਹ ਇੰਨਾ ਤੇਜ਼ ਚੱਲ ਰਿਹਾ ਭਾਜੀ ਹੁਣ ਜਦੋਂ ਕੋਈ ਬੰਦੇ ਕਰਦੇ ਨੇ ਉਹਨਾਂ ਨੂੰ ਗਿਣਤੀ ਦੇ ਵਿੱਚ ਗਲਤੀ ਹੋ ਜਾਏ 10-20 ਬੀਟ ਦੀ ਹਾਂਜੀ ਨਹੀਂ ਬਹੁਤੀ ਗਲਤੀ ਨਹੀਂ ਹੋ ਸਕਦੀ ਤੇ ਜੇ ਤੁਸੀਂ ਸਹੀ ਥਾਂ ਤੇ ਉਂਗਲ ਰੱਖਦੇ ਹਨ ਫਿਰ ਗਲਤੀ ਨਹੀਂ ਹੋਏਗੀ ਤੁਹਾਨੂੰ ਜਦੋਂ ਤੁਸੀਂ ਰੱਖਦੇ ਹੋ ਤੁਹਾਨੂੰ ਫੀਲ ਹੋਣਾ ਚਾਹੀਦਾ ਤੁਹਾਡੀ ਉਂਗਲੀ ਨੂੰ ਇੱਥੇ ਉਂਗਲੀ ਵਿੱਚ ਤੁਹਾਡਾ ਟਸਕ ਹਾਂਜੀ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਕਿੰਨੀ ਬੀਟ ਕਰ ਰਿਹਾ ਹਾਰਟ ਦੈਟਸ ਰਾਈਟ ਤੇ ਜੇ ਤੁਹਾਡੇ ਕੋਲ ਮਸ਼ੀਨ ਹੈਗੀ ਆ ਬਲੱਡ ਪ੍ਰੈਸ਼ਰ ਦੀ ਉਹਦੇ ਵਿੱਚ ਤਾਂ ਆਮ ਡਿਸਪਲੇ ਆ ਹੀ ਜਾਂਦਾ ਤੁਸੀਂ ਸਕਰੀਨ ਤੇ ਦੇਖਦੇ ਹੋ ਡਾਕਟਰ ਜੀ ਇਹਨਾਂ ਨੇ ਉੱਤੋਂ ਹੁਣ 2 ਉਂਗਲਾਂ ਰੱਖੀਆਂ ਇਹਦਾ ਕੀ ਮਤਲਬ ਹੁਣ ਨਹੀਂ ਇੱਥੇ ਇਹਦੀ ਦੂਸਰੇ ਪਾਸਿਓਂ ਰੱਖਿਆ ਹੈ ਪਰ ਜੇ ਤੁਸੀਂ ਜ਼ਿਆਦਾ ਐਕੂਰੇਟ ਦੇਖਿਓ ਨਾ ਤੇ ਇੱਧਰੋਂ ਰੱਖਣਾ ਚਾਹੀਦਾ ਹੈ ਅੱਛਾ ਘੁਮਾ ਕੇ ਦੈਟਸ ਰਾਈਟ ਘੁਮਾ ਕੇ ਰੱਖਣਾ ਚਾਹੀਦਾ ਹੈ ਭੁਲੇਖਾ ਨਹੀਂ ਲੱਗ ਸਕਦਾ ਫਿਰ ਤੁਹਾਨੂੰ ਪਰ ਜਦੋਂ ਡਾਕਟਰ ਟੈਸਟ ਕਰਦੇ ਹੋ ਤਾਂ ਸਿੱਧਾ ਉੱਪਰ ਕਰ ਲੈਂਦੇ ਨੇ ਉਹ ਸ਼ਾਰਟਕਟ ਕਰ ਲੈਂਦੇ ਆ ਜਿੱਦਾਂ ਇਹਦੇ ਲਿਖਿਆ ਦੈਟਸ ਰਾਈਟ ਸ਼ਾਰਟਕਟ ਕਰ ਲੈਂਦੇ ਆ ਇਸ ਤਰ੍ਹਾਂ ਹਨਾ ਤੇ ਉਹਨਾਂ ਦਾ ਤਜਰਬਾ ਹੁੰਦਾ ਨਾ ਬਿਲਕੁਲ ਹਾਂਜੀ ਸੋ ਇੱਥੋਂ ਵੀ ਕਰ ਸਕਦੇ ਆ ਪਰ ਆਮ ਜੇ ਕਰ ਰਹੇ ਹੋ ਤਾਂ ਤੁਸੀਂ ਐਗਜ਼ੈਕਟਲੀ ਤੁਹਾਨੂੰ ਪਤਾ 1 ਇੰਚ ਇੱਥੋਂ ਗੂਠੇ ਤੋਂ ਥੱਲੇ ਹਾਂਜੀ ਤੇ ਬਾਹਰਲੇ ਪਾਸੇ ਤੇ ਇੱਥੋਂ ਤੁਹਾਨੂੰ ਐਗਜ਼ੈਕਟਲੀ ਮਿਲ ਜਾਏਗਾ ਥੱਲੇ ਹੱਥ ਦੂਜੀ ਸਾਈਡ ਤੇ ਲੈ ਕੇ ਦੂਜੀ ਸਾਈਡ ਤੇ ਇਦਾਂ ਫੜਨਾ ਤੁਸੀਂ ਹਾਂਜੀ ਬਹੁਤ ਅੱਛੇ ਜਿਹੜਾ ਥੋੜਾ ਬਹੁਤਾ ਕਦੇ ਫਰਕ ਹੋਵੇ ਬਹੁਤਾ ਪੈਨਿਕ ਨਹੀਂ ਕਰਨਾ ਜ਼ਰੂਰੀ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਲੋ ਹੋਣਾ ਥੋੜਾ ਖਰਾਬ ਹੈਗਾ ਭਾਜੀ ਜੇ ਉੱਪਰ ਜਿਹੜਾ ਹਾਈ ਜੇ ਤੁਸੀਂ ਆਪਣਾ ਕਰਦੇ ਆ ਫਿਰ ਤੁਸੀਂ ਬੇਸ਼ੱਕ ਇਸ ਤਰ੍ਹਾਂ ਕਰ ਲਓ ਹਾਂਜੀ
ਕਿਉਂਕਿ ਇਧਰੋਂ ਫਿਰ ਮੁਸ਼ਕਿਲ ਹੋ ਜਾਂਦਾ ਕਰਨ। ਜੇ ਸਿੱਧਾ ਵੀ ਕਰਕੇ ਦੇਖ ਲਓ, ਜੇ ਤੁਸੀਂ ਆਪਣਾ ਵੀ ਮੈਜਰ ਕਰਨਾ ਫਿਰ ਤੁਸੀਂ ਇਦਾਂ ਕਰ ਸਕਦੇ ਹੋ। ਠੀਕ ਹੈ। ਜੇ ਤੁਸੀਂ ਦੂਰ ਸਿਰੇ ਦਾ ਕਰਦੇ ਹੋ ਨਾ ਫਿਰ ਤੁਹਾਨੂੰ ਇਧਰੋਂ ਫੜਨਾ ਚਾਹੀਦਾ ਇਸ ਤਰ੍ਹਾਂ। ਠੀਕ ਹੈ ਪਰ ਜੀ ਜਦੋਂ ਬੰਦਾ, ਤੁਹਾਨੂੰ ਪਤਾ ਹੈ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਬਲੱਡ ਪ੍ਰੈਸ਼ਰ ਵਗੈਰਾ ਜੋ ਤੁਸੀਂ ਟੈਸਟ ਕਰਦੇ ਹੋ, ਇਹ ਬੜਾ ਮੈਨੂੰ ਚੀਜ਼ ਦਾ ਐਕਸਪੀਰੀਅੰਸ ਹੈ। ਲੋਕੀ ਗੱਲਬਾਤ ਕਰਦੇ ਆ, ਪਹਿਲਾਂ ਤੁਸੀਂ ਵੀ ਬੜਾ ਸ਼ੁਰੂਆਤ 'ਚ ਗੱਲ ਕੀਤੀ ਸੀਗੀ, ਤੁਸੀਂ ਡਾਕਟਰ ਦੇ ਜਾਂਦੇ ਹੋ, ਲੇਟ ਹੋ ਜਾਂਦੇ ਹੋ, ਕਾਰ ਫਾਸਟ ਚਲਾਉਂਦੇ ਹੋ, ਤੁਹਾਡੇ ਰਸਤੇ 'ਚ ਝਗੜਾ ਹੋ ਗਿਆ ਕਿਸੇ ਨਾਲ, ਤੁਹਾਡਾ ਬਲੱਡ ਪ੍ਰੈਸ਼ਰ ਉਹਦੇ ਚੜ ਗਿਆ ਗੁੱਸੇ ਦੇ ਵਿੱਚ, ਤੁਹਾਡੀ ਸਿੱਧੀ ਟਰਨ ਆ ਗਈ, ਉਹ ਜਿਹੜੀ ਤੁਹਾਡੀ ਰੀਡਿੰਗ ਉਹ ਕਰੈਕਟ ਥੋੜ੍ਹਾ ਹੋਏਗੀ। ਨਹੀਂ, ਕਰੈਕਟ ਨਹੀਂ ਹੋਏਗੀ ਡੈਫੀਨੇਟਲੀ। ਤੇ ਇਦਾਂ ਬਹੁਤ ਵਾਰੀ ਹੁੰਦਾ ਹੈ ਲੋਕਾਂ ਨਾਲ। ਤੇ ਉਹ ਜਦੋਂ ਜੀਪੀ ਉਹਨਾਂ ਚੈੱਕ ਕਰਦੇ, ਉਹ ਕਹਿੰਦੇ ਤੈਨੂੰ ਤਾਂ ਬਲੱਡ ਪ੍ਰੈਸ਼ਰ ਹੈ, ਤੈਨੂੰ ਗੋਲੀ ਤੇ ਲਿਆਉਣਾ ਪੈਣਾ, ਸਿੱਧੇ ਗੋਲੀ ਤੇ ਲਾ। ਹਾਂ, ਦੈਟਸ ਰਾਈਟ। ਤੇ ਉਹ ਬਲੱਡ ਪ੍ਰੈਸ਼ਰ ਤੇ ਲੱਗ ਜਾਂਦੇ ਗੋਲੀਆਂ ਤੇ ਉਹ ਫਿਰ ਇੱਦਾਂ ਉਹਨੂੰ ਸਲਾਹ ਕਰੀਦੀ ਹੈ ਵੀ ਤੁਸੀਂ ਇੱਦਾਂ ਮਸ਼ੀਨ ਘਰ ਲੈ ਲਓ ਤੇ ਆਪਣੇ ਆਪ ਤੋਂ ਜਦ ਤੁਸੀਂ ਰਿਲੈਕਸ ਹੋ ਕੇ ਬੈਠੇ ਹੁੰਦੇ ਉਦੋਂ ਚੈੱਕ ਕਰਿਆ ਕਰੋ, ਤਾਂ ਆਪਣੀ ਰੀਡਿੰਗ ਲਿਖੀ ਜਾਇਆ ਕਰੋ। ਹਾਂਜੀ, ਕਰਕੇ ਜੀਪੀ ਮੰਨਦੇ ਨਹੀਂ ਗੇ, ਉਹ ਕਹਿੰਦੇ ਨਹੀਂ ਤੂੰ ਜਦੋਂ ਵੀ ਆਉਣਾ ਤੇਰਾ ਇੰਨਾ ਹੁੰਦਾ ਬਲੱਡ ਪ੍ਰੈਸ਼ਰ, ਤੈਨੂੰ ਗੋਲੀ ਖਾਣੀ ਪੈਣੀ ਆ। ਇਹ ਐਡਵਾਈਸ ਮੈਂ ਦਿੰਦਾ ਜਿਹੜੇ ਬੰਦੇ ਨਾ, ਮੈਂ ਨਾਮ ਨਹੀਂ ਲਵਾਂਗਾ, ਉਹਨਾਂ ਨੂੰ ਪਤਾ ਲੱਗ ਜਾਣਾ ਮੈਂ ਕਿਹਦੀ ਗੱਲ ਕਰਦਾ, ਜਿਹੜੇ ਲੇਟ ਆਉਂਦੇ ਨੇ ਵਿੱਚ 5-10 ਮਿੰਟ। ਭਾਜੀ ਕਈ ਦੀ ਆਦਤ ਹੁੰਦੀ ਹੈ ਨਾ ਦੌੜ ਕੇ ਜਾਣਾ, ਮੈਂ ਲੇਟ ਹੋ ਗਿਆ, ਮੈਂ ਜਿਹਨੂੰ 10-15 ਮਿੰਟ ਪਹਿਲਾਂ ਆਵੋ, ਸੈਟਲ ਹੋਵੋ, ਤੁਹਾਡਾ ਬਲੱਡ ਥੱਲੇ ਚਲਾ ਜਾਵੇ, ਪ੍ਰੋਪਰ ਰੂਟੀਨ ਆ ਜਾਵੇ, ਉਹਦੀ ਹਾਰਟ ਬੀਟ ਠੀਕ ਹੋ ਜਾਵੇ, ਉਹਨੂੰ ਤੁਸੀਂ ਟੈਸਟ ਕਰਾਓ। ਦੈਟਸ ਰਾਈਟ। ਸੋ ਕਈ ਵਾਰੀ ਸਾਡੇ ਕੋਲ ਪੇਸ਼ੈਂਟ ਆਉਂਦੇ ਇੱਦਾਂ ਬਲੱਡ ਪ੍ਰੈਸ਼ਰ ਦੇ, ਤੇ ਅਸੀਂ ਜਦੋਂ ਉਹਨਾਂ ਦੇ ਰੀਡਿੰਗ ਲਈਦਾ ਸਹੀ ਹੁੰਦਾ ਹੈ ਤੇ ਉਹ ਕਹਿੰਦੇ ਪਰ ਜੇ ਜੀਪੀ ਦੇ ਚਾਹੀਦਾ ਤਾਂ ਹਾਈ ਹੁੰਦਾ, ਉਹ ਕਹਿੰਦਾ ਨਹੀਂ ਤੇਰੀ ਗੋਲੀ ਨਹੀਂ ਇਹ ਬੰਦ ਕਰਨੀ ਹੈਗੀ, ਸੀ ਸਮਝ ਕੇ ਹੋਰ ਲਾ ਦਿੰਦੇ ਗੋਲੀ। ਹਾਂਜੀ, ਤੇ ਫਿਰ ਅਸੀਂ ਇਹੀ ਸਲਾਹ ਦੇਈਦੀ ਵੀ ਤੁਸੀਂ ਆਪਣੇ ਘਰ ਹੈ ਨਾ ਮੈਜਰ ਕਰਿਆ ਕਰੋ, ਜਦ ਤੁਸੀਂ ਰਿਲੈਕਸ ਹੁੰਦੇ ਉਹ ਰੀਡਿੰਗਸ ਲੈ ਕੇ ਫਿਰ ਜਾ ਕੇ ਜੀਪੀ ਨੂੰ ਦਿਖਾ ਲਿਆ ਕਰੋ। ਦੇਖੋ ਬਹੁਤ ਇੰਪੋਰਟੈਂਟ ਗੱਲਾਂ ਨੇ, ਪਲੀਜ਼ ਇਹਨਾਂ ਤੇ ਖਿਆਲ ਰੱਖਿਆ ਕਰੋ। ਸਾਰੀ ਉਮਰ ਕਿਸੇ ਗੋਲੀਆਂ ਤੇ ਪੈ ਜਾਣਾ ਉਹ ਵੀ ਸਹੀ ਨਹੀਂ ਹੁੰਦਾ, ਹਾਲਾਂਕਿ ਬੇਸ਼ੱਕ ਤੁਹਾਨੂੰ ਲੋੜ ਨਹੀਂ ਹੈਗੀ ਉਹਦੀ, ਕਿਉਂਕਿ ਤੁਸੀਂ ਗਲਤ ਤਰੀਕੇ ਨਾਲ ਟੈਸਟ ਕਰਾਇਆ। ਬਿਕੋਜ਼ ਤੁਸੀਂ ਜਦੋਂ ਗਏ ਤੁਹਾਡਾ ਸਾਰਾ ਕੁਝ ਪਹਿਲਾਂ ਗੁੱਸਾ ਚਲਿਆ, ਬਲੱਡ ਪ੍ਰੈਸ਼ਰ ਹਾਈ ਸੀਗਾ, ਤੁਸੀਂ ਗੋਲੀਆਂ ਤੇ ਲੱਗ ਗਏ। ਡਾਕਟਰ ਜੀ ਹੁਣ ਦੱਸੋ ਇੱਕ ਹੋਰ, ਇਹਦੇ 'ਚ ਇੱਕ ਬੈਠ ਕੇ ਲੈਣਾ ਖੜ ਕੇ ਲੈਣਾ ਕੋਈ ਫਰਕ ਪੈਂਦਾ? ਇਹ ਬੈਸਟ ਤਾਂ ਇਹੀ ਹੈ ਜਦ ਤੁਸੀਂ ਬਲੱਡ ਪ੍ਰੈਸ਼ਰ ਮੈਜਰ ਕਰਨਾ ਹੈ ਜਾਂ ਹਾਰਟ ਰੇਟ, ਤਾਂ ਤੁਸੀਂ ਚੇਅਰ ਤੇ ਬੈਠ ਕੇ ਹਾਂਜੀ ਬੈਠ ਕੇ ਲਓ, ਬੈਸਟ ਇਹੀ ਆ। ਤੇ ਤੁਹਾਡੇ ਜਿਹੜੀ ਆਰਮ ਆ ਐਸ ਤੁਹਾਡੇ ਹਾਰਟ ਦੇ ਲੈਵਲ ਤੇ ਐਸ ਲੈਵਲ ਤੇ ਹੋਣੀ ਚਾਹੀਦੀ ਆ। ਹਾਂਜੀ, ਨਾ ਕਿ ਇੱਥੇ ਥੱਲੇ ਹੋਣੀ ਚਾਹੀਦੀ, ਨਾ ਉੱਤੇ ਹੋਣੀ ਚਾਹੀਦੀ ਆ ਬਾਂਹ, ਹੈ ਨਾ ਸਿੱਧੀ ਸਿੱਧੀ। ਹਾਂਜੀ, ਜੇ ਤਾਂ ਟੇਬਲ ਇੱਥੇ ਹੁੰਦਾ ਟੇਬਲ ਦੇ ਉੱਤੇ ਇੱਦਾਂ ਰੱਖ ਲੈਣੀ, ਹੈ ਨਾ। ਹਾਂ। ਪਰ ਡਾਕਟਰ ਜਦੋਂ ਕਈ ਤੁਸੀਂ ਬੈੱਡ ਪੇ ਬਿਮਾਰ ਹੈਗੇ ਜਾਂ ਹਸਪੀਟਲ 'ਚ, ਉੱਥੇ ਬੈੱਡ ਪੇ ਦੇ ਲੈ ਲੈਂਦੇ ਨੇ, ਉਹ ਤਾਂ ਫਿਰ ਕਰਨਾ ਪੈਂਦਾ ਨਾ। ਹਾਂਜੀ, ਪਰ ਜੇ ਲੰਮੇ ਪਏ ਉਹਦਾ ਵੀ ਲੈਵਲ ਹੁੰਦਾ ਨਾ, ਤੁਹਾਡੇ ਹਾਰਟ ਦੇ ਲੈਵਲ ਹੁੰਦਾ ਹੈ। ਜੀ ਦੈਟਸ ਰਾਈਟ। ਕਿ ਤੁਸੀਂ ਦੱਸਿਆ ਕਿ ਜਦੋਂ ਚੈੱਕ ਕਰਨ ਵਾਲੇ ਬਲੱਡ ਪ੍ਰੈਸ਼ਰ ਦੇ ਜਿਹੜੇ ਹੈਗੇ ਦੇ ਨੋ ਵੈਰੀ ਐਕਸਪੈਂਸਿਵ। ਹਾਂਜੀ, ਤੇ ਉਹ ਤੁਸੀਂ ਲੈ ਕੇ ਘਰ ਰੱਖੋ, ਥਰਮਾਮੀਟਰ ਵਗੈਰਾ ਹੋਵੇ ਆਪਣਾ। ਲੇਕਿਨ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਪਲੀਜ਼ ਜਦੋਂ ਤੁਸੀਂ ਨਾ ਇੱਦਾਂ ਨਾ ਹੋਵੇ ਕਿ ਮੈਂ ਇਹ ਰੋਜ਼ ਹੀ ਚੈੱਕ ਕਰਨਾ, ਮੈਂ ਇੱਕ ਦਿਨ ਛੱਡ ਕੇ ਕਰਨਾ, ਵੀਕ 'ਚ ਇੱਕ ਦੋ ਦਫਾ ਕਰੋ, ਪਰ ਉਹਦੇ ਤੇ ਦਿਮਾਗ 'ਚ ਬੋਝ ਨਹੀਂ ਪਾਉਣਾ ਚਾਹੀਦਾ ਕਿ ਮੈਂ ਕਰਨਾ। ਦੈਟਸ ਰਾਈਟ, ਵੈਰੀ ਗੁੱਡ ਪੁਆਇੰਟ ਹੈ ਤੁਹਾਡਾ ਭਾਜੀ। ਕਈ ਲੋਕੀ ਥੋੜੇ ਐਂਕਸ਼ੀਅਸ ਹੋ ਜਾਂਦੇ ਆ, ਉਹ ਵਾਰ-ਵਾਰ ਚੈੱਕ ਕਰੀ ਜਾਂਦੇ ਬਲੱਡ, ਦਿਮਾਗ 'ਚ ਉਹਦੇ ਉਹੀ ਰਹਿੰਦਾ। ਹਾਂ, ਐਂਗਜ਼ਾਇਟੀ ਰਹਿੰਦੀ ਉਹਨਾਂ ਨੂੰ, ਉਹ ਐਂਗਜ਼ਾਇਟੀ ਨੇ ਸਮਝ ਕੇ ਬਲੱਡ ਪ੍ਰੈਸ਼ਰ ਅਪ ਹੋ ਜਾਂਦਾ। ਬਿਲਕੁਲ। ਸੋ ਇਦਾਂ ਦੀ ਹੈਬਿਟ ਨਾ ਪਾਇਓ ਕਦੇ ਵੀ ਵਾਰ-ਵਾਰ ਐਵੇਂ ਚੈੱਕ ਕਰੀ ਜਾਓ ਬਲੱਡ ਪ੍ਰੈਸ਼ਰ। ਭਾਜੀ ਵੱਡੀ ਗੱਲ ਤੇ ਬਹੁਤ ਇੰਪੋਰਟੈਂਟ ਗੱਲ ਹੈ, ਜਦੋਂ ਤੁਹਾਡਾ ਜਿਸਮ ਹੀ ਤੁਹਾਨੂੰ ਦੱਸ ਦਿੰਦਾ ਹੈ ਉਦੋਂ ਜ਼ਿਆਦਾ ਲੋੜ ਹੁੰਦੀ ਹੈ, ਉਦੋਂ ਤੁਸੀਂ ਚੈੱਕ ਕਰੋ ਕਿ ਮੈਨੂੰ ਲੱਗਦਾ ਕਿ ਮੈਨੂੰ ਥੋੜਾ ਫਰਕ ਹੈਗਾ, ਮੈਂ ਚੈੱਕ ਕਰ ਲਵਾਂ। ਦੈਟਸ ਰਾਈਟ। ਜਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਂਦਾ ਵੀ ਸਮਥਿੰਗ ਨੋਟ ਰਾਈਟ, ਉਦੋਂ ਤੁਸੀਂ ਆਪਣਾ ਟੈਂਪਰੇਚਰ ਚੈੱਕ ਕਰ ਸਕਦੇ ਆ, ਹਾਰਟ ਰੇਟ ਚੈੱਕ ਕਰ ਸਕਦੇ ਆ, ਬਲੱਡ ਪ੍ਰੈਸ਼ਰ ਚੈੱਕ ਕਰ ਸਕਦੇ ਆ। ਉੱਦਾਂ ਜੇ ਤੁਸੀਂ ਫਿਟ ਫੀਲ ਕਰਦੇ ਕੋਈ ਲੋੜ ਨਹੀਂ ਹੈਗੀ ਕਿਤੇ 6 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਕਿਤੇ ਚੈੱਕ ਕਰ ਲਿਆ, ਜਸਟ ਵੀ ਔਨ ਦਾ ਸੇਫ ਸਾਈਡ। ਕਿਉਂਕਿ ਇਹਨੂੰ ਸਾਇਲੈਂਟ ਡਿਜ਼ੀਜ਼ ਵੀ ਕਹਿੰਦੇ ਹਨ, ਸਾਇਲੈਂਟ ਡਿਜ਼ੀਜ਼। ਹਾਂ, ਕਿਉਂਕਿ ਕਈ ਵਾਰੀ ਪਤਾ ਨਹੀਂ ਲੱਗਦਾ ਲੋਕਾਂ ਨੂੰ ਵੀ ਸਾਨੂੰ ਬਲੱਡ ਪ੍ਰੈਸ਼ਰ ਹੈਗਾ ਆ, ਕੋਈ ਉਹਦੇ ਖਾਸ ਸਿੰਪਟਮ ਤੇ ਸਾਈਨ ਨਹੀਂ ਆਉਂਦੇ ਹੈਗੇ ਲੋਕਾਂ ਨੂੰ, ਉਹ ਗਿੱਝ ਜਾਂਦੇ ਹਨ ਵੀ ਥੋੜਾ ਜਿਹਾ ਜਿਹਦਾ ਬਲੱਡ ਪ੍ਰੈਸ਼ਰ ਰਹਿੰਦਾ ਹਾਈ ਹੈ ਨਾ, ਉਹ ਗਿੱਝ ਜਾਂਦਾ, ਉਹਨੇ ਤੇ ਯੂਜ਼ ਟੂ ਹੋ ਜਾਂਦਾ ਹੈ। ਹਾਂਜੀ, ਸੋ ਉਹਨੂੰ ਪਤਾ ਨਹੀਂ ਲੱਗਦਾ ਹੈਗਾ। ਤੇ ਸੋ ਇਸ ਕਰਕੇ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਐਵਰੀ 3 ਮੰਥਸ ਐਵਰੀ 6 ਮੰਥਸ ਇੱਕ ਵਾਰੀ ਜ਼ਰੂਰ ਚੈੱਕ ਕਰਾ ਲਿਆ ਕਰੋ, ਜਾਂ ਆਪ ਚੈੱਕ ਕਰ ਲਿਆ ਕਰੋ ਬਲੱਡ ਪ੍ਰੈਸ਼ਰ ਕਿੰਨਾ। ਭਾਜੀ ਤੁਹਾਡੇ ਲਾਈਫ ਸਟਾਈਲ ਦਾ ਵੀ ਤੇ ਨਾਲ ਫਰਕ ਪੈਂਦਾ। ਮੇਰਾ ਲਾਈਫ ਸਟਾਈਲ ਦਾ ਮੇਰਾ ਕਹਿਣ ਦਾ ਮਤਲਬ, ਇੱਕ ਕਈਆਂ ਦੀ ਆਦਤ ਹੁੰਦੀ ਹੈ, ਜਿੱਦਾਂ ਮੈਂ ਹੁਣ ਕਿਹਾ ਲੋਕ ਹਮੇਸ਼ਾ ਲੇਟ ਹੁੰਦੇ ਨੇ, ਹਮੇਸ਼ਾ ਲੇਟ, ਦੇ ਆਲਵੇਜ਼ ਇਨ ਅ ਪੈਨਿਕ, ਲੇਟ ਨਿਕਲਣਾ, ਫਾਸਟ ਚਲਾਣੀ ਕਾਰ, ਜਗ੍ਹਾ ਪਹੁੰਚਣਾ, ਫਿਰ ਦੌੜ ਕੇ ਪੌੜੀਆਂ ਚੜ੍ਹਨੀਆਂ, ਆਲਵੇਜ਼ ਇਨ ਅ ਰਸ਼। ਤੁਸੀਂ ਜੇ ਰਿਲੈਕਸ ਆਪਣਾ ਉਹੀ ਕੰਮ ਤੁਸੀਂ ਉਹਨੂੰ ਹੋਰ ਤਰੀਕੇ ਨਾਲ ਕਰੋ ਤੇ ਉਹਦੇ ਨਾਲ ਵੀ ਤਾਂ ਫਰਕ ਪੈਂਦਾ ਹੀ ਹੈ, ਉਹ ਚੀਜ਼ ਦਾ ਪੈਂਦਾ ਹੀ ਹੈ। ਸਮਝ ਕੇ ਤੁਸੀਂ ਰਿਲੈਕਸ ਹੋ ਕੇ ਕੰਮ ਕਰੋ, ਵਧੀਆ ਕਰੋਗੇ। ਹਾਂਜੀ, ਜੇ ਤੁਸੀਂ ਪੈਨਿਕ ਹੋ ਕੇ ਕਰਦੇ ਆ, ਉਹ ਸਮਝ ਤੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ, ਮੇਕਸ ਅ ਡਿਫਰੈਂਸ। ਡਾਕਟਰ ਸਾਹਿਬ ਹੁਣ ਬਾਕੀ ਮੈਂ ਪ੍ਰੋਗਰਾਮ ਦੇਖਦਾ ਸੀਗਾ, ਕੋਈ ਇਸ਼ੂ ਚੱਲ ਤੇ A&E ਦੇ ਉੱਪਰ ਬਹੁਤ ਐਕਸੈਸਿਵ ਲੋਡ ਪੈ ਜਾਂਦਾ, ਹੁਣ ਤੇ ਬਿਮਾਰੀ ਕਰਕੇ ਵੀ ਪਿਆ ਹੋਇਆ।
ਲੇਕਿਨ ਯੂ نو ਜਦੋਂ ਤੁਸੀਂ ਪਹਿਲਾਂ ਤਾਂ ਤੁਸੀਂ ਆਪਣੇ ਜਿਹੜੇ 11 ਹੈਗਾ ਉਹਨੂੰ ਰਿੰਗ ਕਰੋ ਜਾਂ ਤੁਸੀਂ ਆਪਣੇ ਜੀਪੀ ਨੂੰ ਰਿੰਗ ਕਰੋ ਆਲਵੇਜ਼ ਡੂ ਨਾਟ ਰਸ਼ ਡਾਊਨ ਟੂ A&E ਬਿਕਾਜ਼ ਤੁਸੀਂ ਲੋਕਾਂ ਦਾ ਸੋਚੋ ਜਿਨ੍ਹਾਂ ਨੂੰ ਬਹੁਤ ਲੋੜ ਹੈਗੀ ਨਾ ਦੇ ਆਰ ਦਾ ਵਨ ਹੂ ਨੀਡ ਦੈਟ ਟੂ ਗੈਟ देयर ਕੁਇਕਲੀ ਉਹ ਲਾਈਫ ਸੇਵਿੰਗ ਹੁੰਦਾ ਹੈ ਕ੍ਰਿਟੀਕਲ ਕੰਡੀਸ਼ਨ ਹੁੰਦੀ ਹੈ ਉਹ ਉਹਨਾਂ ਲਈ ਬਣੀ ਗਈ ਹੈ ਪਰ ਅਸੀਂ ਥੋੜਾ ਬਹੁਤੀ ਜੇ ਛਿੱਕ ਆ ਜਾਏ ਕੋਈ ਏਦਾਂ ਹੋ ਜਾਏ ਬੰਦਾ ਨੀਂਦਾ ਨਹੀਂ ਆਇਆ ਫਟਾਫਟ ਅਸੀਂ ਇਹ ਦੌੜ ਜਾਂਦੇ ਆ ਤੁਸੀਂ ਦੇਖੋ ਇਸੇ ਕਰਕੇ 4-4 ਘੰਟੇ ਲੱਗਦੇ ਨੇ ਕੀ ਉਹਦੇ ਵਿੱਚ ਦੈਟਸ ਰਾਈਟ ਭਾਜੀ ਉਹਦਾ ਨਾਂ ਹੀ ਰੱਖਿਆ ਐਕਸੀਡੈਂਟ ਐਂਡ ਇਮਰਜੈਂਸੀ ਡਿਪਾਰਟਮੈਂਟ ਹਾਂਜੀ ਜਾਂ ਉਹ ਤੇ ਅਸੀਂ ਕਿੱਥੇ ਪੜ੍ਹਦੇ ਆ ਹਾਂ ਉੱਥੇ ਜਾ ਕੇ ਬਹਿ ਜਾਈਦਾ ਤੇ ਦੈਟਸ ਰਾਈਟ ਸੋ ਇਹ ਐਕਸੀਡੈਂਟ ਕੋਈ ਹੋ ਜਾਵੇ ਜ਼ਬਰਦਸਤ ਜਾਂ ਕੋਈ ਇਮਰਜੈਂਸੀ ਹੋ ਜਾਵੇ ਤਾਂ ਜਾਣਾ ਹੈ ਮਾਮੂਲੀ ਜਿਹੀਆਂ ਗੱਲਾਂ ਨਹੀਂ ਉੱਥੇ ਜਾਣਾ ਚਾਹੀਦਾ ਹੈਗਾ ਤੇ ਕਿਉਂਕਿ ਉੱਥੇ ਇੰਨਾ ਹੁਣ ਦੇਖੋ ਰਸ਼ ਪਿਆ ਰਹਿੰਦਾ ਹੈ ਤੁਹਾਨੂੰ ਕਿੰਨੇ ਘੰਟੇ ਲੱਗ ਜਾਂਦੇ ਆ ਹਾਂਜੀ ਤੇ ਜੇ ਜੈਨੂਇਨ ਇਮਰਜੈਂਸੀ ਹੈਗੀ ਫਿਰ ਤੁਸੀਂ ਜ਼ਰੂਰ ਜਾਓ ਪਰ ਜੀ ਦੁਨੀਆ 'ਚ ਹਮੇਸ਼ਾ ਨਾ ਸੈਲਫਿਸ਼ ਨਾ ਹੋਵੋ ਆਲਵੇਜ਼ ਦੂਜਿਆਂ ਦਾ ਸੋਚੋ ਜਿਨ੍ਹਾਂ ਨੂੰ ਵਾਕਈ ਲੋੜ ਹੈਗੀ ਹੈ ਜਦੋਂ ਕਿ ਐਂਬੂਲੈਂਸ ਨੂੰ ਪਿਕ ਕਰਕੇ ਲੈ ਕੇ ਜਾਂਦੀ ਹੈ ਸਾਇਰਨ ਕਰਕੇ ਆਪਣਾ ਟ੍ਰੈਫਿਕ ਨੂੰ ਬੀਟ ਕਰਕੇ ਕਿਉਂਕਿ ਉਹਨੂੰ ਟਾਈਮ ਸਿਰ ਦੇ ਕਾਊਂਟਿੰਗ ਐਵਰੀ ਸੈਕਿੰਡ ਉਹਨੂੰ ਬਚਾਉਣ ਲਈ ਦੈਟਸ ਰਾਈਟ ਜਾਂ ਜੇ ਤੁਸੀਂ ਐਵੇਂ ਸੱਦ ਲੈਂਦੀ ਉਹਨਾਂ ਨੂੰ ਐਂਬੂਲੈਂਸ ਵਾਲਿਆਂ ਨੂੰ ਕੋਈ ਮਾਮੂਲੀ ਜਿਹੀ ਗੱਲ ਤੋਂ ਤੇ ਉਧਰ ਕੋਈ ਹੋ ਰਿਹਾ ਜਿਹੜਾ ਵਿਚਾਰਾ ਉਹਨੂੰ ਇਮਰਜੈਂਸੀ ਟ੍ਰੀਟਮੈਂਟ ਚਾਹੀਦੀ ਹੈ ਉਹ ਵਿਚਾਰਾ ਉਹਦੀ ਮੌਤ ਹੋ ਸਕਦੀ ਹੈ ਹਨਾ ਕਰਕੇ ਉਹਨੂੰ ਡਾਇਵਰਟ ਕਰ ਲਈ ਐਂਬੂਲੈਂਸ ਡਾਕਟਰ ਸਾਹਿਬ ਸਿੱਧੀ ਗੱਲ ਹੈ ਅਗਰ ਤੁਸੀਂ 4 ਘੰਟੇ ਬੈਠ ਕੇ ਵੇਟ ਕਰ ਸਕਦੇ ਹੋ ਇਹਦਾ ਮਤਲਬ ਫਿਰ ਪ੍ਰੋਬਲਮ ਨਹੀਂ ਹੈ ਤੁਹਾਨੂੰ ਇੰਨਾ ਸੀਰੀਅਸ ਨਹੀਂ ਹੈਗਾ ਇਹਦਾ ਮਤਲਬ ਇਹ ਕਿਉਂਕਿ ਜਿਹੜੇ ਫਿਰ ਉੱਥੇ ਸੀਰੀਅਸ ਹੁੰਦੇ ਵੀ ਉਹਨਾਂ ਨੂੰ ਇੱਕਦਮ ਅੰਦਰ ਲੈ ਜਾਂਦੇ ਹਨ ਐਬਸੋਲੂਟਲੀ ਇੱਕਦਮ ਪਤਾ ਲੱਗ ਜਾਂਦਾ ਕਿ ਇਹਨੂੰ ਬਿਠਾ ਦਿਓ ਜਾਇਦਾ ਆਪਾਂ ਪਹਿਲਾਂ ਕਾਲ ਲੈਂਦੇ ਫਿਰ ਗੱਲ ਕਰਦੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਕੌਣ ਬੋਲਦੇ ਹੋ ਆਪਣਾ ਨਾਮ ਦੱਸਣਾ ਚਾਹੋਗੇ ਹਾਂ ਸ਼ੀਲਾ ਥੈਂਕ ਯੂ ਜੀ ਹਾਂਜੀ ਬਹੁਤ ਅੱਛਾ ਲੱਗਿਆ ਤੁਸੀਂ ਕਾਲ ਕੀਤਾ ਹੁਣ ਜਿਹੜਾ ਤੁਸੀਂ ਗੱਲ ਕਰੋਗੇ ਡਾਕਟਰ ਜੀ ਤੁਹਾਨੂੰ ਜਵਾਬ ਦੇਣਗੇ ਹਾਂਜੀ ਬੋਲੋ ਜੀ ਹਾਂਜੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਨੂੰ ਲੱਗਦਾ ਤੁਹਾਡੇ ਪਿੱਛੇ ਆਵਾਜ਼ ਆ ਰਹੀ ਜਾਂ ਰੇਡੀਓ ਜਾਂ ਟੀਵੀ ਬੰਦ ਕਰੋ ਪਲੀਜ਼ ਉਹ ਬੜੀ ਡਿਸਟਰਬ ਹਾਂ ਪਲੀਜ਼ ਹਾਂਜੀ ਜਦੋਂ ਵੀ ਕਾਲ ਕਰਦੇ ਹੋ ਪਲੀਜ਼ ਇਕੱਲੇ ਰੂਮ 'ਚ ਬੈਠ ਕੇ ਕਾਲ ਕਰੇ ਕਰੋ ਟੀਵੀ ਦੇ ਕੋਲ ਨਾ ਹੋ ਹਾਂਜੀ ਅੱਛਾ ਠੀਕ ਹੈ ਦੱਸੋ ਜੀ ਹਾਂਜੀ ਹਾਂਜੀ ਭਾਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੁੱਛੋ ਜੀ ਕੀ ਪੁੱਛਣਾ ਹਾਂਜੀ ਇਹ ਕਿ ਮੇਰੀ ਸਾਰੀਆਂ ਹੱਡੀਆਂ ਦੁਖਦੀਆਂ ਨੇ ਔਰ ਪੈਰ ਦੇ ਉੱਤੇ ਜਿਹੜੀ ਹੱਡੀ ਬਣੀ ਹੁੰਦੀ ਉਹ ਤੇ ਇੰਨੀ ਦੁਖਦੀ ਹੈ ਨਾ ਮੈਂ ਤੁਰ ਸਕਦੀ ਹਾਂ ਨਾ ਕੁਝ ਬਹੁਤ ਜ਼ਿਆਦਾ ਡਰ ਐਸਾ ਬੈਠੀ ਹਾਂ ਤਾਂ ਵੀ ਕਰਦਾ ਹੈ ਹਾਂ ਹਾਂਜੀ ਹਾਂਜੀ ਉਹ ਸਾਰੀਆਂ ਹੱਡੀਆਂ ਦਰਦ ਹੈਗੀ ਹੈ ਡਾਕਟਰ ਸਾਹਿਬ ਹੱਡੀਆਂ ਦੁਖਦੀਆਂ ਜੀ ਹਾਂਜੀ ਸਾਰੀਆਂ ਹੱਡੀਆਂ ਦੁਖਦੀਆਂ ਮੇਰੀਆਂ ਤੇ ਇੱਕ ਸੱਜਾ ਪੈਰ ਸੁੱਜਿਆ ਤੇ ਉਹ ਦਰਦ ਜਿਹੜੀ ਹੈਗੀ ਨਾ ਪੈਰਾਂ ਦੀ ਤੇ ਗੋਡੇ ਤੱਕ ਜਾਂਦੀ ਹੈ ਬਹੁਤ ਦਰਦ ਹੈ ਅੱਛਾ ਹੱਡੀਆਂ ਥੱਲੇ ਹਾਂ ਪੇਨ ਕਿਲਰ ਲੈ ਕੇ ਮੈਂ ਥੱਕ ਗਈ ਹਾਂ ਦੂਜਾ ਹੈ ਨਾ ਹੋਮੋਪੈਥਿਕ ਮੈਨੂੰ ਬਹੁਤ ਸੂਟ ਕਰਦੀ ਹੈ ਮੈਂ ਸ਼ੁਰੂ ਤੋਂ ਹੋਮੋਪੈਥਿਕ ਹੀ ਲੈਂਦੀ ਸਾਂ ਠੀਕ ਹੈ ਜੀ ਤੁਸੀਂ ਕੋਈ ਆਇਲ ਦੇ ਨਾਲ ਮਸਾਜ ਵੀ ਕਰ ਸਕਦੇ ਹੋ ਇਸ ਏਰੀਆ ਨੂੰ ਕੀਤਾ ਹਾਂਜੀ ਤੇ ਹੋਮਿਓਪੈਥੀ ਦਵਾਈ ਲੈ ਸਕਦੇ ਆ ਤੁਹਾਨੂੰ ਕੋਈ ਫਰਕ ਪਵੇਗਾ ਹਾਂਜੀ ਤੇ ਇਹ ਹੁਣ ਪੂਰੀ ਜਾਣਕਾਰੀ ਲੈ ਕੇ ਤੁਹਾਨੂੰ ਸਹੀ ਦਵਾਈ ਦੇ ਸਕਦੇ ਆ ਜੀ ਹਾਂਜੀ ਹਾਂ ਤੇ ਤੁਸੀਂ ਫੋਨ ਕਰ ਲਿਓ ਕਲੀਨਿਕ ਵਿੱਚ ਤੁਹਾਨੂੰ ਦੱਸਾਂਗੇ ਹਾਂਜੀ ਥੈਂਕ ਯੂ ਜੀ ਥੈਂਕ ਯੂ ਤੁਸੀਂ ਕਾਲ ਕੀਤਾ ਤੁਸੀਂ ਵਾਪਸ ਪਤਾ ਨਹੀਂ ਨੰਬਰ ਦਿੱਤਾ ਕਿ ਨਹੀਂ ਮੈਂ ਹੁਣੇ ਰਿਪੀਟ ਕਰਕੇ ਹਟਿਆ ਸੀ ਸ਼ੋਅ ਦੇ ਸਟਾਰਟ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਤੁਸੀਂ ਜਦੋਂ ਸਾਡੇ ਕਾਲ ਸੈਂਟਰ ਨੂੰ ਕਾਲ ਕਰਦੇ ਹੋ ਉਹਨਾਂ ਕੋਲ ਨੰਬਰ ਲਵੋ ਡਾਕਟਰ ਦਾ ਜੋ ਸਪੈਸ਼ਲ ਨੰਬਰ ਹੈਗਾ ਮੰਡੇ ਵੈਨਸਡੇ ਫਰਾਈਡੇ ਬਿਟਵੀਨ 10 ਐਂਡ 11 ਤੁਸੀਂ ਕਾਲ ਕਰਨਾ ਅਮੀਰ ਤੁਹਾਨੂੰ ਸੁਣਿਆ ਹੋਣਾ ਤੁਸੀਂ ਮੇਰੀ ਆਵਾਜ਼ ਸੁਣ ਉਹਨਾਂ ਕੋਲ ਨੰਬਰ ਲੈ ਕੇ ਡਾਕਟਰ ਨੂੰ ਮੰਡੇ ਵੈਨਸਡੇ ਫਰਾਈਡੇ ਬਿਟਵੀਨ 10 ਐਂਡ 11 ਕਰੋ ਔਰ ਡਾਕਟਰ ਜੀ ਕਹਿੰਦੇ ਹੋਮੋਪੈਥੀ ਦਵਾਈ ਹੈ ਕਿ ਉਹਦੇ ਨਾਲ ਸ਼ਾਇਦ ਤੁਹਾਨੂੰ ਫਰਕ ਪੈ ਸਕਦਾ ਤੇ ਆਲਵੇਜ਼ ਹਮੇਸ਼ਾ ਕੋਸ਼ਿਸ਼ ਹੁੰਦੀ ਕਰਨ ਦੀ ਤਾਂ ਐਟ ਲੀਸਟ ਇਟਸ ਗੁੱਡ ਨਿਊਜ਼ ਡਾਕਟਰ ਸਾਹਿਬ ਸੇਮ ਪ੍ਰੋਬਲਮ ਇੱਕ ਲੇਡੀ ਦੀ ਲਾਸਟ ਵੀਕ ਵੀ ਆਇਆ ਸੀ ਕਾਲ ਇੰਡੀਆ ਹਾਂਜੀ ਦੈਟਸ ਰਾਈਟ ਬੜੀ ਕਾਮਨ ਜੀ ਹੋ ਰਹੀ ਹੈ ਕਾਮਨ ਜੀ ਹੋ ਗਿਆ ਹਾਂਜੀ ਦੈਟਸ ਰਾਈਟ ਯਾਰ ਕੀ ਕਾਰਨ ਹੈ ਇਹਦਾ ਇਹ ਕਾਰਨ ਹੈ ਕਿ ਜੇ ਤਾਂ ਪੈਰ ਦੇ ਥੱਲਿਓਂ ਹੁੰਦੀ ਹੈ ਨਾ ਟਿਸ਼ੂ ਉਹਦੇ ਵਿੱਚ ਇਨਫਲੇਮੇਸ਼ਨ ਹੋ ਜਾਵੇ ਹਾਂਜੀ ਪਲਾਂਟਰ ਫੈਸ਼ੀਆਈਟਿਸ ਉਹਨੂੰ ਕਹਿੰਦੇ ਆ ਤਾਂ ਵੀ ਅੱਡੀਆਂ ਦੇ ਵਿੱਚ ਦਰਦ ਪੈਂਦਾ ਰਹਿੰਦਾ ਹੈ ਹਾਂਜੀ ਬਾਕੀ ਹੋ ਸਕਦਾ ਵੀ ਇਹਨਾਂ ਨੂੰ ਆਰਥਰਾਈਟਿਸ ਵੀ ਹੋ ਸਕਦੀ ਹੈ ਕੋਈ ਕਹਿੰਦੇ ਗੋਡੇ ਤੱਕ ਵੀ ਪੇਨ ਉੱਪਰ ਜਾਂਦੀ ਹੈ ਨਾ ਹਾਂਜੀ ਦੈਟਸ ਰਾਈਟ ਯਾ ਤੇ ਇੱਕ ਹੋਰ ਆਪਾਂ ਸਬਜੈਕਟ ਆਪਾਂ ਗੱਲ ਕਰਨੀ ਵੈਰੀਕੋਜ਼ ਵੇਨਸ ਦੀ ਤੇ ਉਹ ਵੀ ਪ੍ਰੋਬਲਮ ਹੋ ਸਕਦਾ ਹੈ ਸੋ ਹੁਣ ਤੁਸੀਂ ਇਸ ਵੇਲੇ ਦੱਸ ਨਹੀਂ ਸਕਦੇ ਹੈ ਐਗਜ਼ੈਕਟਲੀ ਕੀ ਪ੍ਰੋਬਲਮ ਹੈ ਉਹ ਤਾਂ ਪੂਰੀ ਇਨਫੋਰਮੇਸ਼ਨ ਲੈ ਕੇ ਮੈਂ ਹਮੇਸ਼ਾ ਕਹਿੰਦਾ ਡਾਕਟਰ ਜੀ ਨੇ ਕਾਫੀ ਸਵਾਲ ਪੁੱਛਦੇ ਹੁੰਦੇ ਬੜਾ ਲਾਈਫ ਸਟਾਈਲ ਵਗੈਰਾ ਤੁਹਾਡੀ ਫੈਮਿਲੀ ਵਗੈਰਾ ਤੇ ਉਹ ਪਤਾ ਕਰਕੇ ਡਾਇਗਨੋਸ ਕਰਦੇ ਉਹਦੇ ਨਾਲ ਫਿਰ ਤੁਹਾਨੂੰ ਦਵਾ ਦੇਣਗੇ ਤੇ ਡਾਕਟਰ ਸਾਹਿਬ ਆਪੇ ਕਾਲ ਹੋ ਲੈ ਲਈ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਥਿੰਕ ਕਾਲ ਡ੍ਰੌਪ ਹੋ ਗਿਆ ਪਲੀਜ਼ ਜਦੋਂ ਵੀ ਤੁਸੀਂ ਕਾਲ ਕਰਦੇ ਹੋ ਆਈ ਡੋਂਟ ਹੈਵ ਟੂ ਰਿਪੀਟ ਜਦੋਂ ਵੀ ਤੁਸੀਂ ਕਾਲ ਕਰਦੇ ਹੋ ਪਲੀਜ਼ ਆਪਣਾ ਰੇਡੀਓ ਜਾਂ ਟੀਵੀ ਬੰਦ ਕਰੋ ਉਸ ਰੂਮ 'ਚ ਨਾ ਗੱਲ ਕਰੋ ਕਿ ਬੜੀ ਡਿਸਟਰਬੈਂਸ ਆਉਂਦੀ ਹੈ ਫਿਰ ਉਮੀਦ ਰੱਖਦਾ ਕਿ ਤੁਸੀਂ ਵਾਪਸ ਕਾਲ ਕਰੋਗੇ
ਡਾਕਟਰ ਸਾਹਿਬ ਹੁਣ ਅਸੀਂ ਉਹਦੀ ਕਰਦੇ ਹਾਂ ਵੈਰੀਕਲ ਵੇਨਸ ਦੀ, ਹਾਂਜੀ ਹਾਂਜੀ ਇਹ ਵੀ ਇੱਕ ਬੜੀ ਕਾਮਨ ਚੀਜ਼ ਹੈਗੀ ਹੈ। ਹਾਂਜੀ ਦੈਟਸ ਰਾਈਟ ਵੈਰੀ ਪਹਿਲਾਂ ਮੈਨੂੰ ਪਤਾ ਕਿ ਕੀ ਹੁੰਦਾ, ਪਰ ਵਾਟ ਇਜ਼ ਇਟ, ਕਿਉਂ ਹੁੰਦਾ ਵਾ? ਹਾਂਜੀ ਸੋ ਵੈਰੀਕੋਜ਼ ਉਹ ਤੁਸੀਂ ਦੇਖ ਰਹੇ ਹੋ ਪਿਕਚਰ ਹੁਣ। ਹਾਂਜੀ ਦੈਟਸ ਰਾਈਟ, ਇਹ ਤੁਹਾਨੂੰ ਦਿਖਾਈ ਦਿੰਦੀ ਪਈ ਵੈਰੀਕੋਜ਼ ਵੇਨ ਕਿੱਦਾਂ ਦੀ ਹੁੰਦੀ ਆ। ਤੇ ਇਹ ਹੁੰਦੀ ਆ ਵੀ ਜਦੋਂ ਜਿਹੜੇ ਬਲੱਡ ਵੈਸਲਸ ਆ ਇੱਕ ਪਾਸੇ ਤਾਂ ਹੁੰਦੇ ਜਿਹੜੇ ਹਾਰਟ ਤੋਂ ਥੱਲੇ ਨੂੰ ਜਾਂਦੇ ਆ, ਐਕਸਟ੍ਰੀਮਿਟੀਜ਼ ਨੂੰ ਜਾਂਦੇ ਆ, ਹਾਂਜੀ ਉਹਨਾਂ ਨੂੰ ਆਰਟਰੀਜ਼ ਕਿਹਾ ਜਾਂਦਾ ਹੈ। ਆਰਟਰੀਜ਼, ਹਾਂ। ਹਾਂਜੀ ਤੇ ਨੋਰਮਲੀ ਉਹਨਾਂ ਦਾ ਰੰਗ ਲਾਲ ਹੁੰਦਾ ਹੈ। ਤੇ ਫਿਰ ਜਦੋਂ ਉੱਥੇ ਆਕਸੀਜਨ ਯੂਜ਼ ਹੋ ਜਾਂਦੀ ਆਰਗਨਸ ਦੇ ਵਿੱਚ, ਤੇ ਉਹ ਖੂਨ ਫਿਰ ਵਾਪਸ ਹਾਰਟ ਨੂੰ ਜਾਣਾ ਹੁੰਦਾ ਹੈ। ਹਾਂਜੀ ਕਿਉਂਕਿ ਹਾਰਟ ਨੇ ਉਹਨੂੰ ਸਾਰੀ ਬੋਡੀ 'ਚ ਪੰਪ ਕਰਨਾ ਨਾ, ਤੇ ਉਹ ਜਦੋਂ ਫਿਰ ਉੱਥੇ ਆਰਗਨਸ ਉਹਦੀ ਆਕਸੀਜਨ ਲੈ ਲੈਂਦੇ ਖੂਨ ਦੀ, ਉਹਦਾ ਫਿਰ ਨੀਲਾ ਰੰਗ ਹੋ ਜਾਂਦਾ ਹੈ। ਹਾਂਜੀ ਉਹ ਫਿਰ ਨੀਲੇ ਰੰਗ ਦਾ ਖੂਨ ਜਿਹੜਾ ਹੈ ਉਹ ਵਾਪਸ ਹਾਰਟ ਨੂੰ ਪਹੁੰਚਣਾ ਹੁੰਦਾ ਹੈ। ਹਾਂਜੀ ਤੇ ਉਹ ਪ੍ਰੋਬਲਮ ਇਹ ਹੈਗਾ ਵੀ ਜਦੋਂ ਹਾਰਟ ਪੰਪ ਕਰਦਾ ਆ, ਉਹ ਕਾਫੀ ਪ੍ਰੈਸ਼ਰ ਹੁੰਦਾ ਹੈ ਥੱਲੇ ਨੂੰ ਜਦੋਂ ਜਾਂਦਾ ਖੂਨ। ਹਾਂਜੀ 120 ਮਿਲੀਮੀਟਰ ਹੁੰਦਾ ਹੈ ਮਰਕਰੀ ਉਹਦਾ ਪ੍ਰੈਸ਼ਰ, ਤੁਹਾਨੂੰ ਜਿੱਦਾਂ ਬਲੱਡ ਪ੍ਰੈਸ਼ਰ ਹੁੰਦਾ ਆਪਣਾ ਨਾ, ਅਬਾਊਟ 120 ਰਫਲੀ। ਤੇ ਪਰ ਜਦੋਂ ਵਾਪਸ ਆਉਂਦਾ ਆ ਵੇਨਸ ਦਾ, ਤੇ ਉਦੋਂ ਪ੍ਰੈਸ਼ਰ ਬਹੁਤ ਡ੍ਰੌਪ ਹੋ ਜਾਂਦਾ ਹੈ, ਸਿਰਫ 5 ਹੁੰਦਾ ਪ੍ਰੈਸ਼ਰ। ਅੱਛਾ ਜਦੋਂ ਡ੍ਰੌਪ ਹੁੰਦਾ, ਹਾਂ ਜਦੋਂ ਉਹ ਫਿਰ ਵਾਪਸ ਖੂਨ ਜਾਣਾ ਹੈ, ਉਸ ਨਾੜੀਆਂ ਦੇ ਵਿੱਚ ਪ੍ਰੈਸ਼ਰ ਸਿਰਫ 5 ਹੁੰਦਾ। ਤੇ ਜਦੋਂ ਉੱਪਰ ਜਾਂਦਾ ਉਦੋਂ ਫਾਸਟ ਹੁੰਦਾ? ਨਹੀਂ ਜਦੋਂ ਥੱਲੇ ਨੂੰ ਆਉਂਦਾ ਹੈ ਨਾ, ਹਾਰਟ ਪੰਪ ਜਦੋਂ ਕਰਦਾ ਹੈ ਉਦੋਂ ਅਬਾਊਟ 120 ਹੁੰਦਾ, ਤੁਹਾਨੂੰ ਪਤਾ ਬਲੱਡ ਪ੍ਰੈਸ਼ਰ। ਹਾਂਜੀ ਤੇ ਜਦੋਂ ਵਾਪਸ ਆਉਂਦਾ ਆ ਐਕਸਟ੍ਰੀਮਿਟੀਜ਼ ਤੋਂ ਜਾਂ ਕਿਸੇ ਆਰਗਨ ਤੋਂ ਹਾਰਟ ਨੂੰ, ਸਿਰਫ 5 ਹੁੰਦਾ ਪ੍ਰੈਸ਼ਰ ਉਹਦੇ ਵੈਸਲ ਦੇ, ਬਲੱਡ ਵੈਸਲ ਵਿੱਚ। ਹਾਂਜੀ ਸੋ ਤੁਸੀਂ ਆਪੇ ਦੇਖ ਲਓ ਵੀ ਉਹ ਕਿੱਦਾਂ ਵਾਪਸ ਖੂਨ ਪਹੁੰਚਣਾ ਹੁੰਦਾ ਹਾਰਟ ਤੱਕ, ਜਦੋਂ ਇੰਨਾ ਘੱਟ ਪ੍ਰੈਸ਼ਰ ਰਹਿ ਜਾਂਦਾ। ਬਿਲਕੁਲ। ਸੋ ਇਹ ਪਹੁੰਚਣਾ ਹੁੰਦਾ ਹੈ ਜਿਹੜੇ ਤੁਹਾਡੇ ਮਸਲਸ ਆ ਲੱਤਾਂ ਦੇ, ਹੈ ਨਾ, ਉਹ ਜਦੋਂ ਤੁਸੀਂ ਮਸਲਸ ਨੂੰ ਵਰਤਦੇ ਆ, ਉਹ ਕੰਟਰੈਕਸ਼ਨ ਹੁੰਦੀ ਆ, ਤਾਂ ਉਹ ਬਲੱਡ ਵੈਸਲਸ ਨੂੰ ਸਕੁਈਜ਼ ਕਰਦੇ ਆ, ਉਹ 'ਤੇ ਪ੍ਰੈਸ਼ਰ ਪੈਂਦਾ ਹੈ ਨਾ। ਤੇ ਜਦੋਂ ਪ੍ਰੈਸ਼ਰ ਪੈਂਦਾ ਉਹ ਫਿਰ ਖੂਨ ਜਿਹੜਾ ਹੈ ਇਟ ਗੈਟਸ ਪੁਸ਼ਡ ਫੋਰਵਰਡਸ, ਸਮਝੇ ਨਾ। ਤੇ ਉਹ ਖੂਨ ਨੂੰ ਇਦਾਂ ਮੂਵ ਕਰਦਾ ਹੈ, ਉਹਨੂੰ ਘੁੱਟ ਕੇ ਮਸਲਸ ਜਿਹੜੇ ਉਹਨੂੰ ਘੁੱਟਦੇ ਬਲੱਡ ਵੈਸਲ ਨੂੰ ਉੱਪਰ ਪੁਸ਼ ਕਰਦੇ, ਹਾਂ ਪੁਸ਼ ਕਰਦੇ ਆ, ਠੀਕ ਹੈ। ਤੇ ਉਹ ਜਦੋਂ ਤੁਸੀਂ ਮਸਲਸ ਨੂੰ ਯੂਜ਼ ਨਹੀਂ ਕਰਦੇ ਹੈਗੇ, ਹੈ ਨਾ, ਤੇ ਉੱਥੇ ਫਿਰ ਉਹ ਖੂਨ ਪੂਰਾ ਮੂਵ ਨਹੀਂ ਹੋ ਰਿਹਾ, ਸਟੈਗਨੇਸ਼ਨ ਹੁੰਦੀ ਹੈ। ਤੇ ਇਹ ਜਿਹੜੀਆਂ ਬਲੱਡ ਵੈਸਲਸ ਵੇਨਸ ਹੁੰਦੀਆਂ, ਇਹਨਾਂ ਦੇ ਵਿੱਚ ਵਾਲਵ ਲੱਗਿਆ ਹੁੰਦਾ ਹੈ, ਤੇ ਉਹ ਬੈਕ ਫਲੋ ਵਾਲਵ। ਹਾਂਜੀ ਤੇ ਜਿੱਦਾਂ ਵੀ ਹੋਰ ਕਈ ਮਸ਼ੀਨਰੀ ਹੁੰਦੀ ਹੈ ਨਾ, ਉਹਦੇ ਵਿੱਚ ਵਾਲਵ ਹੁੰਦਾ ਹੈ ਲੱਗਾ ਹੈ, ਵੀ ਉਹ ਜਿਹੜਾ ਫਲੂਇਡ ਆ ਪਿਛਾਂ ਨੂੰ ਵਾਪਸ ਜਾਵੇ, ਮੋਰ ਨੂੰ ਹੀ ਜਾਵੇ ਜੇ ਜਾਣਾ। ਹਾਂਜੀ ਤੇ ਇਹ ਜਿਹੜੇ ਵਾਲਵ ਆ ਇਹ ਡੈਮੇਜ ਹੋ ਜਾਂਦੇ ਆ, ਰਾਈਟ। ਤੇ ਵਾਲਵ ਜਦੋਂ ਡੈਮੇਜ ਹੋ ਜਾਂਦੇ, ਉਹ ਫਿਰ ਖੂਨ ਪਿਛਾਂ ਨੂੰ ਜਾਣ ਲੱਗ ਪੈਂਦਾ, ਰੁਕਣ ਲੱਗ ਪੈਂਦਾ। ਇਹ ਵੇਅਰ ਐਂਡ ਟੇਅਰ ਹੈ ਕਿ ਕੀ, ਕਾਹਦੇ ਕਰਕੇ? ਵੈਲ ਇਹਦੀ ਥਿਊਰੀ ਤਾਂ ਇਹਦੀ ਮੇਰੇ ਕੋਲ ਹੈਗੀ ਆ ਵੀ ਇਹ ਐਕਚੁਅਲੀ ਇਜ਼ ਟੂ ਡੂ ਵਿਦ ਇਲਾਸਟਿਸਿਟੀ। ਹਾਂਜੀ ਤੇ ਜੇ ਤੁਸੀਂ ਐਲੋਪੈਥਿਕ ਸਿਸਟਮ ਦੇਖੋ, ਉਹ ਕਹਿੰਦੇ ਨਹੀਂ ਜੀ ਵੇਅਰ ਐਂਡ ਟੇਅਰ ਹੋਊਗਾ, ਜੋ ਕੁਝ ਵੀ ਹੋਊਗਾ, ਉਹਨਾਂ ਦਾ ਕੋਈ ਐਕਚੁਅਲ ਆਨਸਰ ਨਹੀਂ ਹੈਗਾ ਵੀ ਇਹ ਕਿਉਂ ਵਾਲਵਸ ਖਰਾਬ ਹੋ ਜਾਂਦੇ ਆ। ਹਾਂਜੀ ਤੇ ਪਰ ਇਹ ਸੋਚਣ ਵਾਲੀ ਗੱਲ ਆ ਵੀ ਕਿਉਂ ਹੁੰਦੇ ਹੋਣਗੇ। ਤੁਸੀਂ ਦੇਖ ਲਓ, ਜੇ ਕੋਈ ਰਬੜ ਦੀ ਟਿਊਬ ਆ, ਹੈ ਨਾ, ਤੁਸੀਂ ਉਹਨੂੰ ਸਕੁਈਜ਼ ਕਰਦੇ ਆ ਤਾਂ ਉਹਨੂੰ ਫਿਰ ਛੱਡ ਦਿਓ, ਉਹ ਮੁੜ ਕੇ ਫਿਰ ਖੁੱਲ ਜਾਂਦੀ ਆ। ਹਾਂਜੀ ਤੇ ਜਾਂ ਤੁਸੀਂ ਉਹਨੂੰ ਜ਼ਿਆਦਾ ਸਟਰੈਚ ਕਰਦੇ ਆ, ਫਿਰ ਉਹਨੂੰ ਛੱਡੋ, ਫਿਰ ਉਹ ਆਪਣੇ ਨੋਰਮਲ ਸਾਈਜ਼ 'ਤੇ ਚਲੀ ਜਾਂਦੀ ਹੈ। ਤੇ ਉਹ ਕਿਉਂ ਹੈ? ਰਬੜ ਦੀ ਟਿਊਬ ਐਡਜਸਟ ਹੋ ਜਾਂਦੀ ਆ, ਉਹ ਇਲਾਸਟਿਸਿਟੀ ਹੁੰਦੀ ਉਹਦੀ। ਹਾਂਜੀ ਇੱਕ ਪ੍ਰੋਪਰਟੀ ਆ। ਹਾਂਜੀ ਸੋ ਜਿਹੜੀ ਖੂਨ ਦੀਆਂ ਨਾੜੀਆਂ, ਇਹਨਾਂ ਦੀ ਵੀ ਇਲਾਸਟਿਸਿਟੀ ਹੁੰਦੀ ਆ, ਕਿਉਂਕਿ ਇਹਨਾਂ ਦੇ ਵਿੱਚ ਇੱਕ ਸਮੂਥ ਮਸਲ ਹੁੰਦਾ ਹੈ, ਤੇ ਉਹ ਇਲਾਸਟਿਕ ਰੱਖਦਾ, ਉਹ ਵੀ ਇੱਦਾਂ ਚੇਂਜ ਹੁੰਦਾ ਰਹਿੰਦਾ ਹੈ। ਹਾਂਜੀ ਕਦੇ ਡਾਇਲੇਸ਼ਨ ਹੋ ਜਾਣਾ ਜਾਂ ਕੰਟਰੈਕਸ਼ਨ ਹੋ ਜਾਣਾ। ਤੇ ਪਰ ਜਦੋਂ ਇਲਾਸਟਿਸਿਟੀ ਉਹਦੀ ਲੂਜ਼ ਹੋ ਜਾਂਦੀ ਹੈ ਨਾ, ਤੇ ਉਹ ਫਿਰ ਇਹ ਪ੍ਰੋਪਰਟੀ ਰਹਿੰਦੀ ਨਹੀਂ ਉਹਦੇ ਵਿੱਚ। ਹਾਂਜੀ ਤੇ ਇਸੇ ਤਰ੍ਹਾਂ ਜਿਹੜੇ ਵਾਲਵ ਆ, ਉਹਨਾਂ ਦੀ ਵੀ ਇਲਾਸਟਿਸਿਟੀ ਹੁੰਦੀ ਆ, ਤੇ ਜਦੋਂ ਇਲਾਸਟਿਸਿਟੀ ਉਹਦੀ ਖਤਮ ਹੋ ਜਾਂਦੀ ਆ ਤਾਂ ਉਹ ਪੂਰੀ ਤਰ੍ਹਾਂ ਬੰਦ ਨਹੀਂ ਹੋ ਸਕਦੇ। ਹਾਂਜੀ ਤੇ ਕੈਲਸੀਫਿਕੇਸ਼ਨ ਕਹਿ ਲਓ ਉਹਨੂੰ, ਜਿੱਦਾਂ ਵੀ ਕਹਿਣਾ। ਪਰ ਡਾਕਟਰ ਜੀ ਤੁਸੀਂ ਕਿ ਜਿਹੜੇ ਵੇਜ ਦੇ ਤੁਸੀਂ ਗੱਲ ਕਰਦੇ ਹੋ, ਕਈ ਦਫਾ ਬਹੁਤ ਲਾਈਟ ਹੁੰਦੀ ਹੈ, ਦਿਖਾਈ ਦਿੰਦੀ ਥੋੜੀ ਥੋੜੀ, ਕਿ ਉਹ ਨਾ ਡਿਫਰੈਂਟ ਕਲਰ ਦੀ ਹੈਗੀ ਹੈ, ਲੱਤ ਦੇ ਵਿੱਚੋਂ ਦਿਖਾਈ ਦਿੰਦੀ ਹੈ। ਇਹ ਤਾਂ ਬੜਾ ਸੀਰੀਅਸ, ਕਾਫੀ ਵੱਡਾ ਲੱਗਦਾ ਸੀ, ਫੁੱਲੀਆਂ ਲੱਗਦੀ ਸੀਗੀਆਂ ਉਹ, ਤੇ ਇਹ ਤਾਂ ਦੇਖਣ ਨੂੰ ਡਰ ਲੱਗਦਾ ਕਿ ਆਦੇ ਕੁਆਇਟ ਡੇਂਜਰਸ ਹੁੰਦਾ। ਉਹ ਡੇਂਜਰਸ ਹੋ ਸਕਦੀ ਆ, ਇਹਦੇ ਕੰਪਲੀਕੇਸ਼ਨਸ ਹੋ ਸਕਦੇ ਭਾਜੀ, ਬਿਕੋਜ਼ ਜਦੋਂ ਉਹ ਪਹਿਲਾਂ ਤਾਂ ਛੋਟੀਆਂ ਹੁੰਦੀਆਂ, ਫਿਰ ਹੌਲੀ ਹੌਲੀ ਵੱਡੀਆਂ ਹੋ ਜਾਂਦੀਆਂ, ਜ਼ਿਆਦਾ ਫੁੱਲ ਜਾਂਦੀਆਂ। ਤੇ ਇਹਦਾ ਇਹ ਡੇਂਜਰਸ ਆ ਵੀ ਜਦੋਂ ਖੂਨ ਉੱਥੇ ਫਿਰ ਰੁਕਣ ਲੱਗ ਪੈਂਦਾ, ਹੈ ਨਾ, ਤੇ ਇੱਕ ਤਾਂ ਤੁਹਾਡੀ ਸਵੈਲਿੰਗ ਹੋ ਜਾਂਦੀ ਲੱਤਾਂ ਵਿੱਚ, ਕਿਉਂਕਿ ਫਲੂਇਡ ਵਾਪਸ ਨਹੀਂ ਆ ਰਿਹਾ। ਹਾਂਜੀ ਸੋ ਫਲੂਇਡ ਬਲੱਡ ਵੈਸਲ ਵਿੱਚੋਂ ਲੀਕ ਹੋ ਕੇ ਤੁਹਾਡੇ ਫਲੂਇਡ ਰੁਕਣ ਲੱਗ ਪੈਂਦੀ, ਪੈਰ ਸੁੱਜ ਜਾਂਦੇ ਜਾਂ ਲੱਤਾਂ ਥੱਲੇ ਸੁੱਜ ਜਾਂਦੀਆਂ। ਸੋ ਇਹ ਕੰਪਲੀਕੇਸ਼ਨ ਹੈਗਾ। ਤੇ ਨੰਬਰ 2 ਹੈਗਾ ਕੰਪਲੀਕੇਸ਼ਨ ਇਹਦਾ, ਫਿਰ ਇੱਕ ਤਾਂ ਸਕਿਨ ਡਾਰਕਨ ਹੋਣ ਲੱਗ ਪੈਂਦਾ, ਉੱਥੇ ਸਕਿਨ ਦਾ ਕਲਰ ਵੀ ਚੇਂਜ ਹੋ ਸਕਦਾ ਹੈ। ਹਾਂਜੀ ਤੇ ਕਲੌਟ ਵੀ ਬਣ ਸਕਦਾ। ਹਾਂਜੀ ਸੋ ਜਦੋਂ ਖੂਨ ਰੁਕਿਆ ਆ, ਨਹੀਂ ਮੂਵ ਹੋ ਰਿਹਾ, ਉਹਦਾ ਕਲੌਟ ਹੋਣ ਦਾ ਚਾਂਸ ਵੱਧ ਜਾਂਦਾ।
ਠੀਕ ਹੈ। ਤੇ ਬਾਕੀ ਇਹ ਹੈਗਾ ਵੀ ਐਕਜ਼ਮਾ ਵੀ ਹੋ ਸਕਦਾ ਉੱਥੇ, ਹਾਂਜੀ। ਕਈਆਂ ਦੇ ਉੱਥੇ ਖਾਜ ਆਉਣ ਲੱਗ ਪੈਂਦੀ ਆ, ਕਿਉਂਕਿ ਸਕਿਨ ਜਿਹੜਾ ਆ ਉੱਥੇ ਡਰਾਈ ਜਿਹਾ ਹੋਣ ਲੱਗ ਪੈਂਦਾ ਆ ਤੇ ਖਾਜ ਹੋਣ ਲੱਗ ਪੈਂਦੀ ਤੇ ਜਿਹੜੇ ਟੌਕਸਿਨਸ ਆ ਉੱਥੇ ਜਮ੍ਹਾਂ ਹੁੰਦੇ ਰਹਿੰਦੇ ਆ, ਕਿਉਂਕਿ ਉਹ ਬਲੱਡ ਮੂਵ ਨਹੀਂ ਹੋ ਰਿਹਾ, ਫਰੈਸ਼ ਬਲੱਡ ਆ ਨਹੀਂ ਰਿਹਾ ਤੇ ਟੌਕਸਿਨਸ ਉੱਥੇ ਜਮ੍ਹਾਂ ਹੋਣ ਲੱਗ ਪੈਂਦੇ ਆ ਤੇ ਜਮ੍ਹਾਂ ਹੋਣ ਦੇ ਨਾਲ ਫਿਰ ਐਕਸਮਾ ਹੋ ਜਾਂਦਾ, ਖਾਜ ਹੋਣ ਲੱਗ ਪੈਂਦੀ ਆ। ਸੋ ਇੱਦਾਂ ਦੀਆਂ ਕਈ ਚੀਜ਼ਾਂ ਇੱਦਾਂ ਦੀਆਂ ਹੋ ਸਕਦੀਆਂ। ਡਾਕਟਰ ਜਦੋਂ ਬੜੀ ਫੁੱਲੀ ਹੋਈ ਹੈ ਵੇਨ ਤੁਹਾਡੀ, ਜਦੋਂ ਤੁਸੀਂ ਕਿਹਾ ਖਾਜ ਹੁੰਦੀ ਹੈ, ਬੰਦਾ ਇਰੀਟੇਟ ਹੁੰਦਾ, ਉਹਨੂੰ ਕੋਈ ਮਸਾਜ ਕਰੇ, ਕੋਈ ਦੱਬੇ ਜ਼ੋਰ ਤੀ, ਉਹਦਾ ਕੋਈ ਫਟਣ ਦਾ ਡਰ ਕੁਛ ਹੁੰਦਾ, ਇੱਦਾਂ ਕੋਈ ਕੇਸਿਸ ਹੋਇਆ? ਨਹੀਂ ਇੱਦਾਂ ਦੇ ਕੇਸ ਇੱਦਾਂ ਵੀ ਕਈ ਤਾਂ ਇੱਦਾਂ ਸਕਿਨ ਦੇ ਜਿੱਦਾਂ ਦਿਖਾਏ ਸੀ ਲਾਗੇ ਹੁੰਦੇ ਆ ਵੇਨਸ, ਹਾਂਜੀ। ਕਈ ਡੀਪਰ ਵੀ ਹੁੰਦੇ ਆ, ਹਾਂਜੀ, ਡੂੰਘੇ ਵੀ ਹੁੰਦੇ, ਉਹ ਦਿਖਾਈ ਵੀ ਨਹੀਂ ਦਿੰਦੇ। ਅੱਛਾ ਅੱਛਾ। ਤੇ ਉਹਨਾਂ ਦੀ ਨਿਸ਼ਾਨੀ ਹੁੰਦੀ ਆ ਵੀ ਫਿਰ ਲੱਤਾਂ ਭਾਰੀਆਂ ਭਾਰੀਆਂ ਲੱਗਣ ਲੱਗ ਪੈਂਦੀਆਂ, ਹਾਂਜੀ। ਇਟ ਫੀਲਸ ਹੈਵੀ ਤੇ ਇਹਦਾ ਮਤਲਬ ਵੀ ਉਹ ਖੂਨ ਰੁਕ ਰਿਹਾ, ਪਰ ਉਹ ਡੂੰਘੀਆਂ ਨਾੜੀਆਂ ਉਹ ਦਿਖਾਈ ਨਹੀਂ ਦਿੰਦੀਆਂ, ਹਾਂਜੀ। ਤੇ ਜੇ ਤੁਸੀਂ ਜੈਂਟਲ ਮਸਾਜ ਕਰੋ ਉਹ ਠੀਕ ਆ, ਉਹਦਾ ਕੋਈ ਪ੍ਰੋਬਲਮ ਨਹੀਂ ਹੈਗਾ, ਪਰ ਤੁਹਾਨੂੰ ਜ਼ੋਰ ਨਾਲ ਮਸਾਜ ਨਹੀਂ ਕਰਨਾ ਚਾਹੀਦਾ, ਹਾਂਜੀ। ਜ਼ੋਰ ਨਾਲ ਕਰਨ ਦੇ ਨਾਲ ਫਿਰ ਤੁਸੀਂ ਹੋਰ ਬਲੱਡ ਵੈਸਲ ਨੂੰ ਡੈਮੇਜ ਕਰ ਸਕਦੇ ਹੋ। ਡਾਕਟਰ ਸਾਹਿਬ ਇਹਦੋਂ ਤੁਸੀਂ ਥੋੜ੍ਹਾ ਬਹੁਤਾ ਦੱਸਿਆ, ਹੁਣ ਮੈਨੂੰ ਹਾਲੇ ਵੀ ਖਾਸ ਨਹੀਂ ਪਤਾ ਲੱਗਿਆ ਕਿ ਕਿਉਂ ਕਾਜ਼ ਹੁੰਦੀ ਹੈ ਇਹ ਕੁਛ। ਜੇ ਤੁਸੀਂ ਓਵਰ ਰੈਸਟ ਕਰਦੇ ਹੋ, ਮੂਵਮੈਂਟ ਨਹੀਂ ਹੈ ਲੱਤਾਂ ਦੇ ਵਿੱਚ, ਤਾਂ ਵੀ ਹੋ ਸਕਦੀ ਹੈ? ਹਾਂਜੀ, ਦੈਟਸ ਰਾਈਟ ਯਾ। ਸੋ ਇਹ ਜੇ ਤੁਸੀਂ ਤੁਹਾਡਾ ਕੰਮ ਇੱਦਾਂ ਦਾ ਪਏ ਤੁਸੀਂ ਸਾਰਾ ਦਿਨ ਇੱਕ ਥਾਂ ਬੈਠ ਕੇ ਰਹਿੰਦੇ ਆ, ਮੂਵਮੈਂਟ ਨਹੀਂ ਹੈਗੀ, ਜਾਂ ਤੁਸੀਂ ਸਾਰਾ ਦਿਨ ਖੜ ਕੇ ਇੱਕ ਜਗ੍ਹਾ ਹੀ ਕਰਦੇ ਕੰਮ, ਕਦੇ ਤੁਹਾਡਾ ਇੱਧਰ ਉੱਧਰ ਤੁਰਨਾ ਫਿਰਨਾ ਨਹੀਂ ਹੁੰਦਾ ਹੈਗਾ, ਉਹ ਫਿਰ ਮਸਲਸ ਤੁਹਾਡੇ ਯੂਜ਼ ਨਹੀਂ ਹੁੰਦੇ ਹੈਗੇ। ਜਦੋਂ ਮਸਲਸ ਉਹਨੂੰ ਘੁੱਟਦੇ ਨਹੀਂ ਹੈਗੇ ਬਲੱਡ ਵੈਸਲਸ ਨੂੰ, ਉਹ ਫਿਰ ਮੂਵ ਨਹੀਂ ਹੁੰਦਾ ਹੈਗਾ, ਹਾਂਜੀ। ਤੇ ਫਿਰ ਉੱਥੇ ਤੁਹਾਡਾ ਇਹ ਰਿਸਕ ਫੈਕਟਰ ਵੱਧ ਜਾਂਦਾ ਆ ਵੈਰੀਕੋਸ ਵੇਨਸ ਹੋਣ ਦਾ। ਜਿਹਨੇ ਵੀ ਕੁਝ ਸਵਾਲ, ਕਿਸੇ ਵੀ ਤਰ੍ਹਾਂ ਦਾ ਸਵਾਲ ਮੈਂ ਹਮੇਸ਼ਾ ਕਹਿੰਦਾ ਪਲੀਜ਼ ਡਾਕਟਰ ਜੀ ਦਾ ਫਾਇਦਾ ਉਠਾਓ। ਐਵਰੀ ਟਿਊਜ਼ਡੇ 11 ਤੋਂ 12 0121 551 1001 ਤੇ ਕਾਲ ਕਰਕੇ ਅਗਰ ਤੁਹਾਨੂੰ ਕੋਈ ਵੀ ਇਸ਼ੂ ਹੈਗਾ। ਮੈਂ ਦੂਜੀ ਗੱਲ ਵੀ ਦੱਸ ਦੇਵਾਂ, ਜਦੋਂ ਮੈਂ ਤੁਸੀਂ ਕਾਲ ਕਰਦੇ ਹੋ ਮੇਰਾ ਫਰਜ਼ ਬਣਦਾ ਤੁਹਾਡਾ ਨਾਮ ਪੁੱਛਣਾ। ਅਗਰ ਤੁਸੀਂ ਨਹੀਂ ਦੱਸਣਾ ਤੇ ਤੁਹਾਨੂੰ ਲੋੜ ਨਹੀਂ ਹੈਗੀ, ਤੁਸੀਂ ਆਪਣੇ ਨਾਮ ਤੋਂ ਬਿਨਾਂ ਵੀ ਆਪਣੇ ਨਾਲ ਸਵਾਲ ਕਰ ਸਕਦੇ ਹੋ। ਬਹੁਤ ਇੰਪੋਰਟੈਂਟ ਹੈ। ਦੇਖੋ ਤੁਸੀਂ ਡਾਕਟਰ ਜੀ ਬੈਠੇ ਅਕਾਲ ਚੈਨਲ ਦੇ ਸ਼ੋਅ ਲੈ ਕੇ ਆਉਂਦੇ ਆ, ਉਹਦਾ ਫਾਇਦਾ ਉਠਾਇਆ ਕਰੋ। ਤੁਹਾਡੇ ਘਰ ਬੈਠੇ ਦਾ ਇਲਾਜ ਹੋ ਰਿਹਾ। ਅਗਰ ਤੁਹਾਨੂੰ ਕੋਈ ਵੀ ਚਿੰਤਾ, ਤੁਹਾਨੂੰ ਵਰੀ ਹੈਗੀ ਆ, ਤੁਸੀਂ ਰਾਤ ਨੂੰ ਸੌ ਨਹੀਂ ਪਾਉਂਦੇ, ਕਾਲ ਕਰਕੇ ਪਤਾ ਕਰੋ ਤੇ ਡਾਕਟਰ ਜੀ ਤੁਹਾਨੂੰ ਐਡਵਾਈਸ ਦੇਣਗੇ। ਡਾਕਟਰ ਸਾਹਿਬ ਇਹਦੀ ਜਿਹੜੇ ਹੁਣ ਇਹਦਾ ਇਲਾਜ ਕੀ ਹੈਗਾ? ਹਾਂਜੀ, ਸੋ ਐਲੋਪੈਥਿਕ ਮੈਡੀਸਨ ਵਿੱਚ ਇਲਾਜ ਇਹਦਾ ਇਹੀ ਆ ਵੀ ਤੁਸੀਂ ਜਾਂ ਤਾਂ ਇੱਕ ਟੀਕਾ ਲਵਾ ਲਓ, ਉਹ ਕੈਮੀਕਲ ਹੁੰਦਾ ਟੀਕੇ ਵਿੱਚ, ਤੇ ਉਹ ਜਿਹੜੀ ਵੇਨਸ ਜਾਂ ਵੈਰੀਕੋਸ ਵੇਨਸ ਉਹਨਾਂ ਨੂੰ ਬੰਦ ਕਰ ਦਿੰਦਾ ਹੈ, ਹਾਂਜੀ। ਉਹ ਬੰਦ ਕਰ ਦਿੰਦੀ ਹੈ, ਵੇਨਸ ਖਤਮ ਹੋ ਜਾਂਦੀ ਹੈ ਉਹ, ਰਾਈਟ। ਤੇ ਜਾਂ ਫਿਰ ਉਹਨੂੰ ਸਰਜਰੀ ਕਰਾ ਲਓ, ਹਾਂਜੀ। ਉਹ ਕੱਢ ਦਿੰਦੇ? ਹਾਂ, ਕੱਢ ਦਿੰਦੇ ਆ ਬਾਹਰ ਵੈਰੀਕੋਸ ਵੇਨਸ ਨੂੰ। ਤੇ ਪਰ ਪ੍ਰੋਬਲਮ ਇਹ ਉਹ ਵਾਪਸ ਫੇਰ ਆ ਜਾਂਦੀਆਂ, ਜਿੱਦਾਂ ਬਹੁਤ ਚਾਂਸ ਹੈਗਾ ਵੀ ਵਾਪਸ ਫੇਰ ਉਹਨਾਂ ਦਾ ਵਧਣ ਦਾ, ਜਿਹੜੀਆਂ ਰਹਿ ਜਾਂਦੀਆਂ ਉਹ ਫੇਰ ਫੁੱਲ ਜਾਂਦੀਆਂ, ਕਰਕੇ ਬਿਮਾਰੀ ਤਾਂ ਨਿਕਲੀ ਨਹੀਂ ਹੈ ਨਾ, ਤੇ ਕਿਉਰ ਤਾਂ ਹੋਇਆ ਨਹੀਂਗਾ। ਉਹ ਇਮਰਜੈਂਸੀ ਬਸ ਉਹ ਕੱਢ ਕੇ ਰੱਖ ਦਿਓ। ਤੇ ਇੱਕ ਲੇਜ਼ਰ ਟ੍ਰੀਟਮੈਂਟ ਵੀ ਕਰਦੇ ਆ, ਉਹ ਹੀਟ ਦਿੰਦੇ ਆ, ਉਹਦੇ ਨਾਲ ਡੈਮੇਜ ਕਰ ਦਿੰਦੇ ਬਲੱਡ, ਉਹਨੂੰ ਖਤਮ ਕਰ ਦਿੰਦੇ ਆ, ਹਾਂਜੀ। ਸੋ ਇਹ ਮੈਂ ਚੰਗਾ ਨਹੀਂ ਸਮਝਦਾ ਹੈਗਾ ਇੱਦਾਂ ਟ੍ਰੀਟਮੈਂਟ। ਤੇ ਹੋਮਿਓਪੈਥਿਕ ਫਾਰਮੂਲਾ ਸਾਡੇ ਕੋਲ ਬਹੁਤ ਵਧੀਆ ਹੈਗੇ ਆ ਜਿਹੜੇ ਵੈਰੀਕੋਸ ਵੇਨਸ ਨੂੰ ਟ੍ਰੀਟ ਕਰਦੇ ਆ। ਤੇ ਇਹ ਮੇਰੀ ਥਿਊਰੀ ਹੈਗੀ ਆ ਵੀ ਕੁਝ ਮਿਨਰਲਸ ਹੈਗੇ ਆ ਜਿਨ੍ਹਾਂ ਦੀ ਘਾਟ ਕਰਕੇ ਉਹ ਇਲਾਸਟਿਸਿਟੀ ਘਟ ਜਾਂਦੀ ਆ, ਹਾਂਜੀ। ਤੇ ਇਲਾਸਟਿਸਿਟੀ ਉਹ ਤੁਹਾਨੂੰ ਵਾਪਸ ਲਿਆਉਣ ਲਈ ਇਹ ਮਿਨਰਲਸ ਦਿੱਤੇ ਜਾਂਦੇ ਆ, ਤੇ ਉਹ ਵੇਨਸ ਜਿਹੜੀਆਂ ਥੋੜ੍ਹੀਆਂ ਫਰਮ ਹੋਣ ਲੱਗ ਪੈਂਦੀਆਂ, ਤੇ ਉਹ ਜਿੱਦਾਂ ਫਰਮ ਹੋਣ ਲੱਗ ਪੈਂਦੀਆਂ, ਵਾਲਵ ਜਿਹੜੇ ਥੋੜ੍ਹੇ ਜਿਹੇ ਫਿਰ ਚੱਲਣ ਲੱਗ ਪੈਂਦੇ ਆ, ਤੇ ਖੂਨ ਸਰਕੂਲੇਟ ਹੋਣ ਲੱਗ ਪੈਂਦਾ, ਫਿਰ ਆਪੇ ਐਡਜਸਟ ਹੋ ਜਾਂਦਾ। ਜੋ ਵੀ ਅਸੀਂ ਡਾਕਟਰ ਦੇ ਸ਼ੋਅ 'ਤੇ ਗੱਲ ਕਰਦੇ, ਇਟਸ ਵੈਰੀ ਮਚ ਲਾਈਕ ਮੈਡੀਕਲ ਐਡਵਾਈਸ ਹੁੰਦੀ ਹੈ, ਚੈਟ ਸ਼ੋਅ ਹੁੰਦਾ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਇਹ ਗੱਲਾਂ ਦੇ ਉੱਪਰ ਬਹੁਤ ਜ਼ਿਆਦਾ ਸੀਰੀਅਸ ਨੋਟ ਕਰਕੇ ਉਹਦਾ ਫਿਕਰ ਕਰੋ। ਬੈਸਟ ਹੁੰਦਾ ਤੁਸੀਂ ਕਾਲ ਕਰਕੇ ਗੱਲ ਕਰ ਸਕਦੇ ਹੋ। ਟੋਟਲੀ ਐਡਵਾਈਸ ਹੈਗੀ ਆ। ਅਸੀਂ ਸਿਰਫ ਚੈਟ ਸ਼ੋਅ ਕਰਦੇ ਹਾਂ ਕਿ ਕਿੱਦਾਂ ਕਿੱਦਾਂ ਦੀ ਬਿਮਾਰੀਆਂ ਕੀ ਹੁੰਦੀਆਂ, ਕਾਹਤੇ ਹੁੰਦੀਆਂ, ਇਲਾਜ ਵੀ ਦੱਸਦੇ ਨੇ ਹੈਗਾ ਕਿ ਨਹੀਂ ਹੈਗਾ। ਤੇ ਡਾਕਟਰ ਸਾਹਿਬ ਜਦੋਂ ਹੁਣ ਇਹ ਵੇਨ ਨੂੰ ਜੇ ਕੱਢ ਦੇਣ, ਪਰ ਉਹਦੀ ਵੇਨ ਦੀ ਲੋੜ ਨਹੀਂ ਹੁੰਦੀ ਬਹੁਤ ਦਫਾ, ਕਿਉਂਕਿ ਉਹ ਚੀਜ਼ ਮਿਸ ਨਹੀਂ ਹੁੰਦੀ ਜਦੋਂ ਬਲੱਡ ਹਾਰਟ ਨੂੰ ਜਾਣਾ, ਉਹਦਾ ਫਰਕ ਤਾਂ ਪਏਗਾ ਨਾ? ਹਾਂਜੀ, ਕਰਕੇ ਉਹ ਸਿਰਫ ਇੱਕੋ ਹੀ ਵੇਨ ਨਹੀਂ ਹੁੰਦੀ ਹੈਗੀ, ਹੋਰ ਕਈ ਹੁੰਦੀਆਂ ਵੇਨਸ, ਤੇ ਫਿਰ ਬਾਡੀ ਹੋਰ ਛੋਟੀਆਂ ਵੇਨਸ ਵੀ ਬਣਾ ਲੈਂਦੀ ਆ ਵੀ ਉਹ ਬਾਈਪਾਸ ਕਰਨ ਲਈ। ਦੈਟਸ ਰਾਈਟ ਯਾ। ਸੋ ਤੁਹਾਡੀ ਬਾਡੀ ਆਪਣੇ ਆਪ ਵੀ ਹੈਲਪ ਕਰਦੀ ਆ, ਤੇ ਉਹ ਕੋਈ ਨਾ ਕੋਈ ਤਰੀਕਾ ਹੋਰ ਲੱਭ ਲੈਂਦੀ ਆ, ਹੈ ਨਾ। ਸਿੰਪਟਮਸ ਕੀ ਹੈ ਇਹਦੇ? ਸਿੰਪਟਮਸ ਇਹੀ ਆ ਵੀ ਇੱਕ ਤਾਂ ਸੋਜ ਪੈਣੀ, ਤੁਹਾਡੀ ਲੱਤਾਂ ਵਿੱਚ ਸੋਜ ਪੈਣ ਲੱਗ ਪੈਂਦੀ ਆ, ਫਿਰ ਮੱਠਾ ਦਰਦ ਹੋਣ ਲੱਗ ਪੈਣਾ, ਹਾਂਜੀ। ਤੇ ਉਹ ਫਿਰ ਤੁਹਾਡੇ ਬਾਅਦ 'ਚ ਸਵੈਲਿੰਗ ਜਦੋਂ ਹੁੰਦੀ ਆ, ਫਿਰ ਉਹਦੇ ਨਾਲ ਤੁਹਾਡੇ ਹੋਰ ਕੋਈ ਕੰਪਲੀਕੇਸ਼ਨ ਵੀ ਹੋ ਸਕਦੇ ਆ। ਤੇ ਮੇਨਲੀ ਤਾਂ ਇਹੀ ਹੁੰਦਾ ਵੀ ਤੁਹਾਨੂੰ ਦਿਖਾਈ ਦਿੰਦੀ ਵੀ ਉਹ ਨੀਲੀ ਨਾੜਾਂ, ਹੈ ਨਾ, ਨਿਕਲ ਆਈਆਂ ਆ ਲੱਤ ਵਿੱਚ,
ਤੇ ਜੇ ਇਹਦਾ ਟ੍ਰੀਟਮੈਂਟ ਨਾ ਕੀਤਾ ਜਾਵੇ ਫਿਰ ਤੁਹਾਡੇ ਰਿਸਕ ਰਹਿੰਦਾ ਹੈ ਇਨਫੈਕਸ਼ਨ ਹੋਣ ਦਾ ਜਾਂ ਅਲਸਰ ਹੋਣ ਦਾ, ਕਿਉਂਕਿ ਹੁਣ ਆਕਸੀਜਨ ਪਹੁੰਚਦੀ ਨਹੀਂ ਹੈਗੀ ਪਾਰਟਸ ਨੂੰ ਵਾਲੀ, ਤੇ ਉੱਥੇ ਥੋੜੀ ਜਿਹੀ ਸੱਟ ਲੱਗਦੀ ਤੁਹਾਡੇ ਪੈਰ ਤੇ ਜਾਂ ਲੱਤ ਤੇ ਉੱਥੇ ਜ਼ਖਮ ਹੋ ਜਾਂਦਾ ਹੈ ਤੇ ਅਲਸਰ ਹੋ ਜਾਂਦਾ, ਫਿਰ ਉਹ ਥੋੜੀ ਕਿਤੇ ਹੀਲ ਅਪ ਨਹੀਂ ਹੁੰਦਾ ਅਲਸਰ। ਫਿਰ ਕਈ ਲੋਕੀ ਦੇਖੇ ਉਹ ਕਈ ਸਾਲ ਪੱਟੀਆਂ ਬੰਨ੍ਹਦੇ ਰਹਿੰਦੇ ਆ, ਉਹਨਾਂ ਦੀ ਡਰੈਸਿੰਗ ਲਾਉਂਦੇ ਰਹਿੰਦੇ ਆ ਨਰਸ ਆ ਕੇ, ਤੇ ਉਹ ਅਲਸਰ ਹਟਦੇ ਨਹੀਂਗੇ ਕਿਉਂਕਿ ਸਰਕੂਲੇਸ਼ਨ ਦਾ ਇੰਪਰੂਵਮੈਂਟ ਨਹੀਂ ਹੋ ਰਿਹਾ। ਹਾਂਜੀ, ਟ੍ਰੀਟਮੈਂਟ ਤਾਂ ਹੋਣਾ ਚਾਹੀਦਾ, ਸਰਕੂਲੇਸ਼ਨ ਨੂੰ ਇੰਪਰੂਵ ਕਰੋ, ਉਹ ਪੱਟੀਆਂ ਲਾਉਂਦੇ ਰਹਿੰਦੇ ਆ। ਪਰ ਡਾਕਟਰ ਇਹ ਜਿਹੜਾ ਸਾਰਾ ਹੈਗਾ ਬਾਈ ਦਾ ਟਾਈਮ ਵੇ ਨਜ਼ਰ ਆਉਂਦੀ ਹੈ ਕਿ ਉਹ ਬਲੂ ਹੋ ਗਈ ਹੈ, ਇਟ ਮਸਟ ਟੇਕ ਫਿਊ ਮੰਥਸ, ਇੱਦਾਂ ਥੋੜ੍ਹਾ ਕਿ ਇੱਕਦਮ ਹੀ ਓਵਰਨਾਈਟ ਜਾਂ ਵੀਕ 'ਚ ਹੋ ਗਈ? ਨਹੀਂ, ਇੱਕਦਮ ਨਹੀਂ ਹੁੰਦੀਆਂ ਹੈਗੇ, ਤਾਂ ਬਹੁਤ ਲੌਂਗ ਟਾਈਮ ਹੌਲੀ 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 ਵੱਧਦੀ ਹੈ। ਸੋ ਇਹ ਜਦੋਂ ਤੁਹਾਨੂੰ ਪਹਿਲਾਂ ਪਤਾ ਲੱਗਦਾ ਵੀ ਥੋੜ੍ਹਾ ਜਿਹਾ ਖਰਾਬ ਹੋ ਰਿਹਾ ਕੰਮ, ਉਹਦਾ ਇਲਾਜ ਕਰਾਉਣਾ ਚਾਹੀਦਾ। ਪਰ ਜੇ ਤੁਸੀਂ ਰਹਿਣ ਦਿੰਦੇ ਫਿਰ ਉਹ ਜ਼ਿਆਦਾ ਵੱਧ ਜਾਂਦੀ ਆ, ਫਿਰ ਉਹ ਔਖਾ ਹੋ ਜਾਂਦਾ ਇਲਾਜ ਕਰਨਾ ਜ਼ਿਆਦਾ। ਬੜੀ ਫਾਸਟ ਟਾਈਮ ਜਾ ਰਿਹਾ, ਅਸੀਂ ਬ੍ਰੇਕ ਲਾਣੀ ਪੈਗੀ ਥੋੜਾ, ਫਿਰ 15 ਸੈਕਿੰਡ। ਚਲੋ ਉਮੀਦ ਰੱਖਦੇ ਤੁਸੀਂ ਸਾਰੇ ਮੇਰਾ ਪ੍ਰੋਗਰਾਮ ਦੇਖੋਗੇ, ਅਸੀਂ ਆਪਣਾ ਸ਼ੋਅ ਜਾਰੀ ਰੱਖਾਂਗੇ। ਛੋਟੀ ਜਿਹੀ ਬ੍ਰੇਕ ਲੈਣੇ ਆ, ਮੈਂ ਫਿਰ ਜ਼ਰਾ ਟੈਲੀਫੋਨ ਨੰਬਰ ਰਿਪੀਟ ਕਰਦਾ ਜੋ ਸਕਰੀਨ ਤੇ 0121551001 ਤੇ ਤੁਸੀਂ ਕਾਲ ਕਰਨਾ। ਪਲੀਜ਼ ਡੋਂਟ ਗੋ ਟੂ ਫਾਰ, ਅਸੀਂ ਛੋਟੀ ਜਿਹੀ ਬ੍ਰੇਕ ਲੈ ਕੇ ਹੁਣੇ ਵਾਪਸ ਚੱਲਣਾ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ ਜੀ। ਵੈਲਕਮ ਬੈਕ ਇਨ ਦ ਸੈਕਿੰਡ ਪਾਰਟ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਅਸੀਂ ਡਾਕਟਰ ਰਾਜ ਬੇਂਸ ਨਾਲ ਗੱਲਾਂ ਕਰਦੇ ਵੈਲਕਮ ਬੇਂਸ ਬਾਰੇ। ਬੜਾ ਇੰਪੋਰਟੈਂਟ ਹੈ ਜਦੋਂ ਤੁਸੀਂ ਘਰ ਬੈਠ ਕੇ ਜਿੱਥੇ ਵੀ ਬੈਠ ਕੇ ਦੇਖਦੇ ਹੋ ਬੜੀ ਇਨਫੋਰਮੇਸ਼ਨ ਹੋ ਜਾਂਦੀ ਹੈ, ਤੁਸੀਂ ਪੈਨਿਕ ਨਹੀਂ ਕਰੋਗੇ, ਤੁਹਾਨੂੰ ਪਤਾ ਲੱਗ ਜਾਂਦਾ ਕੀ ਕਰਨਾ। ਬਾਏ ਦ ਵੇ ਮੈਂ ਫਿਰ ਰਿਪੀਟ ਕਰਦਾ, ਟੈਲੀਫੋਨ ਨੰਬਰ 0121551001। ਇਹ ਜਿਹੜਾ ਨੰਬਰ ਸਾਡਾ ਕਾਲ ਸੈਂਟਰ ਦਾ, ਉੱਥੇ ਕਾਫੀ ਲਾਈਨਾਂ ਹੈਗੀਆਂ। ਸੋ ਨੋਰਮਲੀ ਜਦੋਂ ਵੀ ਤੁਸੀਂ ਕਾਲ ਕਰਦੇ ਹੋ ਤੁਹਾਡਾ ਕਾਲ ਲੱਗੇਗਾ, ਜ਼ਰੂਰ ਲੱਗੇਗਾ। ਅਗਰ ਐਕਸਟ੍ਰੀਮਲੀ ਬਿਜ਼ੀ ਹੋ ਜਾਣ, ਬੇਸ਼ੁਮਾਰ ਲੋਕ ਕਾਲ ਕਰਨ, ਫਿਰ ਓਬਵੀਅਸਲੀ ਤੁਹਾਡਾ ਥੋੜਾ ਟਾਈਮ ਲੱਗ ਜਾਏਗਾ। ਜਿਹੜਾ ਡਾਕਟਰ ਦਾ ਨੰਬਰ ਤੁਹਾਨੂੰ ਸਾਡਾ ਕਾਲ ਸੈਂਟਰ ਦਿੰਦਾ ਹੈ, ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਸ਼ੋਅ ਦੇ ਦਰਮਿਆਨ, ਮੰਡੇ, ਵੈਨਸਡੇ, ਫਰਾਈਡੇ ਬਿਟਵੀਨ 10 and 11, ਨਾ ਤੇ 2 ਮਿੰਟ ਪਹਿਲਾਂ ਦੱਸ ਤੋਂ ਨਾ ਤੇ 2 ਮਿੰਟ ਬਾਅਦ 11 ਤੋਂ ਕਾਲ ਆਨਸਰ ਨਹੀਂ ਹੋਏਗਾ, ਕਿਉਂਕਿ ਡਾਕਟਰ ਦੀ ਸਰਜਰੀ ਹੁੰਦੀਆਂ ਨੇ, ਹੋਰ ਪੇਸ਼ੈਂਟ ਦੇਖਦੇ ਨੇ। ਇਹ ਇਹਨਾਂ ਨੇ 3 ਦਿਨ 1 ਘੰਟਾ ਪਰ ਡੇ ਐਲੋਕੇਟ ਕੀਤਾ ਜੋ ਸਾਡੇ ਕਾਲ ਚੈਨਲ ਦੇ ਵਿਊਅਰ ਹੈਗੇ ਨੇ। ਪਲੀਜ਼ ਤੁਸੀਂ ਟਰਾਈ ਕਰੋ, ਮੈਸੇਜ ਨਾ ਜੇ ਛੱਡਣਾ ਪ੍ਰੋਪਰ ਛੱਡਿਆ ਕਰੋ, ਨਾਮ, ਟੈਲੀਫੋਨ ਨੰਬਰ ਵਗੈਰਾ ਕਿ ਮੈਂ ਕਿੱਥੋਂ ਮਿਲੂ, ਤੁਸੀਂ ਕਾਲ ਕਰੋ ਤੇ ਉਹਨਾਂ ਨੂੰ ਪਿਕ ਕਰਨ। ਅਗਰ ਤੁਸੀਂ ਇਕੱਲਾ ਮਿਸ ਕਾਲ ਦਿੰਦੇ ਹੋ ਨਾ ਤੇ ਬੜੇ ਕਾਲ ਆਉਂਦੇ, ਤੇ ਇਕੱਲੇ ਮਿਸ ਕਾਲ ਤੋਂ ਨਹੀਂ ਉਹਨੂੰ ਸਰਵਿਸ ਕਰ ਸਕਦੇ। ਥੋੜ੍ਹਾ ਅੰਡਰਸਟੈਂਡ ਕਰੋ ਕਿ ਡਾਕਟਰ ਜੀ ਨੇ ਇੱਕ ਸਿਸਟਮ ਇੱਕ ਪਲੇਸ ਵਿੱਚ ਰੱਖਿਆ ਤਾਂ ਕਿ ਹੋਪਫੁਲੀ ਉਹ ਕੰਮ ਕਰ ਵੀ ਰਿਹਾ ਔਰ ਕਰੇਗਾ ਵੀ। ਅੱਗੇ ਤੋਂ ਉਮੀਦ ਰੱਖਦੇ ਕਿ ਤੁਸੀਂ ਸਾਰੇ ਸਿੰਪਥਾਈਜ਼ ਕਰੋਗੇ ਕਿ ਡਾਕਟਰ ਜੀ ਜੋ ਸਿਸਟਮ ਉਹਨਾਂ ਨੇ ਕੀਤਾ ਹੈਗਾ ਤੇ ਉਹਦੇ ਨਾਲ ਅਸੀਂ ਚੱਲੀਏ, ਸਾਰਿਆਂ ਦੀ ਲਾਈਫ ਈਜ਼ੀ ਹੋ ਜਾਏਗੀ। ਡਾਕਟਰ ਜੀ ਇਜ਼ ਆਲਵੇਜ਼ ਅਵੇਲੇਬਲ। ਅੱਜ ਸ਼ੋਅ ਕਰਦੇ ਐਵਰੀ ਟਿਊਜ਼ਡੇ। ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਹੈਗੀ ਆ ਜਾਂ ਤੁਹਾਨੂੰ ਕੰਪਲੇਨ ਆ, ਪਲੀਜ਼ ਫੀਡਬੈਕ ਦਿਆ ਕਰੋ, ਬੜਾ ਅੱਛਾ ਲੱਗਦਾ। ਅਸੀਂ ਇਗਨੋਰ ਨਹੀਂ ਕਰਾਂਗੇ, ਉਹਦੇ 'ਤੇ ਗੌਰ ਕਰਕੇ ਉਹਨੂੰ ਅਸੀਂ ਸਹੀ ਦਰੁਸਤ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਡਾਕਟਰ ਸਾਹਿਬ, ਇਹ ਹੁਣ ਪਹਿਲਾਂ ਮੈਨੂੰ ਦੱਸੋ ਜਿਹੜੀ ਇਜ਼ ਦੈਟ ਏਜ ਰਿਲੇਟਡ ਐਜ਼ ਵੈਲ, ਕਿਉਂਕਿ ਯੰਗਾਂ ਦੇ ਤਾਂ ਮੈਂ ਦੇਖਿਆ ਨਹੀਂ। ਹਾਂਜੀ, ਨਹੀਂ, ਏਜ ਰਿਲੇਟਡ ਹੈਗੀ ਆ, ਤੇ ਨੋਰਮਲੀ ਇਹ ਜ਼ਿਆਦਾ ਲੇਡੀਜ਼ ਦੇ ਹੁੰਦੀ ਆ ਮੈਨ ਦੇ ਨਾਲੋਂ। ਯੈਸ, ਰਾਈਟ, ਪ੍ਰੀਡੋਮੀਨੈਂਟਲੀ ਜ਼ਿਆਦਾ ਲੇਡੀਜ਼ ਦੇ ਹੁੰਦੀ ਆ। ਉਹਦਾ ਕੀ ਰੀਜ਼ਨ ਹੋਇਆ? ਉਹਦਾ ਰੀਜ਼ਨ ਇਹੀ ਹੋ ਸਕਦਾ ਵੀ ਕੁਝ ਜਿਹੜੇ ਹਾਰਮੋਨਸ, ਫੀਮੇਲ ਹਾਰਮੋਨਸ ਹੁੰਦੇ, ਉਹਨਾਂ ਦਾ ਕੁਝ ਵਿੱਚ ਐਕਸ਼ਨ ਥੋੜ੍ਹਾ ਜਿਹਾ ਹੈਗਾ ਆ ਸਰ। ਹਾਂਜੀ, ਤੇ ਬਾਕੀ ਹੈਗਾ ਵੀ ਨੋਰਮਲੀ ਅਬਾਊਟ 40 ਈਅਰਸ ਏਜ ਹੈ ਨਾ, 40 ਸਾਲ ਤੋਂ ਉੱਤੇ ਇਹ ਸ਼ੁਰੂ ਹੁੰਦਾ ਹੈ ਪ੍ਰੋਬਲਮ, ਤੇ 40 ਸਾਲ ਤੋਂ ਘੱਟ ਰਹਿ ਰਿਹਾ ਹੋ ਜਾਂਦੇ ਕਈ ਕੇਸ, ਪਰ ਉਹ ਘੱਟ ਆ, ਜ਼ਿਆਦਾ 40 ਸਾਲ ਦੀ ਉਮਰ ਤੋਂ ਸ਼ੁਰੂ ਹੁੰਦੇ ਆ। ਇਹ ਭਾਜੀ ਕਈਆਂ ਦੀ ਤਾਂ ਲੱਤਾਂ ਬਹੁਤ ਹੀ ਖਰਾਬ, ਇੱਕ ਨਹੀਂ ਕੱਲੀਆਂ ਕਾਫੀ ਦਿਖਾਈ ਦਿੰਦੀਆਂ ਹੁੰਦੀਆਂ ਨੇ, ਹੁਣ ਕਾਫੀ ਫੁੱਲੀਆਂ ਹੁੰਦੀਆਂ ਨੇ, ਤੇ ਉਹਨੂੰ ਤੁਸੀਂ ਟੋਟਲੀ ਕਿਉਰ ਹੋ ਸਕਦੇ, ਕਿਉਰ ਇਨ ਸੈਂਸ ਕਿ ਉਹ ਡਿਸਪੇਅਰ ਹੋ ਸਕਦੇ ਦਿਖਣੇ, ਤਾਂ ਕਿ ਲੱਤ ਉਸੇ ਤਰ੍ਹਾਂ ਸਫਾਈ ਦਿਖਾਈ ਦੇਵੇ। ਹਾਂਜੀ, ਸਫਾਈ ਡਿਪੈਂਡ ਕਰਦਾ ਹੈ ਵੀ ਕਿੰਨਾ ਕੁ ਸੀਰੀਅਸ ਕੇਸ ਆ। ਹਾਂਜੀ, ਬਹੁਤ ਜ਼ਿਆਦਾ ਹੁਣ 25-25 ਸਾਲ ਦੇ ਕੇਸ ਵੀ ਆਪਾਂ ਦੇਖੇ ਆ, ਇੰਪਰੂਵਮੈਂਟ ਜ਼ਰੂਰ ਹੁੰਦੀ ਆ, ਪਰ ਇੱਦਾਂ ਨਹੀਂ ਹੋ ਸਕਦਾ ਵੀ ਕਈ ਵਾਰੀ ਵੀ ਉਹ ਬਿਲਕੁਲ ਮਿਟ ਜਾਵੇ, ਹੈ ਨਾ। ਪਰ ਉਹਨਾਂ ਜਿਹੜੀ ਤਕਲੀਫ ਹੁੰਦੀ ਆ, ਤਕਲੀਫ ਘੱਟ ਸਕਦੀ ਹੈ, ਜਿਹੜਾ ਦਰਦ ਪੈਂਦਾ ਰਹਿੰਦਾ ਉਹ ਘੱਟ ਸਕਦਾ ਹੈ ਡੈਫੀਨੇਟਲੀ, ਜਿੱਦਾਂ ਉਹ ਟੋਨ ਅਪ ਹੋਣਗੇ ਬਲੱਡ ਵੈਸਲਸ ਤੇ ਥੋੜ੍ਹਾ ਜਿਹਾ ਅੱਛੀ ਤਰ੍ਹਾਂ ਕੰਮ ਕਰਨਗੇ। ਤੇ ਬਾਕੀ ਅਸੀਂ ਦੇਖਿਆ ਵੀ ਉਹਨਾਂ ਦੇ ਜਿਹਨਾਂ ਦੇ ਐਕਸਮਾ ਹੋਈ ਹੋ ਸੀਗੀ, ਹੈ ਨਾ, ਵੈਰੀਕੋਸ ਵੇਨਸ ਕਰਕੇ ਐਕਸਮਾ ਹੋਈ ਹੋ ਸੀ ਲੱਤਾਂ ਤੇ, ਉਹ ਵੀ ਠੀਕ ਹੋ ਗਈ ਐਕਸਮਾ। ਸੋ ਇੱਦਾਂ ਦੇ ਕਾਫੀ ਸੀਰੀਅਸ ਕੇਸ ਦੇਖੇ ਆ। ਤੇ ਇੱਕ ਕੇਸ ਅਲਸਰ ਦਾ ਵੀ ਸੀਗਾ ਨਾ, ਅਲਸਰ ਨਾਲ ਅਸੀਂ ਹਟਦੇ ਹੁੰਦੇ, ਉਹਨਾਂ ਨੂੰ ਪਤਾ ਨਹੀਂ 20 ਸਾਲ ਹੋ ਗਏ ਸੀ ਪੱਟੀਆਂ ਕਰਦਿਆਂ ਨੂੰ, ਤੇ ਉਹ ਅਲਸਰ ਵੀ ਉਹਦੇ ਹਟ ਗਏ ਭਾਜੀ।
ਰੀਅਲੀ ਜਾਂ ਕਰਕੇ ਵੈਰੀਕੋਜ਼ ਵੇਨਸ ਕਰਕੇ ਵੀ ਅਲਸਰ ਹੋ ਜਾਂਦੇ ਆ ਨਾ। ਡਾਕਟਰ ਜਦੋਂ ਤੁਸੀਂ ਗੱਲਾਂ ਕਰਦੇ ਮੈਂ ਤਾਂ ਇਹਨੇ ਦਿਮਾਗ ਨਾਲ ਸੁਣਨਾ ਫਿਰ ਮੇਰੇ ਦਿਮਾਗ 'ਚ ਸਵਾਲ ਆ ਜਾਂਦੇ ਨੇ। ਮੈਂ ਇਹਦਾ ਨਾ ਕੋਈ ਕਾਜ਼ ਲੱਭਣ ਦੀ ਕੋਸ਼ਿਸ਼ ਕਰਦਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਉਹਨੂੰ ਅਵੋਇਡ ਕਰਨ। ਅਗਰ ਤੁਸੀਂ ਜਾਸਤੀ ਪੈਰਾਂ 'ਚ ਮੂਵਮੈਂਟ ਨਹੀਂ ਰੱਖਦੇ ਜਾਂ ਤੁਸੀਂ ਜਾਸਤੀ ਟਾਈਮ ਖੜੇ ਰਹਿੰਦੇ ਹੋ ਜਾਂ ਬੈਠੇ ਰਹਿੰਦੇ ਹੋ ਤੇ ਉਹਦੇ ਨਾਲ ਚਾਂਸਸ ਹੈਗੇ ਨੇ ਬੜੇ। ਬਿਲਕੁਲ ਬਿਲਕੁਲ ਦੈਟਸ ਰਾਈਟ, ਕਿਉਂਕਿ ਜਿੱਦਾਂ ਮੈਂ ਦੱਸਿਆ ਨਾ, ਜਿਹੜੇ ਮਸਲਸ ਆ ਉਹ ਖੂਨ ਨੂੰ ਮੂਵ ਕਰਦੇ, ਉਹ ਨਾੜੀਆਂ ਨੂੰ ਸਕੁਈਜ਼ ਕਰਦੇ, ਕੁੱਟਦੇ ਆ, ਉਹਦੇ ਨਾਲ ਸਰਕੂਲੇਸ਼ਨ ਹੁੰਦਾ ਖੂਨ। ਜੇ ਤੁਸੀਂ ਹਿਲਦੇ ਨਹੀਂ ਹੈਗੇ ਤਾਂ ਤੁਹਾਡੇ ਮਸਲਸ ਯੂਜ਼ ਨਹੀਂ ਹੁੰਦੇ ਹੈਗੇ, ਉਹ ਫਿਰ ਉਹ ਨਾੜੀਆਂ ਨੂੰ ਘੁੱਟ ਨਹੀਂ ਸਕਦੇ ਹੈਗੇ। ਹਾਂਜੀ, ਸੋ ਜ਼ਰੂਰੀ ਆ ਵੀ ਜੇ ਤੁਸੀਂ ਜੋਬ ਤੁਹਾਡੀ ਇੱਦਾਂ ਦੀ ਆ ਵੀ ਬੈਠਣ ਦੀ, ਤੁਸੀਂ ਘੰਟੇ ਕੁ ਬਾਅਦ ਉੱਠ ਕੇ ਥੋੜ੍ਹਾ ਜਿਹਾ ਤੁਰੋ ਫਿਰੋ, ਫਿਰ ਆ ਕੇ ਬਹਿ ਜਾਓ। ਥੋੜ੍ਹਾ ਬਹੁਤਾ ਮੂਵਮੈਂਟ ਜ਼ਰੂਰੀ ਚਾਹੀਦਾ ਹੀ ਆ। ਤੇ ਡਾਕਟਰ ਸਾਹਿਬ ਮੈਂ ਇੱਕ ਨਾ ਪ੍ਰੋਗਰਾਮ ਦੇਖਿਆ ਸੀਗਾ, ਬੜੇ ਇੱਦਾਂ ਦੇ ਮੈਡੀਕਲ ਸ਼ੋਅ ਦੇਖਦਾ, ਉਹ ਪਤਾ ਨਹੀਂ ਕਿੰਨੇ ਘੰਟੇ ਉਹਨਾਂ ਨੇ ਦੱਸਿਆ ਕਿ ਤੁਸੀਂ ਇੱਕ ਦਿਨ ਦੇ ਵਿੱਚ 7 ਘੰਟੇ ਬੈਠੇ ਰਹਿੰਦੇ ਜਾਂ ਕੁਛ ਕਰਦੇ ਹੋ ਰੋਜ਼ ਹੀ ਬਗੈਰ ਕੁਛ ਮੂਵਮੈਂਟ ਤੋਂ ਤੁਹਾਡੀ 3 ਦਿਨਾਂ ਦੀ ਲਾਈਫ ਘੱਟ ਜਾਂਦੀ ਹੈ। ਹਾਂਜੀ ਦੈਟਸ ਰਾਈਟ, ਯਾ ਇਜ਼ ਦੈਟ ਅ ਟਰੂ ਫੈਕਟ? ਇਟਸ ਟਰੂ ਦੈਟਸ ਰਾਈਟ। ਆਪਾਂ ਗੱਲ ਕਰਦੇ ਹਾਂ, ਆਪਾਂ ਪਹਿਲਾਂ ਫੋਨ ਲੈ ਲੈਂਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਭਾਜੀ, ਸਵਾਗਤ ਕਰਦੇ ਹਾਂ। ਆਪਣਾ ਨਾਮ ਦੱਸਣਾ ਚਾਹੋਗੇ, ਕਿੱਥੋਂ ਬੋਲਦੇ ਹੋ? ਮੇਰਾ ਨਾਮ ਦਰਸ਼ਨ ਸਿੰਘ ਹੈ ਜੀ। ਦਰਸ਼ਨ ਸਿੰਘ ਜੀ, ਬਹੁਤ ਅੱਛਾ ਲੱਗਿਆ। ਤੁਸੀਂ ਹੁਣ ਗੱਲ ਕਰੋਗੇ, ਸਿੱਧਾ ਡਾਕਟਰ ਜੀ ਜਵਾਬ ਦੇਣਗੇ ਤੁਹਾਨੂੰ। ਮੈਂ ਜੀ ਡਾਕਟਰ ਸਾਹਿਬ ਨਾਲ ਇਹ ਪੁੱਛਣਾ ਕਿ ਵਹਿਮ ਦਾ ਕੋਈ ਇਲਾਜ ਹੈਗਾ? ਕਿੱਦਾਂ ਦਾ ਵਹਿਮ ਜੀ, ਕਿੱਦਾਂ? ਡਾਕਟਰ ਸਾਹਿਬ ਬੜਾ ਅੱਛਾ ਸਵਾਲ ਹੈ ਦਰਸ਼ਨ ਸਿੰਘ ਜੀ, ਬਹੁਤ ਕਮਾਲ ਦਾ ਤੁਹਾਡਾ, ਬਹੁਤ ਬਹੁਤ। ਹਾਂਜੀ, ਕਹਿੰਦੇ ਤਾਂ ਇਹੀ ਹੁੰਦੇ ਵਹਿਮ ਦਾ ਕੋਈ ਇਲਾਜ ਨਹੀਂ ਹੈਗਾ। ਹਾਂਜੀ, ਪਰ ਤੁਸੀਂ ਦੱਸੋ ਕਿ ਕਿੱਦਾਂ ਦਾ ਵਹਿਮ ਆ? ਵਹਿਮ ਕਿਸੇ ਬੰਦੇ ਨੂੰ ਉਦਾਂ ਹੀ ਜਦੀ ਕੋਈ ਕਹੀ ਜਾਵੇ, ਕਿਸੇ ਦੀ ਗੱਲ ਕੀਤੀ ਆ ਜਦੀ ਉਹ ਕਿਸੇ ਨੂੰ ਕੁਛ ਇਹ ਕਹਿੰਦਾ, ਕੋਈ ਇਹ ਕਹਿੰਦਾ, ਜਿਹੜਾ ਏਦਾਂ ਬੰਦਾ ਮੰਨ ਜਾਵੇ ਫਿਰ। ਥੋੜਾ ਜਿਹਾ ਖੋਲ ਕੇ ਦੱਸੋ ਜੀ ਗੱਲ। ਤੁਸੀਂ ਕੋਟੀ ਕੋਟੀ ਗੱਲ ਕਰਦੇ ਹੋ, ਕਿਉਂਕਿ ਵਹਿਮ ਦਾ ਤਾਂ ਤੁਹਾਨੂੰ ਮੈਂ ਵੀ ਦੱਸ ਦੇਣਾ ਕਿ ਕੋਈ ਇਹ ਤਾਂ ਆਪਣਾ ਤੁਹਾਡੀ ਆਪਣੀ ਆਦਤ ਹੈ ਵਹਿਮ ਪਾਲਣਾ। ਕਈ ਬੰਦੇ ਭਾਜੀ ਹਮੇਸ਼ਾ ਗੱਲ ਕਰਦੇ ਆ, ਤੁਸੀਂ ਪਰਵਾਹ ਨਹੀਂ ਕਰਦੇ ਛੋਟੀ ਮੋਟੀ ਗੱਲ ਦੇ। ਹਾਂਜੀ ਹਾਂਜੀ, ਕਈ ਬੜਾ ਛੋਟੀ ਜਿਹੀ ਗੱਲ ਲੈ ਕੇ ਦਿਲ ਨੂੰ ਲਾ ਲੈਂਦੇ ਨੇ। ਮੈਂ ਤਾਂ ਬਿਲੀਵ ਨਹੀਂ ਕਰਦਾ, ਪਰ ਮੈਂ ਤਾਂ ਆਪ ਨਹੀਂ ਮੰਨਦਾ ਇਸ ਚੀਜ਼ ਵਹਿਮ ਵਿੱਚ ਨਾ। ਪਰ ਦੂਜੇ ਪਾਸੇ ਗੱਲ ਹੈ ਕਿ ਜੇ ਕਿਸੇ ਨੂੰ ਹੋ ਜਾਵੇ ਉਹਦਾ ਫਿਰ ਹੈ ਕੋਈ ਇਲਾਜ? ਦੇਖੋ ਜੀ, ਜਿੱਦਾਂ ਦੇ ਕੇਸ ਸਾਡੇ ਕੋਲ ਆਏ ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਸਕਦਾ। ਹਾਂਜੀ, ਤੇ ਇਦਾਂ ਇੱਕ ਲੇਡੀ ਆਈ ਸੀਗੀ, ਉਹ ਕਹਿੰਦੀ ਸੀ ਵੀ ਮੈਨੂੰ ਕਿਨੇ ਟੂਣਾ ਕੀਤਾ ਆ, ਹਨਾ, ਇਦਾਂ ਦੇ ਵਹਿਮ ਦੀ ਗੱਲ ਕਰਦੇ ਹੋਣੇ ਤੁਸੀਂ। ਤੇ ਉਹ ਇਦਾਂ ਫਿਰ ਉਹਨਾਂ ਨੂੰ ਸਸਪੀਸ਼ੀਅਸ ਜਿਹਾ ਮਾਈਂਡ ਬਣ ਜਾਂਦਾ ਆ। ਸੋ ਇਦਾਂ ਦੇ ਜਿਹੜੇ ਕੇਸ ਆ ਉਹਨਾਂ ਤੇ ਕਈ ਵਾਰੀ ਫਰਕ ਪੈ ਸਕਦਾ। ਇਦਾਂ ਨਹੀਂ ਹੈਗਾ ਵੀ ਹਰੇਕ ਹੀ ਠੀਕ ਹੋ ਜਾਊਗਾ, ਪਰ ਜਿਨ੍ਹਾਂ ਦੇ ਮਨ ਵਿੱਚ ਇਦਾਂ ਦਾ ਕੋਈ ਵਹਿਮ ਹੈਗਾ ਆ, ਅਸੀਂ ਦੇਖੇ ਉਹਨਾਂ ਦੀ ਹੋਮਿਓਪੈਥਿਕ ਦਵਾਈ ਨੇ ਉਹਨਾਂ ਦੀ ਮਾਈਂਡ ਥੋੜੀ ਬਹੁਤੀ ਰਿਲੈਕਸ ਕਰ ਦਿੱਤੀ। ਜਾਂ ਤਾਂ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦਾ ਵਹਿਮ ਹੈ, ਫਿਰ ਵੀ ਡਾਕਟਰ ਜੀ ਮੈਂ ਫਿਰ ਇਦਾਂ ਫਿਰ ਬਾਅਦ ਜੀ ਨਾਲ ਗੱਲ ਕਰ ਲਵਾਂਗੇ। ਓਕੇ, ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਲਈ। ਥੈਂਕ ਯੂ ਜੀ। ਹਾਂਜੀ ਡਾਕਟਰ ਸਾਹਿਬ, ਪਲੀਜ਼ ਬੁਰਾ ਨਾ ਮੰਨਿਓ ਕਿ ਮੈਂ ਜਦੋਂ ਵੀ ਤੁਸੀਂ ਗੱਲ ਕਰਦੇ ਮੈਂ ਕੋਸ਼ਿਸ਼ ਉਹਨਾਂ ਨੂੰ ਨਿਚੋੜ ਕਰਦਾ ਕਿ ਕਿਉਂ ਹੋ ਸਕਦਾ। ਡਾਕਟਰ ਜੀ, ਇਹਦਾ ਮਤਲਬ ਇਹ ਹੋਏਗਾ ਤੁਹਾਡਾ ਮਾਈਂਡ ਵੀਕ ਹੈਗਾ? ਇਹ ਮਾਈਂਡ ਇਦਾਂ ਵੀ ਮਾਈਂਡ ਇਜ਼ ਅ ਵੈਰੀ ਫਨੀ ਥਿੰਗ, ਹੈ ਨਾ। ਉਹ ਕਈ ਵਾਰੀ ਕੋਈ ਬਲੀਫ ਹੁੰਦਾ ਤੁਹਾਡੇ ਮਨ ਵਿੱਚ ਬਹਿ ਜਾਂਦੀ ਗੱਲ, ਹੈ ਨਾ, ਉਹ ਫਿਰ ਕੱਢਣੀ ਮੁਸ਼ਕਿਲ ਹੋ ਜਾਂਦੀ ਆ, ਹੈ ਨਾ। ਇਟਸ ਜਸਟ ਜਿੱਦਾਂ ਸਾਡਾ ਮੇਕਅਪ ਹੈਗਾ ਨਾ, ਅਤੇ ਸਪੈਸ਼ਲੀ ਹੁਣ ਜਿਹੜੇ ਲੋਕ ਉੱਥੇ ਪਿੰਡਾਂ 'ਚੋਂ ਰਹਿ ਕੇ ਆਏ ਹੋ, ਹੈ ਨਾ, ਉਹਨਾਂ ਨੂੰ ਜ਼ਿਆਦਾ ਇੱਦਾਂ ਦਾ ਹੁੰਦਾ ਵੀ ਉੱਥੇ, ਕਿਉਂਕਿ ਉਹਨੇ ਇੱਦਾਂ ਦੀਆਂ ਗੱਲਾਂ ਸੁਣੀਆਂ ਹੋਈਆਂ, ਉਹਨੂੰ ਕਿਸੇ ਨੇ ਟੂਣਾ ਕਰ ਦਿੱਤਾ, ਉਹਨੂੰ ਕਿਸੇ ਨੇ ਇੱਦਾਂ ਕਰ ਦਿੱਤਾ, ਉਹਨੂੰ ਕਿਸੇ ਨੇ ਕੁਛ ਖਿਲਾ ਦਿੱਤਾ, ਹੈ ਨਾ। ਹੁਣ ਇੱਥੇ ਤਾਂ ਗੋਰਿਆਂ ਨੂੰ ਪੁੱਛੋ, ਇੱਦਾਂ ਦੀ ਕੋਈ ਚੀਜ਼ ਹੈ ਹੀ ਨਹੀਂ ਗੀ, ਹੈ ਨਾ। ਸੋ ਉਹ ਬਿਲੀਫ ਸਿਸਟਮ ਹੀ ਆ ਇੱਕ ਬਣਿਆ, ਹੈ ਨਾ। ਜੇ ਹੁਣ ਉੱਦਾਂ ਦੀ ਗੱਲ ਤੁਹਾਡੇ ਮਨ ਵਿੱਚ ਬਹਿ ਜਾਵੇ ਤਾਂ ਉਹ ਵਹਿਮ ਬਣ ਗਿਆ ਕਿ ਇੱਕ ਬਿਮਾਰੀ ਬਣ ਗਈ, ਹੈ ਨਾ। ਇੰਡੀਆ ਪਾਕਿਸਤਾਨ ਤਾਂ ਬੇਸ਼ੁਮਾਰ ਚੀਜ਼ਾਂ ਇੱਦਾਂ ਦੀਆਂ ਹੈਗੀਆਂ, ਬਹੁਤ ਮੰਨਦੇ ਆ। ਯੂ ਨੋ ਦੁਨੀਆ ਦੇ ਵਿੱਚ ਮੇਰੇ ਹਿਸਾਬ ਨਾਲ ਨਾ, ਮੈਂ ਮੈਡੀਕਲ ਐਡਵਾਈਸ ਨਹੀਂ ਤੁਹਾਨੂੰ ਉਹਦਾ ਐਡਵਾਈਸ ਕਰਦਾ, ਜਿੰਨੀ ਕੁ ਮੈਨੂੰ ਅਕਲ ਹੈ, ਕਿ ਰੱਬ ਦੇ ਨਾਮ ਨਾਲ ਕੋਈ ਵੱਡੀ ਚੀਜ਼ ਨਹੀਂ ਹੈਗੀ। ਉਹਦੇ 'ਤੇ ਵਿਸ਼ਵਾਸ ਰੱਖੋ, ਜੋ ਵੀ ਹੋਏਗਾ ਰੱਬ ਦੇ ਮਰਜ਼ੀ ਹੁੰਦਾ, ਉਹਦੇ ਤਰੀਕੇ ਨਾਲ ਹੁੰਦਾ। ਇਹ ਜਾਦੂ ਟੂਣੇ ਜਾਂ ਕੋਈ ਵਿਸ਼ਵਾਸ ਜਾਂ ਭਰਮ ਜਾਂ ਕੋਈ ਨਾ ਕੋਈ ਇਹ ਦੁਨੀਆ 'ਚ ਐਗਜ਼ਿਸਟ ਨਹੀਂ ਕਰਦੇ। ਤੁਹਾਡਾ ਮਾਈਂਡ ਵੀਕ ਹੁੰਦਾ, ਉਹਨੂੰ ਸਟਰੋਂਗ ਬਣਾਓ। ਮੰਨਣ ਦੀ ਲੋੜ ਨਹੀਂ। ਅਗਰ ਤੁਸੀਂ ਮੰਨ ਲਿਆ ਤੁਹਾਡੇ ਉਹੀ ਚੀਜ਼ ਹੋ ਗਈ, ਤੁਹਾਨੂੰ ਫਿਰ ਤੁਸੀਂ ਉਹਦੇ ਸ਼ਿਕਾਰ ਹੋ ਜਾਂਦੇ ਹੋ। ਸ਼ਿਕਾਰ ਹੋ ਜਾਂਦੇ, ਜਿੰਨਾ ਤੁਸੀਂ ਉਹ ਮੰਨਦੇ ਆ ਉਨਾ ਤੁਹਾਡੇ ਮਾਈਂਡ 'ਤੇ ਅਸਰ ਹੁੰਦਾ, ਬੋਡੀ 'ਤੇ ਅਸਰ ਹੁੰਦਾ ਉਹਦਾ। ਇੱਕ ਐਗਜ਼ਾਮਪਲ ਹੈਗਾ ਭਾਜੀ, ਕਿਨੇ ਮੈਨੂੰ ਦੱਸੀ ਸੀ ਸਟੋਰੀ, ਇੱਕ ਅਫਰੀਕਾ ਤੋਂ ਸੀ ਐਕਚੁਅਲੀ। ਅਤੇ ਉਹ ਕਹਿੰਦੇ ਵੀ ਉੱਥੇ ਕਾਲੇ ਸੀਗੇ, ਉਹਨੇ ਸ਼ਰਾਬ ਬਣਾਈ ਹੈ ਨਾ, ਘੜੇ ਵਿੱਚ ਪਾ ਕੇ ਉਹਨੇ ਦੱਬ ਦਿੱਤੀ, ਪਤਾ ਕਿਤੇ ਲੁਕੋ ਦਿੱਤੀ, ਹੈ ਨਾ। ਅਤੇ ਉਹਨੂੰ ਫਿਰ ਉਹਨੇ ਕੱਢ ਕੇ ਪੀ ਲੈਣਾ ਘੜੇ 'ਚੋਂ, ਹੈ ਨਾ। ਉਹਦੇ ਵਿੱਚ ਕੱਪ ਪਾਉਣਾ ਅਤੇ ਉਹਦਾ ਛੋਟਾ ਜਿਹਾ ਨੈਕ ਹੁੰਦਾ ਨਾ, ਅਤੇ ਉਹ ਪੀ ਲੈਣਾ। ਅਤੇ ਉਹ ਕਿਤੇ ਜਦੋਂ ਘੜਾ ਦੇ ਐਂਡ 'ਤੇ ਆਇਆ, ਹੈ ਨਾ, ਤਾਂ ਉਹ ਪਾਉਣ ਲੱਗੀ, ਉਹਦੇ ਵਿੱਚ ਸੱਪ ਮਰਿਆ ਸੀਗਾ। ਓ ਮਾਈ ਗॉड, ਰਾਈਟ। ਉਹ ਡਰਦੇ ਮਰ ਗਏ ਤਿੰਨੇ ਹੀ। ਰੀਅਲੀ? ਤਿੰਨੇ ਉੱਦਾਂ ਪੀ ਗਏ, ਕੁਝ ਨਹੀਂ ਹੋਇਆ। ਜਦ ਉਹਨਾਂ ਨੂੰ ਪਤਾ ਲੱਗਿਆ ਸੱਪ ਬਹੁਤ ਆ, ਇੰਟਰਸਟਿੰਗ ਗੱਲ ਹੈ, ਉਹ ਮਰ ਗਏ ਤਿੰਨੇ। ਮੈਂ ਸਵਾਲ ਭੁੱਲਣਾ ਜਾਵਾਂ, ਆਪਾਂ ਕਾਲ ਲੈ ਕੇ ਗੱਲ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਗੁਰੂ ਦੱਤ ਹੈ। ਹਾਂਜੀ ਗੁਰਦੱਤ, ਕੀ ਪੁੱਛਣਾ ਚਾਹੁੰਦੇ ਹੋ? ਡਾਕਟਰ ਜੀ ਨਾਲ ਗੱਲ ਕਰੋ ਹੁਣ। ਮੈਂ ਪੁੱਛਣਾ ਸੀ ਡਾਕਟਰ ਜੀ ਨੂੰ ਕਿ ਮੈਂ ਜਦੋਂ ਬੈਠਦਾ ਉਦੋਂ ਮੇਰਾ ਜਿਹੜੀ ਲੈਫਟ ਲੈਗ ਹੈ ਉੱਥੇ ਨਮਨੈਸ ਨਹੀਂ ਹੁੰਦੀ। ਜਦੋਂ ਮੈਂ ਸ਼ਾਰਟ ਵਾਕ ਨੂੰ ਜਾਂਦਾ ਉਦੋਂ ਮੈਨੂੰ ਥੋੜੀ ਨਮਨੈਸ ਉੱਥੇ ਫੀਲ ਹੁੰਦੀ ਹੈ। ਠੀਕ ਹੈ ਜੀ। ਉਹਦਾ ਕੀ ਰੀਜ਼ਨ ਹੈ? ਹਾਂਜੀ, ਨੰਬਨੈਸ ਦਾ ਇਹੀ ਹੁੰਦਾ ਭਾਜੀ ਪਈ ਜਿਹੜੇ ਤੁਹਾਡੇ ਹੈ ਨਾ ਰੀੜ੍ਹ ਦੀ ਹੱਡੀ ਸਪਾਈਨ ਦੇ ਮਣਕੇ ਆ ਨਾ ਵਰਟੀਬਰਾ, ਹਾਂਜੀ, ਤੇ ਉੱਥੇ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਨਰਵ ਆ ਨਾ ਉਹ ਪ੍ਰੈਸ ਹੋਈ ਆ। ਅੱਛਾ, ਹਾਂਜੀ, ਜਦੋਂ ਉਹਦੇ ਉੱਤੇ ਪ੍ਰੈਸ਼ਰ ਪੈਂਦਾ ਫਿਰ ਜ਼ਿਆਦਾ ਨੰਬਨੈਸ ਹੁੰਦੀ ਆ। ਠੀਕ। ਹਾਂਜੀ, ਸੋ ਇਹੀ ਹੋ ਸਕਦਾ ਵੀ ਜਦੋਂ ਤੁਸੀਂ ਤੁਰਦੇ ਆ ਫਿਰ ਤੁਹਾਡੇ ਲੱਤਾਂ ਤੇ ਇਹਦਾ ਫਿਰ ਕੀ ਇਲਾਜ ਹੋ ਸਕਦਾ ਹੈ? ਇਹ ਹੋਰ ਥੋੜੀ ਜਿਹੀ ਜਾਣਕਾਰੀ ਲੈ ਕੇ ਲੈ ਕੇ ਆ ਨਾ ਫਿਰ ਦੱਸ ਸਕਦੇ ਆ। ਪਰ ਨੋਰਮਲੀ ਜੇ ਤਾਂ ਟਰੈਪ ਹੋਈ ਹੋਵੇ ਨਰਵ ਤਾਂ ਤੁਸੀਂ ਆਸਟੀਓਪੈਥ ਤੋਂ ਜਾਓ, ਉਹ ਮੈਨੀਪੂਲੇਟ ਕਰਕੇ ਰਿਲੀਜ਼ ਕਰ ਸਕਦੇ ਆ। ਅੱਛਾ, ਹਾਂਜੀ, ਤੁਸੀਂ ਡਾਕਟਰ ਨੂੰ ਕਾਲ ਕਰ ਲਿਓ ਮੰਡੇ ਵੈਨਸਡੇ ਫਰਾਈਡੇ, ਨੰਬਰ ਲੈ ਕੇ ਕਾਲ ਸੈਂਟਰ ਤੋਂ ਥੋੜੇ ਹੋਰ ਸਵਾਲ ਪੁੱਛ ਕੇ ਫਿਰ ਤੁਹਾਨੂੰ ਦੱਸ ਸਕਦੇ ਹੋ। ਓਕੇ ਜੀ, ਥੈਂਕ ਯੂ ਕਾਲ ਕਰਨ ਦਾ। ਜਦੋਂ ਮੈਂ ਕਿਹਾ ਤਾਂ ਮੈਂ ਫਿਰ ਰਿਪੀਟ ਕਰਦਾ, ਪਲੀਜ਼ ਸਪੈਸ਼ਲ ਨੰਬਰ ਜੋ ਐਲੋਕੇਟ ਕੀਤਾ ਗਿਆ ਜਿਹੜੇ ਕਾਲ ਚੈਨਲ ਵਿਊਅਰ ਲਈ, ਮੰਡੇ ਵੈਨਸਡੇ ਫਰਾਈਡੇ ਬਿਟਵੀਨ 10 and 11 ਕਾਲ ਕਰਕੇ ਡਾਕਟਰ ਨਾਲ ਗੱਲ ਕਰੋ। ਅੱਜ ਡਾਕਟਰ ਜੀ ਤੁਸੀਂ ਗੱਲ ਕਰ ਰਹੇ ਸੀ। ਹਾਂਜੀ, ਸੋ ਮੈਂ ਵੀ ਇੱਕ ਵਾਰੀ ਥੋੜਾ ਜਿਹਾ ਰੀਕੈਪ ਕਰ ਦਵਾਂ ਪਈ ਇਹ ਜਿਹੜੇ 2 ਨੰਬਰ ਆਪਾਂ ਰੱਖੇ ਆ ਸਰਜਰੀ ਦੇ, ਤੇ ਇੱਕ ਜਿਹੜਾ ਸਵੇਰ ਦਾ ਹੈਗਾ ਆ ਉਹ ਹੈਗਾ ਨਵੇਂ ਪੇਸ਼ੈਂਟਸ ਲਈ ਜਿਨ੍ਹਾਂ ਨੇ ਕੋਈ ਸਲਾਹ ਲੈਣੀ ਹੋਵੇ ਜਾਂ ਕੋਈ ਅਪਾਇੰਟਮੈਂਟ ਬਣਾਉਣੀ ਹੋਵੇ। ਹਾਂਜੀ, ਉਹ 10 ਤੋਂ 11 ਕਰ ਸਕਦੇ ਆ। ਫਿਰ ਆਫਟਰਨੂਨ ਜਿਹੜਾ ਹੈਗਾ ਉਹ ਅਲੱਗ ਨੰਬਰ ਆ। ਹਾਂਜੀ, ਉਹ ਹੈਗਾ ਜਿਹੜੇ ਆਲਰੇਡੀ ਦਵਾਈ ਇੱਕ ਵਾਰੀ ਲੈ ਚੁੱਕੇ ਆ, ਉਹਨੀ ਦੁਬਾਰਾ ਹੋਰ ਦਵਾਈ ਮੰਗਾਉਣੀ ਹੋਵੇ। ਬਿਟਵੀਨ 4 and 6 ਉਹ 4 and 6 ਮੰਡੇ ਵੈਨਸਡੇ ਫਰਾਈਡੇ। ਹਾਂਜੀ, ਸੋ ਅਸੀਂ ਇਹ ਦੇਖੀਦਾ ਪਏ ਲੋਕੀ ਉਹ ਹੋਰ ਇਸ ਟਾਈਮ ਤੇ ਫੋਨ ਕਰਦੇ ਰਹਿੰਦੇ ਆ, ਤੇ ਇਸੇ ਕਰਕੇ ਫਿਰ ਉਹਨਾਂ ਦਾ ਕਾਲ ਲੱਗਦਾ ਨਹੀਂ ਹੈਗਾ ਕਰਕੇ ਵਿਚਾਲੇ ਜਿਹੜਾ ਟਾਈਮ ਹੈ ਉਦੋਂ ਆਪਾਂ ਮਰੀਜ਼ ਦੇਖਣੇ ਹੁੰਦੇ ਆ, ਦਵਾਈਆਂ ਵੀ ਤਿਆਰ ਕਰਨੀਆਂ ਹੁੰਦੀਆਂ, ਹੋਰ ਬਹੁਤੇ ਕੰਮ ਹੁੰਦੇ ਆ। ਸੋ ਅਸੀਂ ਸਾਰਾ ਦਿਨ ਕਾਲ ਨਹੀਂ ਲੈ ਸਕਦੇ ਹੈਗੇ। ਇੱਥੋਂ ਫਿਰ ਲੋਕੀ ਜਦੋਂ ਟਾਈਮ ਤੋਂ ਬਾਹਰ ਕਾਲ ਕਰਦੇ ਹਨ ਫਿਰ ਡਿਸਅਪਾਇੰਟਡ ਹੋ ਜਾਂਦੇ ਵੀ ਸਾਡਾ ਕਾਲ ਨਹੀਂ ਲੱਗਦਾ ਹੈਗਾ। ਬਿਲਕੁਲ, ਮੈਂ ਦੱਸਿਆ ਨਾ ਕਿ ਤੁਹਾਡੇ 2-4 ਮਿੰਟ ਵੀ ਪਹਿਲਾਂ ਕਰੋਗੇ ਤੇ ਆਨਸਰ ਨਹੀਂ ਹੋਏਗਾ। ਦੈਟਸ ਰਾਈਟ। ਹਾਂਜੀ, ਸੋ ਕਈ ਉੱਥੇ ਫਿਰ ਵੌਇਸ ਮੈਸੇਜ ਭਰ ਦਿੰਦੇ ਆ, ਪਰ ਵੌਇਸ ਮੈਸੇਜ ਇੰਨੇ ਆ ਜਾਂਦੇ ਅਸੀਂ ਇੰਨੇ ਲੈ ਨਹੀਂ ਸਕਦੇ ਸਾਰਾ ਦਿਨ, ਨਹੀਂ ਤਾਂ ਅਸੀਂ ਵੌਇਸ ਮੈਸੇਜ ਸੁਣੀ ਜਾਈਏ। ਮੈਨੂੰ ਲੱਗਦਾ ਮੈਜੋਰਿਟੀ ਜਿਹੜੇ ਵੌਇਸ ਮੈਸੇਜ ਛੱਡ ਕੇ ਉਹ ਐਕਸਪੈਕਟ ਕਰਦੇ ਕਿ ਡਾਕਟਰ ਜੀ ਕਾਲ ਕਰਨ। ਉਹ ਵੌਇਸ ਮੈਸੇਜ ਨਾ ਛੱਡਿਆ ਕਰੋ, ਤੁਸੀਂ ਕਾਲ ਕਰੋ ਤਾਂ ਕਿ ਡਾਕਟਰ ਜੀ ਨਾਲ ਗੱਲ ਹੋ ਸਕੇ। ਵੌਇਸ ਮੇਲ ਜਿਹੜਾ ਨਾ, ਕਿਉਂਕਿ ਬਹੁਤ 100-200 ਇੱਦਾਂ ਪਏ ਹੁੰਦੇ ਨੇ ਤੇ ਡਾਕਟਰ ਜੀ ਨਾਟ ਪੋਸੀਬਲ ਕਿ ਸਾਰੇ ਦੇ ਵੌਇਸ ਮੇਲ ਸੁਣ ਕੇ ਰਿਟਰਨ ਕਰਨ ਕਾਲ। ਇਟਸ ਨਾਟ ਪੋਸੀਬਲ ਟੂ ਡੂ ਦੈਟ। ਸੋ ਕਈ ਵਾਰੀ ਸਾਨੂੰ ਸੰਡੇ ਵੀ ਫੋਨ ਕਾਲ ਕਰਦੇ ਰਹਿੰਦੇ ਆ, ਬੈਂਕ ਹੌਲੀਡੇ ਪਿੱਛੇ ਜੇ ਬੈਂਕ ਹੌਲੀਡੇ ਵੀ ਫੋਨ ਕਰੀ ਜਾਂਦੇ ਸੀ। ਸੋ ਥੋੜਾ ਜਿਹਾ ਪਹਿਲਾਂ ਸੋਚਣਾ ਚਾਹੀਦਾ ਵੀ ਕਿਹੜਾ ਦਿਨ ਆ ਜਦੋਂ ਤੁਸੀਂ ਫੋਨ ਕਰ ਰਹੇ ਹੋ, ਕਿਹੜਾ ਟਾਈਮ ਆ। ਅਗਰ ਬਹੁਤ ਅਕਿਊਟ ਐਮਰਜੈਂਸੀ ਹੈਗੀ ਹੈ ਫਿਰ ਮੈਂ ਤੁਹਾਨੂੰ ਕਹਾਂਗਾ ਤੁਸੀਂ ਸਾਡੇ ਚੈਨਲ ਨੂੰ ਕਾਲ ਕਰਕੇ ਇਸੇ ਡਾਕਟਰ ਨਾਲ ਕਨੈਕਸ਼ਨ ਕਰ ਸਕਦੇ ਹੋ। ਵਿਲ ਦੈਟ ਬੀ ਆਲਰਾਈਟ ਡਾਕਟਰ ਜੀ? ਜੇ ਬਹੁਤ ਜ਼ਿਆਦਾ ਇਮਰਜੈਂਸੀ ਹੋਵੇ ਤਾਂ ਆਮ ਨਹੀਂ, ਉਦਾਂ ਆਮ ਨਹੀਂ ਕਰਨਾ। ਬਹੁਤ ਸੀਰੀਅਸ ਹੋਵੇ ਤਾਂ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ A&E ਦੇ ਵਿੱਚ ਡੋਂਟ ਰਸ਼ ਇਨ, ਉਹ ਬੜੇ ਸਪੈਸ਼ਲ ਬੰਦਿਆਂ ਲਈ ਜਿਨ੍ਹਾਂ ਦੀ ਬੜੀ ਜਾਨ ਖਤਰੇ ਤੇ ਉਹਨਾਂ ਲਈ ਹੈਗਾ। ਅਗਰ ਕੋਈ ਇੱਦਾਂ ਦਾ ਹਿਸਾਬ ਹੋਵੇ ਫਿਰ ਤੁਸੀਂ ਡਾਕਟਰ ਜੀ ਨਾਲ ਗੱਲ ਕਰੋ, ਪਰ ਡਾਕਟਰ ਜੀ ਨਾਲ ਗੱਲ ਕਰਨ ਦੇ ਯੂ ਨੀਡ ਮੋਰ ਹੈਲਪ ਕੁਇਕਰ ਦੈਨ ਮੇਬੀ the hospital is the answer। ਹਾਂਜੀ, ਦੈਟਸ ਰਾਈਟ। ਜੇ ਐਮਰਜੈਂਸੀ ਆ ਬਿਲਕੁਲ ਐਮਰਜੈਂਸੀ ਹੈ ਤੇ ਐਮਰਜੈਂਸੀ ਡਿਪਾਰਟਮੈਂਟ ਕਿਉਂਕਿ ਡਾਕਟਰ ਜੀ ਇਲਾਜ ਦੇ ਐਮਰਜੈਂਸੀ ਨਹੀਂ ਹੋ ਸਕਦੀ। ਮੈਨੂੰ ਲੱਗਦਾ ਇਹ ਤਾਂ ਆਰਾਮ ਨਾਲ ਪਤਾ ਕਰਕੇ ਟਰਾਈ ਕਰਕੇ ਦਵਾਈ, ਕਿਉਂਕਿ ਅਸੀਂ ਦਵਾਈ ਵੀ ਭੇਜਾਂਗੇ ਤੁਹਾਨੂੰ ਤਾਂ ਉਹ ਤਾਂ ਪੋਸਟ ਵਿੱਚ ਟਾਈਮ ਲੱਗੇ ਜਾਣਾ। ਡਾਕਟਰ ਸਾਹਿਬ ਮੈਂ ਹੁਣੇ ਤੇ ਵਿਸ਼ਵਾਸ ਦੀ ਗੱਲ ਕਰਦਾ। ਆਪਣੇ ਲੋਕਾਂ ਦੇ ਖਿਆਲਾਤ ਹੁੰਦੇ ਨੇ, ਜਿਹੜਾ ਲੋਕਾਂ ਨੇ ਨਾ ਦਿਨ ਬੰਦੇ ਹੁੰਦੇ ਨੇ, ਮੰਗਲਵਾਰ ਭਾਰੀ ਹੈ, ਸ਼ਨੀਵਾਰ ਭਾਰੀ ਹੈ, ਮੈਂ ਇਹ ਦਿਨ ਨਹੀਂ ਨਹਾਉਣਾ, ਮੈਂ ਇਹ ਦਿਨ ਨਹੀਂ ਖਾਣਾ, ਮੈਂ ਇਹ ਦਿਨ ਇਹ ਨਹੀਂ ਕਰਨਾ। ਭਾਜੀ ਸਾਰੇ ਰੱਬ ਦੇ ਦਿਨ ਨੇ, ਕੋਈ ਚੰਗਾ ਕੋਈ ਮਾੜਾ ਨਹੀਂ। ਤੁਹਾਡੀ ਕਿਸਮਤ ਜਿਹੜਾ ਕਹਿੰਦੇ ਨੇ ਕਿ ਟਾਈਮ ਬੁਰਾ ਨਾ ਹੋਵੇ, ਟਾਈਮ ਠੀਕ ਹੋ ਚੱਲਦਾ ਤੁਹਾਡੇ ਘੜੀ ਦਾ, ਲੇਕਿਨ ਟਾਈਮ ਬੁਰਾ ਨਾ ਹੋਵੇ। ਹਾਂ, ਦੈਟਸ ਰਾਈਟ। ਟਾਈਮ ਇੱਦਾਂ ਦਿਨ ਸਾਰੇ ਇੱਕੋ ਜਿਹੇ ਜਿੱਦਾਂ ਤੁਸੀਂ ਕਹਿੰਦੇ, ਤੇ ਇਹ ਤਾਂ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਵੀ ਤੁਸੀਂ ਇਦਾਂ ਦੇ ਕੋਈ ਭਰਮਾਂ 'ਚ ਨਹੀਂ ਪੈਣਾ ਹੈਗਾ। ਬਿਲਕੁਲ, ਸਾਡੇ 'ਚ ਬਿਲੀਵ ਨਹੀਂ ਹੈ, ਵਿਸ਼ਵਾਸ ਨਹੀਂ ਹੈ। ਜਿਹੜੇ ਉੱਥੇ ਕੋਈ ਰਿਲੀਜੀਅਸ ਪ੍ਰੀਸਟ ਵਗੈਰਾ ਹੁੰਦੇ ਸੀ ਨਾ ਪੁਰਾਣੇ ਸਮੇਂ 'ਚ, ਉਹਨੇ ਇਦਾਂ ਦੇ ਤਰੀਕੇ ਬਣਾਏ ਸੀਗੇ ਆਪਣੀ ਇਨਕਮ ਲਈ। ਹਾਂਜੀ, ਸੋ ਉਹਨੇ ਲੋਕਾਂ ਨੂੰ ਐਵੇਂ ਭਰਮਾਂ 'ਚ ਪਾਈ ਜਾਣਾ, ਜੇ ਤੁਸੀਂ ਇਦਾਂ ਕਰੋਗੇ ਤਾਂ ਤੁਸੀਂ ਆਹ ਹੋ ਜਾਊਗਾ, ਤੇ ਇਦਾਂ ਕਰੋਗੇ ਤਾਂ ਨਾ ਹੋ ਜਾਣਾ, ਮੈਂ ਉਪਾਅ ਕਰ ਦਿੰਦਾ ਉਹਦਾ। ਪਰ ਉਹ ਨਹੀਂ, ਫਿਰ ਤੁਹਾਨੂੰ ਦਕਸ਼ਨਾ ਵੀ ਦੇਣੀ ਪੈਂਦੀ ਸੀ ਨਾ, ਕੋਈ ਪੈਸੇ ਦੇਣੇ ਪੈਂਦੇ। ਮੈਂ ਆਪਣੀ ਪਰਸਨਲ ਲਾਈਫ ਦੀ ਗੱਲ ਕਰਦਾ, ਪਰ ਥੋੜਾ ਜ਼ਿਕਰ ਕਰਨਾ ਚਾਹਾਂਗਾ। ਮੇਰੀ ਮਦਰ ਹੁਣੀ ਨਾ ਬੜਾ ਕੁਛ ਮੰਨਦੇ ਸੀਗੇ, ਲੇਕਿਨ ਉਹ ਹਮੇਸ਼ਾ ਇੱਕ ਚੀਜ਼ ਕਹਿੰਦੇ ਹੁੰਦੇ ਸੀ ਕਿ ਮੈਂ ਜੋ ਕਰਦੀ ਹੈ ਨਾ, ਇਹ ਮੈਂ ਕਰਦੀ ਹਾਂ, ਮੇਰੇ ਬੱਚਿਆਂ ਤੇ ਮੈਂ ਭਾਰ ਪਾ ਕੇ ਨਹੀਂ ਜਾਣਾ। ਔਰ ਸਾਡੀ ਫੈਮਿਲੀ 'ਚ ਕੋਈ ਇੱਦਾਂ ਦਾ ਬੰਦਾ ਨਹੀਂ ਬਿਲੀਵ ਕਰਦਾ, ਬਿਕੋਜ਼ ਤੁਸੀਂ ਮਾਈਂਡ ਸਟਰੋਂਗ ਰੱਖੋ, ਰੱਬ 'ਚ ਬਿਲੀਵ ਕਰੋ। ਬਸ ਜੋ ਹੋਣਾ ਹੈ ਉਹ ਜਿਹਦੇ ਚੰਗੇ ਦਿਨ ਆ ਉਦੋਂ ਵੀ ਬੁਰਾ ਹੋ ਸਕਦਾ ਹੈ। ਹਾਂ, ਜਿਹਨਾਂ ਨੂੰ ਤੁਸੀਂ ਚੰਗਾ ਦਿਨ ਮੰਨਦੇ ਹੋ। ਹਾਂ, ਦੈਟਸ ਰਾਈਟ। ਬਿਲਕੁਲ।
ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਆਹ ਦਿਨ ਮਾੜਾ ਚੰਗਾ ਹੈ, ਇਸ ਇੰਪੋਸੀਬਲ। ਚਲੋ ਡਾਕਟਰ ਤੁਹਾਨੂੰ ਬਹੁਤ ਇੰਪੋਰਟੈਂਟ ਮੈਂ ਉਹਦੇ ਅਮਰੀਕਨ ਵੇਜ਼ ਦੀ ਫਿਰ ਗੱਲ ਕਰਨੀ ਚਾਹੁੰਦਾ। ਖੜਾ ਹੋਣ ਨਾਲ, ਰੈਸਟ ਕਰਨ ਨਾਲ, ਜਿੱਦਾਂ ਮੈਂ ਦੱਸਿਆ ਤੁਸੀਂ ਬਹੁਤ ਰੈਸਟ ਕਰਨਾ ਵੀ ਖਰਾਬ ਹੈਗਾ, ਲੱਤਾਂ ਦੇ ਵਿੱਚ ਮੂਵਮੈਂਟ ਹੋਣੀ ਚਾਹੀਦੀ ਹੈ। ਡਾਕਟਰ ਜੀ ਇੱਕ ਬੜੀ ਬੁਰੀ ਆਦਤ ਹੈ, ਮੈਨੂੰ ਵੀ ਹੈਗੀ ਹੈ, ਮੈਂ ਹਮੇਸ਼ਾ ਲੱਤ ਏਦਾਂ ਕ੍ਰਾਸ ਕਰਕੇ ਬੈਠਦਾ, ਇਹ ਖਰਾਬ ਹੈ ਨਾ, ਖਰਾਬ ਹੈ। ਮੈਂ ਉਹਨੂੰ ਸਿੱਧਾ ਕਰ ਲੈਂਦਾ ਹੋਣੀ, ਮੈਨੂੰ ਆਦਤ ਨਹੀਂ ਏਦਾਂ ਬੈਠਣ ਦੀ, ਪਰ ਮੈਂ ਹੁਣ ਤੋਂ ਏਦਾਂ ਬੈਠਾ ਕਰਾਂ। ਹਾਂਜੀ ਹਾਂਜੀ, ਏਦਾਂ ਬੈਠਣਾ ਚਾਹੀਦਾ ਹੈ, ਕਿਉਂਕਿ ਜਦ ਤੁਸੀਂ ਭਾਰ ਇੱਕ ਲੱਤ ਤੇ ਪਾ ਦਿੰਦੇ ਹੋ ਨਾ, ਉਹ ਫਿਰ ਤੁਹਾਡੇ ਜਿਹੜਾ ਸਰਕੂਲੇਸ਼ਨ ਨੇ ਉੱਥੇ ਉਹ ਰੁਕ ਜਾਂਦਾ ਹੈ। ਯੂ نو ਉਹ ਦੇਖੋ ਵੱਡੀ ਗੱਲ ਹੈ, ਇਹ ਬਹੁਤ ਇੰਪੋਰਟੈਂਟ ਹੈ। ਮੈਂ ਇਸੇ ਕਰਕੇ ਕਹਿੰਦਾ ਸ਼ੋਅ ਦੇਖਿਆ ਕਰੋ। ਹੁਣ ਦਾ ਮੈਂ ਇੱਦਾਂ ਬੈਠਾ, ਮੈਂ ਅਨਕੰਫਰਟੇਬਲ ਫੀਲ ਕਰ ਰਿਹਾ ਕਿਉਂਕਿ ਮੈਨੂੰ ਆਦਤ ਨਹੀਂ ਬੈਠਣ ਦੀ, ਆਦਤ ਨਹੀਂ ਹੈਗੀ ਏਦਾਂ ਬੈਠਣ ਦੀ, ਦੱਸ ਰਿਹਾ। ਪਰ ਹਾਲੀ ਮੈਨੂੰ ਪਤਾ ਕਿ ਉਹ ਬੁਰੀ ਚੀਜ਼ ਏਦਾਂ ਬੈਠਣਾ, ਉਹ ਤੁਸੀਂ ਆਪਣੀ ਬੁਰੀ ਆਦਤ ਪਾ ਲਈ ਹੈ ਨਾ। ਮੈਂ ਲੋਕਾਂ ਨੂੰ ਦੱਸਦਾ ਲੇਕਿਨ ਖੁਦ ਨਹੀਂ ਕਰਦਾ। ਹਾਂ ਦੈਟਸ ਰਾਈਟ, ਹਮੇਸ਼ਾ ਕ੍ਰਾਸ ਨਹੀਂ ਕਦੇ ਵੀ ਕਰਨੀ ਚਾਹੀਦੀ। ਡਾਕਟਰ ਸਾਹਿਬ ਜਦੋਂ ਤੁਸੀਂ ਬੈੱਡ ਤੇ ਪੈਨੇ ਹੋ, ਅੱਜ ਥੋੜੇ ਪਾਸੇ ਵੇਦ ਵਾਲੀ ਗੱਲ ਆ ਗਈ ਸਾਰੀ, ਬਿਕੋਜ਼ ਉਹਦੇ ਨਾਲ ਕਨੈਕਟਡ ਹੀ ਹੈਗਾ। ਲੱਤ ਦੇ ਉੱਪਰ ਲੱਤ ਰੱਖ ਕੇ ਜਦੋਂ ਚੇਅਰ ਤੇ ਬੈਠਣਾ ਏਦਾਂ ਨਹੀਂ ਬੈਠਣਾ। ਅਗਰ ਤੁਸੀਂ ਜਦੋਂ ਸੌਂਦੇ ਹੋ ਉਦੋਂ ਵੀ ਲੱਤ ਨੂੰ ਕ੍ਰਾਸ ਨਹੀਂ ਕਰਨਾ। ਐਗਜ਼ੈਕਟਲੀ, ਦੈਟਸ ਰਾਈਟ। ਹਾਂ ਲੱਤ ਤੇ ਇਹ ਪ੍ਰੈਸ਼ਰ ਮੈਂ ਸਾਰਾ ਕੁਝ ਕਰਦਾ। ਵੀ ਤੁਸੀਂ ਖਿਆਲ ਰੱਖਿਓ ਹੁਣ ਆਪਣਾ ਵੇਨਸ ਦਾ। ਨਹੀਂ ਹੁਣ ਮੈਂ ਪਤਾ ਲੱਗੇਗਾ ਕਿ ਮੈਂ ਵਾਅਦਾ ਦਿੱਤਾ ਟੀਵੀ ਦੇ ਉੱਪਰ, ਤੇ ਮੈਂ ਝੂਠ ਨਹੀਂ ਕਹਾਂਗਾ ਨਾ, ਬਿਕੋਜ਼ ਬੰਦਾ ਤੁਸੀਂ ਝੂਠ ਬੋਲ ਸਕਦਾ, ਰੱਬ ਦੇ ਸਾਹਮਣੇ ਨਹੀਂ ਝੂਠ ਬੋਲ ਸਕਦੇ। ਹਾਂਜੀ ਕੋਈ ਨਹੀਂ, ਜੇ ਤੁਸੀਂ ਬੈਠੇ ਮੈਂ ਤੁਹਾਨੂੰ ਚੇਤਾ ਕਰਾ ਦੂੰਗਾ। ਹੁਣ ਮੈਂ ਕੌਨਸ਼ੀਅਸ ਹੋ ਜਾਵਾਂਗਾ, ਵੈਸੇ ਮੈਨੂੰ ਆਦਤ ਪਾਣੀ ਪਏਗੀ, ਮੈਨੂੰ ਬਹੁਤ ਆਦਤ ਹੈ ਬਹੁਤ। ਯੂ نو ਉਹਦੀ ਜਿਹੜੀ ਪੋਜੀਸ਼ਨ ਨਾ ਕੰਫਰਟੇਬਲ ਹੋ ਜਾਂਦੀ ਹੈ, ਐਂਡ ਬੰਦਾ ਫੀਲਸ ਕੰਫਰਟੇਬਲ ਐਂਡ ਕੌਨਫੀਡੈਂਸ ਉਹਦੇ ਨਾਲ। ਯਾ ਤੇ ਇਹ ਇੱਕ ਬਾਡੀ ਲੈਂਗੁਏਜ ਵੀ ਹੁੰਦੀ ਹੈ। ਬਾਡੀ ਲੈਂਗੁਏਜ ਹੈ, ਦੈਟਸ ਰਾਈਟ। ਕਈ ਇਦਾਂ ਹਮੇਸ਼ਾ ਇਦਾਂ ਹੀ ਬੰਦੇ ਆ ਨਾ, ਉਹ ਬਾਡੀ ਲੈਂਗੁਏਜ ਹੈ ਵੀ ਉਹ ਕਮਿਊਨੀਕੇਟ ਨਹੀਂ ਕਰਨਾ ਚਾਹੁੰਦੇ ਕਿਸੇ ਨਾਲ, ਹੈ ਨਾ। ਭਾਜੀ ਮੈਂ ਤੁਹਾਨੂੰ ਗੱਲ ਦੱਸਿਆ ਇਹਦੇ ਬਾਰੇ ਨਾ, ਮੈਂ ਥੋੜਾ ਇੱਕ ਆਈ ਹੈਵ ਡਨ ਅ ਕੋਰਸ ਔਨ ਦਿਸ, ਮੇਰੇ ਪਾਸ ਸਰਟੀਫਿਕੇਟ ਹੈਗਾ ਬਾਡੀ ਲੈਂਗੁਏਜ ਦਾ, ਮੈਂ ਉਹ ਸਟੱਡੀ ਕੀਤੀ ਹੋਈ ਹੈ। ਤੇ ਜਦੋਂ ਤੁਹਾਡੇ ਸਾਹਮਣੇ ਬੰਦਾ ਬੈਠਦਾ ਨਾ, ਤੁਸੀਂ ਉਹਦੇ ਬਾਰੇ ਕਾਫੀ ਕੁਝ ਦੱਸ ਸਕਦੇ ਹੋ, ਉਹ ਬਗੈਰ ਬੋਲੇ ਤੋਂ। ਦੈਟਸ ਰਾਈਟ। ਜਿੱਦਾਂ ਤੁਸੀਂ ਦੱਸਿਆ ਜਦੋਂ ਬੰਦਾ ਏਦਾਂ ਬੈਠਦਾ ਉਹਦਾ ਵੀ ਮਤਲਬ ਹੈ, ਕੀ ਮਤਲਬ ਹੁੰਦਾ, ਆਪਾਂ ਨਹੀਂ ਗੱਲ ਕਰਨੀ, ਉਹਦਾ ਦੱਸਦੇ ਆ। ਅਗਰ ਕੋਈ ਬੰਦਾ ਬੈਠਦਾ ਉਹਦੇ ਹੱਥ ਦੇ ਵਿੱਚ ਚੀਜ਼ ਫੜੀ ਹੋਈ ਹੈ, ਉਹਦੇ ਨਾਲ ਖੇਲੀ ਜਾਂਦਾ, ਉਹਦਾ ਵੀ ਪਤਾ ਮਤਲਬ ਕੀ ਹੁੰਦਾ, ਤੁਸੀਂ ਜਾਣਦੇ ਹੋ ਸਾਰਾ ਕੁਝ ਹੈ। ਤੁਸੀਂ ਤਾਂ ਕੋਰਸ ਕੀਤਾ, ਹੁਣ ਤੁਸੀਂ ਦੱਸੋ। ਨਹੀਂ ਮੈਂ ਜੇ ਮੈਡੀਕਲ ਐਡਵਾਈਸ ਦੇਣ ਲੱਗਾ ਤੇ ਭਾਜੀ ਤਾਂ ਕੰਮ ਖਰਾਬ ਹੋ ਜਾਏਗਾ। ਨਹੀਂ ਥੋੜੀ ਬਹੁਤੀ ਨੌਲੇਜ ਹੈਗੀ ਹੈ, ਵੱਡੀ ਗੱਲ ਨੌਲੇਜ ਹੁੰਦੇ ਹੋ ਵੀ ਮੈਂ ਬੇਵਕੂਫੀਆਂ ਕਰਦਾ। ਪਲੀਜ਼ ਇਹ ਜਿਹੜੀ ਹਾਲਤਾਂ ਸੁਧਾਰਨੀਆਂ ਚਾਹੀਦੀਆਂ। ਅਸੀਂ ਕਾਲ ਲੈ ਲੈਣਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸਣਾ ਚਾਹੋਗੇ? ਹਾਂਜੀ ਮਿਸਟਰ ਸਿੰਘ। ਮਿਸਟਰ ਸਿੰਘ ਜੀ, ਕੀ ਬਾਤ ਹੈ ਜੀ, ਕੀ ਕਹਿਣਾ ਚਾਹੁੰਦੇ ਹੋ? ਡਾਕਟਰ ਨੂੰ ਪੁੱਛ ਲਓ ਤੁਸੀਂ। ਹਾਂਜੀ ਡਾਕਟਰ ਗੱਲ ਕਰਨੀ ਹੈ। ਹਾਂਜੀ ਕਰੋ, ਸੁਣਦੇ ਡਾਕਟਰ। ਹਾਂਜੀ ਡਾਕਟਰ ਜੀ, ਕੰਨ ਦੇ ਵਿੱਚ ਆਵਾਜ਼ ਜ਼ਿਆਦਾ ਆਉਂਦੀ ਹੈ, ਤਾਂ ਕਰਕੇ ਪੁੱਛਾਂ ਵੀ ਇਹ ਕੀ ਗੱਲ ਹੋ ਗਈ। ਹਾਂਜੀ ਕੰਨਾਂ ਦੇ ਵਿੱਚ ਆਵਾਜ਼ ਆਉਂਦੀ ਹੈ, ਟਿਨੀਟਸ। ਟਿਨੀਟਸ ਹਾਂਜੀ, ਇਹ ਬਹੁਤ ਹੀ ਇਹ ਕਾਮਨ ਚੀਜ਼ ਆ, ਬਹੁਤ ਲੋਕਾਂ ਦੇ ਇਹ ਪ੍ਰੋਬਲਮ ਆ। ਤੇ ਅਸੀਂ ਇਹਦੇ ਬਾਰੇ ਗੱਲ ਕਰ ਚੁੱਕੇ ਪਹਿਲਾਂ ਵੀ, ਤੇ ਸਾਲ ਕੁ ਪਿੱਛੇ ਜਦੋਂ ਸ਼ੁਰੂ ਕੀਤਾ ਸ਼ੋਅ ਉਦੋਂ ਆਇਆ ਸੀ ਕਾਲ, ਤੇ ਉਦੋਂ ਅਸੀਂ ਦੱਸਿਆ ਸੀ ਵੀ ਇਹਦਾ ਕੋਈ ਪੱਕਾ ਇਲਾਜ ਨਹੀਂ ਹੈਗਾ। ਪੱਕਾ ਇਲਾਜ ਨਹੀਂ ਕੋਈ ਵੀ? ਹਾਂਜੀ, ਪਰ ਹੁਣ ਅਸੀਂ ਇਹ 'ਤੇ ਰਿਸਰਚ ਕੀਤੀ ਹੈ, ਤੇ ਸਾਡੇ ਕੋਲ ਕੁਝ ਦਵਾਈਆਂ ਹੈਗੀਆਂ ਹੁਣ ਜਿਨ੍ਹਾਂ ਨੂੰ ਕਈ ਲੋਕਾਂ ਨੂੰ ਥੋੜਾ ਫਰਕ ਪੈ ਰਿਹਾ। ਸੋ ਵਜ੍ਹਾ ਕੀ ਹੋ ਗਈ, ਆਵਾਜ਼ ਕਾਹਦੇ ਹੋਣੀ ਹੋਗੀ? ਆਵਾਜ਼ ਇਹ ਆ ਵੀ ਜਿਹੜੀਆਂ ਬਰੀਕ ਹੱਡੀਆਂ ਹੁੰਦੀਆਂ ਕੰਨ ਦੇ ਅੰਦਰਲੇ ਪਾਸੇ, ਹੈ ਨਾ, ਤੇ ਉਹ ਡੈਮੇਜ ਹੋ ਜਾਂਦੀਆਂ, ਜਾਂ ਉੱਥੇ ਖੂਨ ਸਪਲਾਈ ਜਿਹੜਾ ਉਹ ਘਟ ਜਾਂਦਾ ਆ। ਅੱਛਾ, ਤਾਂ ਆਵਾਜ਼ ਆਉਣ ਲੱਗ ਪੈਂਦੀ। ਮੇਨ ਇਹ ਰੀਜ਼ਨ ਹੁੰਦਾ ਜੀ। ਅੱਛਾ, ਖੂਨ ਸਪਲਾਈ ਨਹੀਂ ਹੁੰਦਾ ਪੂਰਾ? ਹਾਂਜੀ ਦੈਟਸ ਰਾਈਟ। ਇਹ ਦੋਹਾਂ ਕੰਨਾਂ ਵਿੱਚ ਹੁੰਦੀ ਜਾਂ ਕਿਤੇ ਹੁੰਦੀ ਆ? ਨਹੀਂ, ਦੋਨਾਂ 'ਚ ਹੋ ਜਾਂਦੀ ਆ। ਅੱਛਾ, ਹਾਂਜੀ। ਮੇਰੇ ਤਾਂ ਇੱਕ ਸਾਈਡ ਤੇ ਆ। ਹਾਂਜੀ, ਇੱਕ ਸਾਈਡ ਤੇ ਕਈ ਵਾਰੀ ਸ਼ੁਰੂ ਹੁੰਦੀ, ਫਿਰ ਲੇਟਰ ਔਨ ਦੂਸਰੇ ਕੰਨ ਤੇ ਵੀ ਹੋ ਜਾਂਦੀ ਆ। ਇਹਦਾ ਕੋਈ ਹੋਰ ਕੋਈ ਇਲਾਜ ਨਹੀਂ ਕੋਈ ਵੀ? ਮਤਲਬ ਨਹੀਂ, ਹੋਰ ਕੋਈ ਇਲਾਜ ਨਹੀਂ ਹੈਗਾ। ਭਾਜੀ ਮੈਂ ਤੁਹਾਨੂੰ ਦੱਸਿਆ ਡਾਕਟਰ ਜੀ, ਅਸੀਂ ਥੋੜੇ ਵੀ ਕੋਈ ਗੱਲ ਵਗੈਰਾ ਕੀਤੀ ਸੀ ਇਹਦੇ ਬਾਰੇ। ਚੀਜ਼ ਬਿਮਾਰੀ ਦਾ ਨਾਮ ਹੈ ਇਹ ਨਾ, ਇਹਦਾ ਇਲਾਜ ਕੋਈ ਨਹੀਂ ਹੈਗਾ, ਪਰ ਡਾਕਟਰ ਜੀ ਆਪਣਾ ਹੋਮਿਓਪੈਥੀ ਦੇ ਨਾਲ ਇਹਨਾਂ ਨੇ ਕੋਈ ਮੈਡੀਸਿਨ ਕੱਢੀ ਹੈ। ਥੋੜੇ ਬੰਦਿਆਂ ਨੂੰ ਦੱਸਿਆ ਸੀ, ਲੇਡੀ ਦਾ ਕਾਲ ਵੀ ਆਇਆ ਸੀ ਉਹਨਾਂ ਦਾ ਕਿ ਉਹਨਾਂ ਦਾ ਠੀਕ ਹੋ ਗਿਆ। ਕੱਲ ਪਹਿਲਾਂ ਇੱਕ ਹੋਇਆ, ਫਿਰ ਦੂਸਰਾ ਹੋ ਗਿਆ। ਇੱਕ ਹੋਰ ਬੰਦਿਆਂ ਨੂੰ ਉਹ ਕਾਲ ਤੋਂ ਬਾਅਦ ਡਾਕਟਰ ਨੇ ਕਾਫੀ ਬੰਦਿਆਂ ਨੂੰ ਦਵਾਈ ਦਿੱਤੀ ਹੈ, ਤੇ ਅਸੀਂ ਚਾਹਾਂਗੇ ਜਿਹੜੇ ਵੀ ਦਵਾਈ ਖਾ ਰਹੇ ਨੇ ਉਹ ਕੰਨਾਂ ਦੇ ਮੁਤਾਬਿਕ ਪਲੀਜ਼ ਆਪਣੀ ਫੀਡਬੈਕ ਦੇਣਾ, ਤਾਂ ਕਿ ਹੋਰ ਲੋਕਾਂ ਨੂੰ ਪਤਾ ਲੱਗੇ ਕਿ ਉਹ ਦਵਾਈ ਅਸਰ ਕਰਦੀ ਕਿ ਨਹੀਂ ਕਰਦੀ। ਇਹ ਟੈਸਟ ਹੈਗੀ ਹੈ। ਇੱਕ ਚੀਜ਼ ਮੈਂ ਤੁਹਾਨੂੰ ਕਹਿੰਦਾ ਰਵਾਂ, ਕਿਉਂਕਿ ਇਹਦਾ ਕੋਈ ਇਲਾਜ ਨਹੀਂ ਹੈ। ਡਾਕਟਰ ਜੀ ਨੇ ਐਕਸਪੈਰੀਮੈਂਟ ਕਰਕੇ ਕੋਈ ਕੱਢਿਆ ਇਲਾਜ ਇਹਦਾ। ਕੱਲ ਨੂੰ ਇਹ ਨਾ ਬਲੇਮ ਕਰੋ ਜੀ ਡਾਕਟਰ ਕੋਲ ਮੈਂ ਖਾਧੀ ਤੇ ਮੇਰਾ ਇਲਾਜ ਨਹੀਂ ਹੋਇਆ। ਇਟਸ ਓਨਲੀ ਅ ਟਰਾਈ ਐਟ ਦ ਮੋਮੈਂਟ। ਬਿਲਕੁਲ ਜਦ ਇਲਾਜ ਹੋ ਗਿਆ ਤੇ ਠੀਕ ਹੈ, ਬੜੀ ਚੰਗੀ ਗੱਲ ਹੈ। ਐਂਡ ਆਈ ਥਿੰਕ ਇਟ ਵਿਲ ਬੀ ਵੈਰੀ ਸਕਸੈਸਫੁਲ। ਬੜੀ ਦੁਨੀਆ 'ਚ ਸਫਰ ਕਰਦੇ ਨੇ ਭਾਜੀ। ਇਹਦੇ ਨਾਲ ਕਾਫੀ ਅਨੋਇੰਗ ਹੈਗਾ, ਜਦੋਂ ਆਵਾਜ਼ ਹੁੰਦੀ ਹੈ ਤੁਹਾਨੂੰ ਚੰਗੀ ਤਰ੍ਹਾਂ ਇਰੀਟੇਟ ਹੁੰਦੇ ਰਹਿੰਦੇ ਹੋ ਤੁਸੀਂ। ਨਹੀਂ ਬਲਾ ਤਾਂ ਚਲੇ ਗਏ। ਪ੍ਰੋਗਰਾਮ ਦੇਖਦੇ ਰਹੋ, ਬੜਾ ਇੰਟਰਸਟਿੰਗ ਤੁਹਾਡਾ ਸਵਾਲ ਸੀ। ਇਹਦੇ ਬਾਰੇ ਗੱਲਬਾਤ ਕਰ ਚੁੱਕੇ ਹਾਂ ਅੱਗੇ, ਫਿਰ ਵੀ ਅੱਗੇ ਵੀਕਾਂ 'ਚ ਅਸੀਂ ਇਹਦੇ ਬਾਰੇ ਗੱਲ ਕਰਾਂਗੇ।
ਡਾਕਟਰ ਸਾਹਿਬ ਹੁਣ ਦੱਸੋ ਹੋਰ ਥੋੜੀ ਐਡਵਾਈਸ ਕਰੋ ਜੋ ਵੇਨਸ ਹੁੰਦੀਆਂ ਨੇ ਇਹਦੇ ਤੇ ਹੁਣ ਕੋਈ ਖਾਣ ਪੀਣ ਦਾ ਤਾਂ ਫਰਕ ਨਹੀਂ ਹੈ ਡਾਈਟ ਦਾ? ਹਾਂਜੀ, ਆਪਣੇ ਡਾਈਟ ਦਾ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਵਿਟਾਮਿਨ ਸੀ ਜਿਹੜੀ ਉਹ ਜ਼ਰੂਰੀ ਆ। ਸਾਰੀਆਂ ਬਲੱਡ ਵੈਸਲਸ ਜਿਹੜੇ ਉਹ ਸਟਰੋਂਗ ਰਹਿੰਦੇ ਵਿਟਾਮਿਨ ਸੀ ਦੇ ਨਾਲ। ਵਿਟਾਮਿਨ ਸੀ ਦੇ ਘਾਟ ਦੇ ਨਾਲ ਇਹ ਡੈਮੇਜ ਹੁੰਦੇ ਰਹਿੰਦੇ ਆ। ਹਾਂਜੀ, ਕਿਉਂਕਿ ਆਕਸੀਡੇਸ਼ਨ ਰਿਐਕਸ਼ਨ ਜਿਹੜਾ ਹੁੰਦਾ ਨਾ, ਤੇ ਵਿਟਾਮਿਨ ਸੀ ਐਂਟੀਆਕਸੀਡੈਂਟ ਹੁੰਦਾ ਹੈ। ਸੋ ਇਹ ਡੈਮੇਜ ਹੋਣ ਤੋਂ ਬਚਾਉਂਦਾ ਹੈ ਨਾੜੀਆਂ ਨੂੰ। ਸੋ ਵਿਟਾਮਿਨ ਸੀ ਹਮੇਸ਼ਾ ਖਾਣਾ ਚਾਹੀਦਾ ਰੋਜ਼ ਦੀ ਰੋਜ਼, ਕਿਉਂਕਿ ਇਹ ਵਾਲਾ ਬੋਡੀ ਵਿੱਚ ਸਟੋਰ ਨਹੀਂ ਹੁੰਦਾ ਹੈਗਾ। ਤੇ ਬਾਕੀ ਜਿੱਦਾਂ ਕਹਿੰਦੇ ਵੀ ਤੁਸੀਂ ਆਪਣੀ ਮੋਬਿਲਿਟੀ ਠੀਕ ਰੱਖੋ, ਆਪਣੇ ਤੁਰਦੇ ਫਿਰਦੇ ਰਹੋ, ਇੱਦਾਂ ਨਾ ਹੈਗਾ ਭਾਈ ਤੁਸੀਂ ਬਹੁਤਾ ਚਿਰ ਇੱਕ ਥਾਂ ਬੈਠੇ ਰਹੋ। ਤੇ ਜੇ ਤੁਹਾਡਾ ਭਾਰ ਜ਼ਿਆਦਾ ਆ, ਦੈਟਸ ਵੈਰੀ ਇੰਪੋਰਟੈਂਟ। ਹਾਂਜੀ, ਤੁਹਾਨੂੰ ਪਤਾ ਪਈ ਜ਼ਿਆਦਾ ਭਾਰ ਦੇ ਨਾਲ ਬਹੁਤੀਆਂ ਬਿਮਾਰੀਆਂ ਲੱਗਦੀਆਂ, ਤੇ ਇਹ ਵੀ ਇੱਕ ਰਿਸਕ ਫੈਕਟਰ ਹੈਗਾ ਆ ਵੈਰੀਕੋਸ ਵੇਨਸ ਲਈ। ਜੇ ਤੁਹਾਡਾ ਭਾਰ ਜ਼ਿਆਦਾ ਆ, ਫੈਟ ਜ਼ਿਆਦਾ ਬੋਡੀ ਵਿੱਚ ਆ, ਤਾਂ ਤੁਹਾਡਾ ਰਿਸਕ ਵੱਧ ਜਾਂਦਾ ਆ ਵੈਰੀਕੋਸ ਵੇਨਸ ਲਈ ਹੋਣ ਤੇ ਇੱਕ ਵਾਰੀ ਫਿਰ ਮੈਂ ਰੀਕੈਪ ਕਰ ਦਵਾਂ। ਤੁਸੀਂ ਰੀਕੈਪ ਕਰ ਦਿਓ, ਪਹਿਲਾਂ ਆਪਾਂ ਕਾਲ ਲੈ ਲਈਏ ਪਲੀਜ਼। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਜੀ, ਹਾਂਜੀ ਕੌਣ ਬੋਲਦੇ ਹੋ? ਮੈਂ ਡਾਕਟਰ ਨਰਾਜ ਨਾਲ ਗੱਲ ਕਰਨੀ ਸੀ। ਹਾਂਜੀ ਕਰੋ, ਡਾਕਟਰ ਸਾਹਿਬ ਸੁਣ ਰਹੇ ਨੇ, ਕੀ ਗੱਲ ਕਰਨੀ, ਕਰੋ ਜੀ। ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਮੈਂ ਨਾ ਆਹੀ ਦੱਸਣਾ ਸੀਗਾ ਵੀ ਮੈਂ ਹੁਣ ਇਹਨਾਂ ਕੋਲ 2 ਮਹੀਨਿਆਂ ਤੋਂ ਦਵਾ ਲਈ ਆ। ਜਿੱਦਾਂ ਕਿ ਮੈਨੂੰ ਸਿਰ ਦੀ ਵੀ ਪ੍ਰੋਬਲਮ ਸੀ, ਮੇਰਾ ਸਿਰ ਬਹੁਤ ਟੈਂਸ ਹੁੰਦਾ ਸੀ, ਥੱਕਿਆ ਰਹਿਣਾ ਜਿੱਦਾਂ। ਤੇ ਮੈਨੂੰ ਹੋਰ ਵੀ ਸੀਗਾ ਜਿੱਦਾਂ ਵੀ ਜਦੋਂ ਮੈਂ ਠੀਕ ਨਹੀਂ ਹੁੰਦੀ ਸੀ, ਮੈਂ ਜੀਪੀ ਨੂੰ ਵੀ ਮਿਲੀ ਆ, ਪਰ ਮੈਨੂੰ ਫਰਕ ਨਹੀਂ ਪੈਂਦਾ ਸੀ। ਤੇ ਮੈਨੂੰ ਕੋਈ ਰੀਜ਼ਨ ਵੀ ਨਹੀਂ ਸੀਗਾ ਲੱਭਦਾ ਵੀ ਮੈਂ ਕਾਹਤੇ ਏਦਾਂ ਆ। ਤੇ ਫਿਰ ਮੈਂ ਹੁਣ ਮੈਨੂੰ ਢਿੱਡ ਦੀ ਵੀ ਪ੍ਰੋਬਲਮ ਸੀਗੀ, ਕਿਉਂਕਿ ਢਿੱਡ ਵੀ ਮੇਰੇ 'ਚ ਜਿੱਦਾਂ ਸ਼ਾਇਦ ਐਸਿਡ ਕਰਕੇ ਮੇਰਾ ਪਾਣੀ ਨਾਲ ਮੂੰਹ ਬਹੁਤ ਭਰ ਜਾਂਦਾ ਸੀ, ਤਾਂ ਮੈਨੂੰ ਕਾਬਜ਼ ਵੀ ਰਹਿੰਦੀ ਸੀ। ਤਾਂ ਮੈਂ ਇਹਨਾਂ ਕੋਲ 2 ਮਹੀਨੇ ਦਵਾਈ ਖਾਧੀ ਆ, ਪਰ ਮੈਨੂੰ ਕਾਫੀ ਫਰਕ ਪੈ ਗਿਆ। ਬਹੁਤ ਚੰਗੀ ਗੱਲ, ਵੈਰੀ ਨਾਈਸ। ਹਾਂਜੀ, 50% ਤੋਂ ਵੀ ਜ਼ਿਆਦਾ ਫਰਕ ਪਿਆ ਜਿੱਦਾਂ। ਬਹੁਤ ਚੰਗੀ ਗੱਲ। ਪਰ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਡਾਕਟਰ ਦਾ? ਤੁਸੀਂ ਕਾਲ ਚੈਨਲ ਤੇ ਦੇਖਿਆ? ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਮੈਂ ਜ਼ਰੂਰ ਦੇਖਦੀ ਹੁੰਦੀ ਸੀਗੀ। ਬਹੁਤ ਅੱਛੇ, ਬਹੁਤ ਅੱਛੇ। ਜਦੋਂ ਮੈਂ ਤੇ ਮੈਨੂੰ ਲੱਗਿਆ ਜਿੱਦਾਂ ਵੀ ਹਨਾ ਵੀ ਮੈਨੂੰ ਵੀ ਦਵਾਈ ਇਹਨਾਂ ਕੋਲ ਟਰਾਈ ਕਰਨੀ ਚਾਹੀਦੀ ਆ। ਨਹੀਂ, ਬਹੁਤ ਜਦੋਂ ਮੈਂ ਹਮੇਸ਼ਾ ਕਹਿੰਦਾ ਨਾ, ਜੋ ਵੀ ਤੁਸੀਂ ਦਵਾ ਖਾਂਦੇ ਹੋ, ਇਲਾਜ ਹੋਵੇ ਨਾ ਹੋਵੇ, ਫੀਡਬੈਕ ਦਿਆ ਕਰੋ। ਇਹ ਨਹੀਂ ਕਿ ਡਾਕਟਰ ਦਾ ਨਾਮ ਖਰਾਬ ਹੁੰਦਾ ਹੈ, ਉਹਦੇ 'ਚ ਡਾਕਟਰ ਨੂੰ ਹੈਲਪ ਹੁੰਦੀ ਹੈ, ਉਹ ਰਿਸਰਚ ਕਰਕੇ ਕੁਝ ਬਦਲਾ ਕਰਦੇ ਆ ਦਵਾਈ ਦੇ। ਉਹ ਹਾਂਜੀ, ਮੈਂ ਤਾਂ ਹੀ ਦੱਸਣਾ ਚਾਹੁੰਦੀ ਸੀਗੀ ਕਿ ਜਿੱਦਾਂ ਮੈਨੂੰ ਰਾਈਟ ਦਵਾਈ ਮਿਲੀ ਜਿੱਦਾਂ, ਤੇ ਮੈਨੂੰ ਕਾਫੀ ਫਰਕ ਪੈ ਗਿਆ ਆ। ਤੇ ਹੋਪਫੁਲੀ ਮੈਂ ਹੋਰ ਵੀ ਠੀਕ ਹੋ ਜਾਣਾ। ਮੈਂ ਬਾਕੀਆਂ ਨੂੰ ਵੀ ਇਹੀ ਕਹਿਣਾ ਚਾਹੁੰਦੀ ਆ ਵੀ ਹਨਾ, ਜੇ ਕਿਸੇ ਨੂੰ ਹੈਲਥ ਪ੍ਰੋਬਲਮ ਆ, ਉਹ ਜ਼ਰੂਰ ਡਾਕਟਰ ਰਾਜ ਕੋਲੋਂ ਦਵਾਈ ਟਰਾਈ ਕਰਨ। ਜਿੱਦਾਂ ਭਾਜੀ ਬਹੁਤ ਅੱਛਾ ਲੱਗਿਆ ਤੁਹਾਡੀ ਆਵਾਜ਼ ਤੋਂ। ਭੈਣ ਜੀ ਫੋਨ ਕਰਨ ਦਾ ਬਹੁਤ ਥੈਂਕ ਯੂ ਜੀ, ਫੋਨ ਕਰਨ ਦਾ ਬਹੁਤ ਅੱਛਾ ਲੱਗਿਆ। ਹਾਂਜੀ, ਤੁਹਾਡਾ ਦੋਨਾਂ ਦਾ ਬਹੁਤ ਧੰਨਵਾਦ, ਤੇ ਮੈਂ ਕਾ ਚੈਨਲ ਦਾ ਵੀ ਧੰਨਵਾਦ ਕਰਦੀ ਆ। ਤੇ ਕਿਹੜੇ ਉਹ ਪ੍ਰੋਗਰਾਮ ਬਹੁਤ ਸੋਹਣੇ ਲੈ ਕੇ ਆਉਂਦੇ ਆ, ਸਾਰਿਆਂ ਨੂੰ ਮੈਂਬਰ ਬਣਨਾ ਚਾਹੀਦਾ। ਮੈਂ ਉਹਦਾ ਖੁਦ ਵੀ ਬਣੀ ਆ ਮੈਂਬਰ। ਬਹੁਤ ਅੱਛੀ ਗੱਲ ਹੈ ਭੈਣ ਜੀ, ਬਹੁਤ ਅੱਛੀ ਗੱਲ। ਥੈਂਕ ਯੂ ਤੁਹਾਡਾ ਦੋਨਾਂ ਦਾ ਜੀ ਬਹੁਤ ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਨੇ ਬਹੁਤ ਅੱਛੀ ਗੱਲ ਕੀਤੀ। ਮੈਂ ਹਮੇਸ਼ਾ ਕਹਿੰਦਾ, ਦੇਖੋ ਅਕਾਲ ਚੈਨਲ ਨੂੰ ਸਪੋਰਟ ਕਰੋ। ਜਦੋਂ ਤੁਸੀਂ ਸਪੋਰਟ ਕਰਦੇ, ਅਸੀਂ ਅੱਛੇ ਪ੍ਰੋਗਰਾਮ ਲੈ ਕੇ ਆਵਾਂਗੇ। ਸਾਡਾ ਮਕਸਦ ਉਹੀ ਹੁੰਦਾ ਕਿ ਤੁਸੀਂ ਸਾਨੂੰ ਕੁਝ ਦਿੱਤਾ, ਅਸੀਂ ਤੁਹਾਨੂੰ ਰਿਟਰਨ 'ਚ ਕੁਝ ਇੱਦਾਂ ਦਾ ਕੰਮ ਕਰੀਏ ਜੋ ਤੁਹਾਡਾ ਫਾਇਦਾ ਹੋ ਸਕੇ ਕਿਸੇ ਵੀ ਤਰੀਕੇ ਦਾ। ਮੈਡੀਕਲ ਸ਼ੋਅ ਵਗੈਰਾ, ਹੈਲਥ ਸ਼ੋਅ ਵਗੈਰਾ, ਕੋਈ ਬਿਲਸ ਪਰ ਬੈਡ ਵਗੈਰਾ ਦਾ, ਤੇ ਹਰ ਤਰ੍ਹਾਂ ਦੇ ਸ਼ੋਅ, ਇਮੀਗ੍ਰੇਸ਼ਨ ਦਾ ਸ਼ੋਅ ਕਰਦੇ ਆ, ਹੋਰ ਕਥਾ ਵਗੈਰਾ ਪਾਠ, ਸੁਖਮਨੀ ਸਾਹਿਬ ਦਾ ਰਹਿ ਰਸਤੇ ਪਾਠ ਹੁੰਦੇ ਨੇ। ਹਰ ਤਰ੍ਹਾਂ ਦਾ ਅਸੀਂ ਅਕਾਲ ਚੈਨਲ ਹਰ ਬੰਦਿਆਂ ਦਾ ਖਿਆਲ ਰੱਖ ਕੇ ਉਸੇ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਉਮੀਦ ਰੱਖਦੇ ਕਿ ਤੁਸੀਂ ਇਸੇ ਤਰ੍ਹਾਂ ਇਸ ਚੈਨਲ ਨੂੰ ਉੱਪਰ ਲੈ ਕੇ ਜਾਓਗੇ, ਬੁਲੰਦੀਆਂ ਤੱਕ, ਤਾਂ ਕਿ ਨੰਬਰ 1 ਚੈਨਲ ਹੈ ਔਰ ਇੱਧਰ ਵੀ ਉੱਪਰ ਜਾਵੇ। ਬਹੁਤ ਮਿਹਰਬਾਨੀ ਤੁਹਾਡੀ ਜੀ। ਡਾਕਟਰ ਤੁਸੀਂ ਰੀਕੈਪ ਕਰਨਾ ਸੀ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਕਈ ਲੋਕੀ ਇੱਕ ਵਾਰੀ ਦਵਾਈ ਲੈਂਦੇ ਆ ਤੇ ਮੁੜ ਕੇ ਲੈਂਦੇ ਨਹੀਂਗੇ। ਹਾਂਜੀ, ਸੋ ਇਹ ਬੜੀ ਡਿਸਅਪੁਆਇੰਟਮੈਂਟ ਹੈ ਮੇਰੇ ਲਈ ਵੀ ਤੇ ਉਹਨਾਂ ਲਈ ਵੀ। ਮੈਂ ਉਹੀ ਕਹਿ ਕੇ ਹਟਿਆ ਨਾ, ਜ਼ਰੂਰੀ ਨਹੀਂ ਹੈਗਾ ਕਿ ਹਰੇਕ ਨੂੰ ਪਹਿਲੀ ਦਵਾਈ ਨਾਲ ਹੀ ਫਰਕ ਪੈ ਜਾਵੇ। ਹਾਂਜੀ, ਸੋ ਕਈ ਲੋਕੀ ਸੋਚਦੇ ਰਹਿੰਦੇ ਪਏ ਨਹੀਂ ਸਾਡੇ ਪੈਸੇ ਲੱਗਦੇ ਆ ਹਨਾ, ਪਰ ਉਹ ਕੈਲਕੂਲੇਸ਼ਨ ਕਰਕੇ ਨਹੀਂ ਦੇਖਦੇ ਹੈਗੇ ਵੀ ਤੁਹਾਡੀ ਦਿਹਾੜੀ ਦੇ ਕੀ ਕੋਸਟ ਆਉਂਦਾ ਉਹਦਾ। ਜੇ ਤੁਸੀਂ ਕੈਲਕੂਲੇਸ਼ਨ ਕਰਕੇ ਦੇਖੋ, ਤੁਹਾਡੇ 2-3 ਪਾਉਂਡ ਦਿਹਾੜੀ ਦੇ ਲੱਗ ਜਾਂਦੇ ਹੋਣਗੇ। ਜੇ ਤੁਸੀਂ ਬਾਹਰ ਜਾਓ, ਹੁਣ ਇੱਕ ਕਾਫੀ ਦਾ ਕੱਪ ਪੀਣਾ ਹੋਵੇ, ਉੱਤੇ 2-2.5 ਪਾਉਂਡ ਤਾਂ ਤੁਹਾਡੇ ਉੱਤੇ ਲੱਗ ਜਾਂਦੇ। ਉਹ ਨਹੀਂ ਸੋਚਦੇ। ਜੇ ਕੇਕ ਦਾ ਪੀਸ ਖਾਣਾ ਹੋਵੇ 2-3 ਪਾਉਂਡ ਦਾ, ਤੇ ਇੱਕ ਕੇਕ ਦਾ ਪੀਸ ਆ ਜਾਂਦਾ। ਸੋ 2-3 ਪਾਉਂਡ ਦਿਹਾੜੀ ਦੇ ਖਰਚ ਨੇ, ਕੁਛ ਵੀ ਨਹੀਂ ਹੈਗੇ ਆਪਣੀ ਸਿਹਤ ਦੇ ਵਾਸਤੇ। ਹਾਂਜੀ, ਸੋ ਇਹ ਨਾ ਸੋਚਿਆ ਕਰੋ ਵੀ ਨਹੀਂ ਸਾਡੇ ਇੰਨੇ ਪੈਸੇ ਲੱਗ ਗਏ ਆ। ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ। 2-3 ਪਾਉਂਡ ਦਾ ਕੋਈ ਫਰਕ ਨਹੀਂ ਦਿਹਾੜੀ ਦੇ ਪੈਂਦਾ। ਤੇ ਪਰ ਇੱਦਾਂ ਨਾ ਕਰਿਆ ਕਰੋ ਵੀ ਸਾਨੂੰ ਵੀ ਡਿਸਅਪੁਆਇੰਟ ਕਰਦੇ ਪਏ। ਅਸੀਂ ਇੰਨੀ ਕੋਸ਼ਿਸ਼ ਕੀਤੀ ਆ, ਹਾਂਜੀ, ਮਿਹਨਤ ਕਰਕੇ ਤੁਹਾਨੂੰ ਦਵਾਈ ਬਣਾ ਕੇ ਤੁਹਾਡੇ ਲਈ ਸਿਲੈਕਟ ਕਰਕੇ ਭੇਜੀ ਆ,
ਤੇ ਤੁਸੀਂ 1 ਮਹੀਨਾ ਖਾ ਕੇ ਫਿਰ ਤੁਸੀਂ ਮੁੜ ਕੇ ਦੱਸਦੇ ਨਹੀਂ ਹੈਗੇ, ਨਾ ਕੋਈ ਹੋਰ ਦਵਾਈ ਲੈਣੇ ਆ, ਤੇ ਤੁਸੀਂ ਵੀ ਡਿਸਅਪਾਇੰਟਡ ਆ, ਅਸੀਂ ਵੀ ਡਿਸਅਪਾਇੰਟਡ ਹੋ ਜਾਂਦੇ। ਨਹੀਂ ਦੇਖੋ ਫੀਡਬੈਕ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂ ਡਾਕਟਰ ਨਾਲ ਥੋੜ੍ਹੇ ਬਹੁਤਾ ਜਦੋਂ ਮੌਕਾ ਲੱਗਦਾ ਗੱਲਬਾਤ ਕਰੀ ਦੀ ਹੈ, ਕਿਉਂਕਿ ਬਹੁਤ ਲੋਕ ਕਹਿੰਦੇ ਕਿ ਮੈਂ ਦਵਾਈ ਖਾਧੀ ਮਹੀਨਾ ਖਾਧੀ ਮੈਨੂੰ ਫਰਕ ਨਹੀਂ ਪਿਆ। ਜਿਹੜੀ ਤੁਹਾਡੀ ਇਲਾਜ ਹੈ ਇਹ ਮੇਰੇਕਲ ਤਾਂ ਨਹੀਂ ਹੁੰਦਾ, ਤੁਸੀਂ ਕਿਸ ਤਰ੍ਹਾਂ ਖਾਂਦੇ ਹੋ, ਕੀ ਖਾਂਦੇ ਹੋ, ਤੁਹਾਡਾ ਲਾਈਫ ਸਟਾਈਲ ਕੀ ਹੈਗਾ, ਹਰ ਚੀਜ਼ ਦਾ ਕਾਊਂਟ ਕਰਦੇ ਹੋ ਉਹਦੇ ਵਿੱਚ। ਕਈਆਂ ਦੇ ਇਮਿਊਨ ਸਿਸਟਮ ਸਟਰੋਂਗ ਹੁੰਦਾ, ਉਹਨਾਂ ਨੂੰ ਛੇਤੀ ਫਰਕ ਪੈਂਦਾ, ਕਈਆਂ ਨੂੰ ਨਹੀਂ ਫਰਕ ਪੈਂਦਾ। ਅਗਰ ਤੁਸੀਂ ਡਾਕਟਰ ਨੂੰ ਰਿੰਗ ਕਰਕੇ ਕਹਿੰਦੇ ਹੋ ਡਾਕਟਰ ਜੀ ਮੈਨੂੰ ਠੀਕ ਨਹੀਂ ਲੱਗਦਾ, ਤੁਹਾਡੀ ਦਵਾ ਕੰਮ ਨਹੀਂ ਕੀਤੀ, ਡਾਕਟਰ ਜੀ ਬੁਰਾ ਨਹੀਂ ਮੰਨਦੇ, ਪਰ ਡਾਕਟਰ ਜੀ ਨੂੰ ਉਹਦਾ ਫਾਇਦਾ ਤੁਹਾਡੇ ਫੀਡਬੈਕ ਦਾ, ਤਾਂ ਕਿ ਉਹਦੇ ਉੱਪਰ ਹੋਰ ਰਿਸਰਚ ਕਰਕੇ ਕੁਝ ਹੋਰ ਤਰੀਕੇ ਦੀ ਦਵਾਈ ਕੱਢਣ ਜਾਂ ਸਟਰੋਂਗਰ ਜਾਂ ਕੋਈ ਹੋਰ ਚੀਜ਼ ਹੋਏਗੀ, ਤੁਹਾਡੇ ਨਾਲ ਉਹਦੇ ਨਾਲ ਫਰਕ ਪਏਗਾ। ਇਹਦਾ ਸੋਚੋ ਕਿ ਮੈਂ ਡਾਕਟਰ ਜੀ ਨੂੰ ਕੰਪਲੇਨ ਨਹੀਂ ਹੁੰਦੀ, ਇਟਸ ਅ ਫੀਡਬੈਕ। ਕੰਪਲੇਨ ਤੇ ਫੀਡਬੈਕ ਦਾ ਫਰਕ ਬਹੁਤ ਹੈਗਾ। ਫੀਡਬੈਕ ਇਸ ਕਿ ਤੁਸੀਂ ਡਾਕਟਰ ਜੀ ਨੂੰ ਵੀ ਐਜੂਕੇਟ ਕਰ ਰਹੇ ਹੋ ਕਿ ਵੀ ਦਵਾਈ 'ਚ ਮੈਨੂੰ ਅਸਰ ਨਹੀਂ ਹੋਇਆ, ਤੁਸੀਂ ਕੁਝ ਹੋਰ ਕਰੋ। ਮੇਰਾ ਡੋਂਟ ਗਿਵ ਅਪ, ਇੱਦਾਂ ਨਹੀਂ ਕਿ ਮਹੀਨਾ ਖਾ ਕੇ ਛੱਡ ਦਿਓ, ਜੇ ਡਾਕਟਰ ਨੇ ਮੇਰਾ ਇਲਾਜ ਤਾਂ ਕੀਤਾ ਨਹੀਂ, ਮੈਂ ਪੈਸੇ ਮੇਰੇ ਬਰਬਾਦ। ਇਹ ਬਰਬਾਦ ਨਹੀਂ ਹੋਏ, ਇਹ ਟੈਸਟ ਵੀ ਹੋ ਰਿਹਾ ਨਾਲ ਦੀ ਨਾਲ। ਬਿਲਕੁਲ ਬਿਲਕੁਲ ਦੈਟਸ ਰਾਈਟ। ਜੇ ਤੁਸੀਂ ਦੇਖੋ ਜੀਪੀ ਤੋਂ ਤੁਸੀਂ 20-25 ਸਾਲ ਦਵਾਈ ਖਾਈ ਜਾਂਦੇ, ਤੁਹਾਨੂੰ ਇਲਾਜ ਤੁਹਾਡਾ ਨਹੀਂ ਹੋਇਆ, ਪਰ ਜੀ ਉਹ ਤਾਂ ਉਮਰ ਸਰ ਤੋਂ ਗੋਲੀਆਂ ਤੇ ਲਾ ਦਿੰਦੇ ਨੇ। ਹਾਂਜੀ ਦੱਸ ਉਮਰ ਭਰ ਗੋਲੀਆਂ ਖਾਈ ਜਾਓ, ਠੀਕ ਤੁਸੀਂ ਹੁੰਦੇ ਨਹੀਂ, ਸਿਹਤ ਸਮੇਂ ਕਿ ਜ਼ਿਆਦਾ ਖਰਾਬ ਹੋਈ ਜਾਂਦੀ ਹੈ। ਹੁਣ ਤੁਸੀਂ ਐਕਸਪੈਕਟ ਕਰਦੇ ਪਈ ਡਾਕਟਰ ਰਾਜ ਤੋਂ 1 ਮਹੀਨਾ ਦਵਾਈ ਖਾ ਕੇ ਅਸੀਂ ਬਿਲਕੁਲ ਠੀਕ ਹੋ ਜਾਈਏ। ਹਾਂਜੀ ਸੋ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਹੈ। ਤੁਸੀਂ ਮੇਰੇ ਤੇ ਵੀ ਬਹੁਤ ਜ਼ਿਆਦਾ ਫੇਵਰ ਨਹੀਂ ਕਰਦਾ, ਇਹ ਤਾਂ ਬੇਇਨਸਾਫੀ ਹੈਗੀ ਹੈ ਓਨੈਸਟਲੀ। ਮੇਰੇ ਤੇ ਤੁਸੀਂ ਜ਼ਿਆਦਾ ਪ੍ਰੈਸ਼ਰ ਪਾ ਰਹੇ, 1 ਮਹੀਨੇ ਸਾਡੀ ਇੰਨੀ ਡੂੰਘੀ ਬਿਮਾਰੀ ਠੀਕ ਕਰ ਦੇ। ਨਹੀਂ ਪਤਾ ਕੀ ਮੈਂ ਬੇਇਨਸਾਫੀ ਹੈ, ਮੈਂ ਪੱਕਾ ਤੁਹਾਡੀ ਫੇਵਰ ਨਹੀਂ ਕਰਦਾ, ਤਾਂ ਹਕੀਕਤ ਹੈਗੀ ਆ। ਅਸੀਂ ਜਦੋਂ ਤੁਸੀਂ ਡਾਕਟਰ ਨੂੰ ਪਹਿਲਾਂ ਅਪਾਇੰਟਮੈਂਟ ਲੈਂਦੇ ਹੋ, ਤੁਹਾਨੂੰ 2 ਵੀਕ 3 ਵੀਕ ਅਪਾਇੰਟਮੈਂਟ ਮਿਲਦੀ ਭਾਜੀ। ਅਗਰ ਤੁਹਾਨੂੰ ਸਵੇਰ ਡਾਕਟਰ ਨੇ ਸਰਜਰੀ ਨੇ ਕੋਈ ਸਿਸਟਮ ਰੱਖਿਆ ਕਿ ਤੁਸੀਂ 8 ਵਜੇ ਕਾਲ ਕਰੋ ਤੇ ਤੁਹਾਨੂੰ ਐਮਰਜੈਂਸੀ ਤੁਹਾਨੂੰ ਅਪਾਇੰਟਮੈਂਟ ਮਿਲ ਜਾਏਗੀ, ਉਹ ਜਦੋਂ ਤੁਸੀਂ ਕਾਲ ਕਰਦੇ ਤੁਹਾਡਾ 20ਵਾਂ ਨੰਬਰ ਹੁੰਦਾ ਤੇ 25ਵਾਂ ਨੰਬਰ ਹੁੰਦਾ, ਤੁਸੀਂ ਬੜੇ ਰਹਿੰਦੇ ਹੋ। ਉਹ ਤੁਹਾਨੂੰ ਪਤਾ ਕਿਉਂਕਿ ਰਸਤਾ ਨਹੀਂ ਹੈਗਾ, ਪਰ ਆਮ ਸ਼ੋਰ ਡਾਕਟਰ ਦਾ ਇੱਦਾਂ ਨਹੀਂ ਹਿਸਾਬ ਹੈਗਾ। ਮੰਡੇ ਵੈਨਸਡੇ ਫਰਾਈਡੇ ਕਾਲ ਕਰੋ, ਡਾਕਟਰ ਸਾਹਿਬ ਥੈਂਕ ਯੂ, ਟਾਈਮ ਬੜੀ ਫਾਸਟ ਚੱਲ ਗਿਆ, ਬੜੀਆਂ ਗੱਲਾਂ ਕਰਨੀਆਂ ਤੇ ਅਸੀਂ 32 ਸੈਕਿੰਡ ਰਹਿੰਦੇ ਨੇ, ਆਪਾਂ ਹੁਣ ਰੈਪ ਅਪ ਕਰੀਏ। ਰੀਕੈਪ ਕਰ ਦਿੰਦਾ, ਜੇ ਤੁਸੀਂ ਆਪਣਾ ਹਾਰਟ ਰੇਟ ਮੈਜਰ ਕਰਨਾ ਤਾਂ ਇੱਥੋਂ 1 ਇੰਚ ਅੰਗੂਠੇ ਦੇ ਥੱਲਿਓਂ ਇਸ ਤਰ੍ਹਾਂ ਉਂਗਲੀ ਰੱਖਣੀ ਆ। ਜੇ ਤੁਸੀਂ ਦੂਸਰੇ ਦਾ ਚੈੱਕ ਕਰਨਾ ਹੈ ਫਿਰ ਤੁਸੀਂ ਘੁਮਾ ਕੇ ਇਸ ਪਾਸਿਓਂ ਫੜਨਾ ਹੈ। ਥੈਂਕ ਯੂ। ਉਮੀਦ ਰੱਖਦਾ ਤੁਹਾਨੂੰ ਪ੍ਰੋਗਰਾਮ ਅੱਛਾ ਲੱਗਿਆ ਹੋਵੇਗਾ, ਤੇ ਪਲੀਜ਼ ਜਦੋਂ ਵੀ ਮੌਕਾ ਲੱਗਦਾ ਤੁਸੀਂ ਪ੍ਰੋਗਰਾਮ ਦੇਖਿਆ ਕਰੋ, ਹਮੇਸ਼ਾ ਦੇਖਿਆ ਕਰੋ। ਭੈਣਾਂ ਭਰਾਵਾਂ ਨੂੰ ਹੋਰ ਨੂੰ ਦੱਸੋ, ਇਹ ਬੈਨੀਫੀਸ਼ੀਅਲ ਹੈ, ਤੁਹਾਡੇ ਫਾਇਦੇ ਦੀ ਗੱਲ ਹੁੰਦੀ ਹੈ, ਤੁਹਾਡਾ ਇਲਾਜ ਹੁੰਦਾ ਘਰ ਬੈਠੇ ਦਾ, ਤੁਸੀਂ ਖੁਦ ਅੱਧੇ ਡਾਕਟਰ ਬਣ ਸਕਦੇ ਹੈਗੇ ਹੋ। ਇਹ ਤੁਸੀਂ ਪ੍ਰੋਗਰਾਮ ਲਿਆਉਣ ਲਈ ਸਾਡੀ ਬੜੀ ਐਫਰਟ ਹੁੰਦੀ ਹੈ, ਡਾਕਟਰ ਜੀ ਬੜੀ ਦੂਰੋਂ ਆਉਂਦੇ ਨੇ। ਸਪੋਰਟ ਕਰ ਰਹੇ ਹੋ। ਕੱਲ ਚੱਲ ਰਹੇ ਨੈਕਸਟ ਵੀਕ ਸੇਮ ਟਾਈਮ ਫਿਰ ਦੋਨਾਂ ਮੁਲਾਕਾਤ ਹੋਗੀ। ਤੱਕ ਰੱਬ ਰੱਖਾ। ਆਪਾਂ ਫਤਿਹ ਬੁਲਾਏ ਜੀ। ਵਾਹਿਗੁਰੂ ਜੀ ਕਾ ਖਾਲਸਾ।